ਲੇਖਕ ਕ੍ਰਿਸ਼ਨ ਪ੍ਰਤਾਪ ਦਾ ਨੋਵਲ ਹੈ ਕ੍ਰਿਸ਼ਨ ਪ੍ਰਤਾਪ ਹਾਜ਼ਰ ਹੋ। ਸਮਰਪਣ ਹੈ ਕੁਸ਼ਾਸਨ ਤੇ ਭ੍ਰਿਸ਼ਟਾਚਾਰ ਦੇ ਪੁੜਾਂ 'ਚ ਪਿਸਦੇ ਤੇ ਜ਼ੁਲਮ ਦੇ ਵਿਰੁੱਧ ਲੜ ਰਹੇ ਹਰ ਸੰਘਰਸ਼ੀਲ ਯੋਧੇ ਦੇ ਨਾਂ। ਅੰਗ ਪਹਿਲਾ। ਅਜੇ ਕੱਲ ਪਰਸੋਂ ਦੀ ਤਾਂ ਗੱਲ ਹੈ ਜਦ ਅਸੀਂ ਪਿੰਡ ਛੱਡ ਕੇ ਸ਼ਹਿਰ ਆ ਡੇਰਾ ਲਾਇਆ ਸੀ। ਪਿੰਡ ਦਾ ਵੱਡਾ ਸਾਰਾ ਘਰ ਛੱਡ ਕੇ ਜਦ ਸ਼ਹਿਰ ਵਿਚਲੇ 5 ਮਰਲੇ ਦੇ 2 ਛੱਤੇ ਮਕਾਨ 'ਚ ਆਏ ਸਾਂ ਤੇ ਛੋਟਾ ਜਿਹਾ ਮਕਾਨ ਵੀ ਬੜਾ ਵੱਡਾ ਤੇ ਖੁੱਲਾ ਖੁੱਲਾ ਲੱਗਦਾ ਸੀ। ਸ਼ਾਇਦ ਪਿੰਡ ਛੱਡ ਦੇਣ ਦੇ ਹੇਰਵੇ ਕਰਕੇ ਹੀ ਇਹ ਘਰ ਖਾਲੀ ਖਾਲੀ ਤੇ ਸੁੰਨਮ ਸੁੰਨਾ ਵੀ ਲੱਗਣ ਲੱਗ ਪੈਂਦਾ ਸੀ। ਜੇ ਵੇਲਾ ਚੰਗਾ ਹੋਵੇ ਤਾਂ ਇੰਨੀ ਛੇਤੀ ਬੀਤ ਜਾਂਦਾ ਕਿ ਪਤਾ ਹੀ ਨਹੀਂ ਲੱਗਦਾ। ਮੇਰੇ ਦੋਵੇਂ ਭਰਾਵਾਂ ਦੇ ਵਿਆਹ ਤੋਂ ਬਾਅਦ ਬੱਚੇ ਵੀ ਹੋ ਗਏ ਸਨ ਤੇ ਉਸ ਪਿੱਛੋਂ ਮੇਰੀ ਵਾਰੀ ਵੀ ਛੇਤੀ ਆ ਗਈ ਤੇ ਮੈਨੂੰ ਵੀ ਵਿਆਹ ਵਾਲੀ ਨੱਥ ਪੈ ਗਈ ਸੀ ਤੇ ਹੁਣ ਪਰਿਵਾਰ ਤੇ ਘਰ 'ਚ ਕਾਫੀ ਚਹਿਲ ਪਹਿਲ ਰਹਿਣ ਲੱਗ ਪਈ ਸੀ। ਹੌਲੀ ਹੌਲੀ ਸਾਨੂੰ ਆਪਣਾ ਇਹ ਘਰ ਭੀੜਾ ਭੀੜਾ ਜਿਹਾ ਲੱਗਣ ਲੱਗ ਪਿਆ ਤਾਂ ਅਸੀਂ ਤਿੰਨਾਂ ਭਰਾਵਾਂ ਨੇ ਸੋਚ ਵਿਚਾਰ ਕੀਤੀ ਕਿ ਕਿਉਂ ਨਾ ਕੋਈ ਵੱਡਾ ਮਕਾਨ ਖਰੀਦ ਲਿਆ ਜਾਏ। ਫਿਰ ਇੱਕ ਸਲਾਹ ਬਣਦੀ ਕਿ ਜੇ ਆਪਣੇ ਵਿੱਚੋਂ ਕੋਈ ਇੱਕ ਜਣਾ ਵੱਖਰਾ ਮਕਾਨ ਬਣਾ ਲਵੇ ਤਾਂ ਸਮੱਸਿਆ ਹੱਲ ਹੋ ਸਕਦੀ ਹੈ। ਪਰ ਕੋਈ ਵੀ ਇਸ ਜੱਦੀ ਵਰਗੇ ਘਰ ਨੂੰ ਛੱਡਣ ਲਈ ਤਿਆਰ ਨਹੀਂ ਸੀ। ਸਿਆਣੇ ਆਖਦੇ ਨੇ ਜਿੱਥੇ 4 ਭਾਂਡੇ ਹੋਣਗੇ ਤਾਂ ਖੜਕਣਗੇ ਵੀ ਜ਼ਰੂਰ। ਘਰ 'ਚ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਤਣਾਅ ਰਹਿਣਾ ਸ਼ੁਰੂ ਹੋ ਗਿਆ ਸੀ, ਪਰ ਇਹ ਤਣਾਅ ਗਲੀ ਤੱਕ ਨਹੀਂ ਸੀ ਆਇਆ। ਸਾਰੇ ਜਣੇ ਪੜ੍ਹੇ ਲਿਖੇ ਸਨ ਤੇ ਸਮਝ ਗਏ ਸਨ ਕਿ ਭਾਂਡੇ ਖੜਕਣ ਦੀ ਸਮੱਸਿਆ ਦਾ ਮੂਲ ਕਾਰਨ ਇੱਕ ਛੋਟੇ ਜਿਹੇ ਘਰ 'ਚ ਲੋੜ ਨਾਲੋਂ ਵੱਧ ਰਹਿੰਦੇ ਜੀ ਹਨ। ਕੁਝ ਕੁ ਮਹੀਨਿਆਂ 'ਚ ਮੇਰੇ ਵੱਡੇ ਭਰਾ ਯਾਦਵਿੰਦਰ ਤੇ ਫਿਰ ਵਿਚਕਾਰਲੇ ਕਮਲਦੀਪ ਨੇ ਜਗ੍ਹਾ ਮੁੱਲ ਖਰੀਦ ਕੇ ਆਪਣਾ ਆਪਣਾ ਘਰ ਉਸਾਰ ਲਿਆ। ਸਾਨੂੰ ਤਿੰਨਾਂ ਭਰਾਵਾਂ ਨੂੰ ਸਭ ਤੋਂ ਵੱਧ ਖੁਸ਼ੀ ਇਸ ਗੱਲ ਦੀ ਸੀ ਕਿ ਅਸੀਂ ਆਪਸ 'ਚ ਖੜਕਦੇ ਭਾਂਡਿਆਂ ਨੂੰ ਟੁੱਟਣ ਦੇਣਾ ਤਾਂ ਦੂਰ ਦੀ ਗੱਲ, ਉਹਨਾਂ ਨੂੰ ਚਿੱਬ ਵੀ ਨਹੀਂ ਸੀ ਪੈਣ ਦਿੱਤਾ। ਮੈਨੂੰ ਅਜੇ ਵੀ ਪੂਰੀ ਤਰ੍ਹਾਂ ਯਾਦ ਹੈ ਜਦ ਮੇਰੇ ਦੋਵੇਂ ਭਰਾ ਸਾਨੂੰ ਛੱਡ ਆਪੋ ਆਪਣੇ ਮਕਾਨਾਂ 'ਚ ਜਾਣ ਲੱਗੇ ਤਾਂ ਅਸੀਂ ਇੱਕ ਦੂਜੇ ਦੇ ਗਲ ਲੱਗ ਕੇ ਕਿੰਨਾ ਹੀ ਚਿਰ ਰੋਂਦੇ ਰਹੇ ਸੀ। ਇਹਨਾਂ ਯਾਦਾਂ ਬਾਰੇ ਸੋਚ ਕੇ ਅੱਜ ਵੀ ਮੈਂ ਕਈ ਵਾਰ ਇੰਨਾ ਜ਼ਿਆਦਾ ਪਰੇਸ਼ਾਨ ਹੋ ਜਾਂਦਾ ਕਿ ਅਸੀਂ 3 ਭਰਾ ਤਾਂ ਇੱਕ ਦੂਜੇ ਤੋਂ ਕੁਝ ਕੁ ਮੀਟਰ ਦੀ ਦੂਰੀ ਤੇ ਬਸੇਰਾ ਕਰਨ ਲਈ ਗਏ ਤਾਂ ਸਾਡਾ ਇੰਨਾ ਬੁਰਾ ਹਾਲ ਹੋ ਗਿਆ। ਪਰ ਭਾਰਤ ਵੰਡ ਵੇਲੇ ਆਮ ਲੋਕਾਂ ਨੇ ਆਪਣੀ ਮਾਂ ਭੂਮੀ ਤੇ ਆਪਣਿਆਂ ਨੂੰ ਛੱਡਣ ਦੀ ਪੀੜ ਕਿਵੇਂ ਹੰਢਾਈ ਹੋਏਗੀ, ਉਹਨਾਂ ਦੇ ਮਨ ਦੀ ਹਾਲਤ ਕੀ ਹੋਏਗੀ। ਆਪਣੇ ਭਰਾਵਾਂ ਨੂੰ ਆਪਣੇ ਮਕਾਨ ਬਣਾਉਂਦੇ ਵਕਤ ਕਦੇ ਮਿਸਤਰੀਆਂ ਮਜ਼ਦੂਰਾਂ ਦੇ ਮਗਰ, ਕਦੇ ਰੇਤ ਦੀਆਂ ਟਰਾਲੀ ਵਾਲਿਆਂ ਦੇ ਮਗਰ, ਕਦੇ ਸੀਮੈਂਟ ਵਾਲਿਆਂ ਦੇ, ਕਦੇ ਪੱਥਰ ਵਾਲਿਆਂ ਦੇ ਮਗਰ ਭੱਜਦੇ ਵੇਖ ਕੇ ਮੇਰੇ ਮਨ 'ਚ ਇੱਕ ਡਰ ਬੈਠ ਗਿਆ ਸੀ। ਇਹ ਡਰ ਇਹ ਕਿ ਦੋਵੇਂ ਤਾਂ ਸਕੂਲ ਸਮੇਂ ਤੋਂ ਬਾਅਦ ਵਿਹਲੇ ਹੁੰਦੇ ਸਨ, ਇਸ ਲਈ ਇਹਨਾਂ ਨੇ ਇੰਨੀ ਭੱਜ ਦੌੜ ਕਰ ਲਈ। ਪਰ ਮੇਰਾ ਖਹਿੜਾ ਤਾਂ ਕਿਤਾਬਾਂ ਤੋਂ ਇਲਾਵਾ ਵੱਖ-ਵੱਖ ਸਾਹਿਤ ਸਭਾਵਾਂ ਦੇ ਸਮਾਗਮ ਹੀ ਨਹੀਂ ਛੱਡਦੇ। ਇਸ ਲਈ ਮੇਰੇ ਵਰਗੇ ਆਦਮੀ ਲਈ ਆਪਣਾ ਮਕਾਨ ਆਪ ਬਣਾਉਣਾ ਅਸੰਭਵ ਕੰਮ ਹੈ। ਹੁਣ ਜਦ ਮੇਰੇ ਦੋਵੇਂ ਭਰਾ ਆਪੋ ਆਪਣੇ ਘਰਾਂ 'ਚ ਵਸੇ ਹੋਏ ਹਨ ਤਾਂ ਮੈਨੂੰ ਲੱਗਣ ਲੱਗ ਪਿਆ ਕਿ ਮੇਰਾ ਵੀ ਆਪਣਾ ਘਰ ਹੋਣਾ ਚਾਹੀਦਾ ਹੈ। ਬਸ ਮੇਰੀ ਇੱਕੋ ਕਮਜ਼ੋਰੀ ਮੇਰਾ ਰਾਹ ਰੋਕ ਰਹੀ ਸੀ ਕਿ ਜਾਂ ਤਾਂ ਮੈਂ ਪੜ੍ਹਨਾ ਲਿਖਣਾ ਛੱਡ ਕੇ ਮਕਾਨ ਬਣਾਉਣ ਲੱਗ ਜਾਵਾਂ ਜਾਂ ਫਿਰ ਕੋਈ ਬਣਿਆ ਬਣਾਇਆ ਮਕਾਨ ਖਰੀਦ ਲਵਾਂ। ਮੇਰੇ ਮਨ ਨੂੰ ਦੂਜੀ ਯੋਜਨਾ ਬਹੁਤ ਭਾ ਗਈ। ਮੈਂ ਬਣਿਆ ਬਣਾਇਆ ਮਕਾਨ ਲੱਭਣਾ ਸ਼ੁਰੂ ਕਰ ਦਿੱਤਾ। ਕੁਝ ਕੁ ਦਿਨਾਂ 'ਚ ਹੀ ਮੈਨੂੰ ਆਪਣੇ ਦੋਵਾਂ ਭਰਾਵਾਂ ਦੇ ਘਰਾਂ ਦੇ ਬਿਲਕੁਲ ਵਿਚਕਾਰ ਵਾਲੀ ਗਲੀ ਵਿੱਚ ਇੱਕ ਦੋ ਸੜਕੇ ਵਿਕਾਊ ਮਕਾਨ ਦੀ ਦੱਸ ਪੈ ਗਈ। ਭਾਵੇਂ ਕਿ ਇਹਦਾ ਰਕਬਾ ਮੇਰੇ ਦੁਆਰਾ ਸੋਚੇ ਗਏ ਆਦਰਸ਼ ਮਕਾਨ ਤੋਂ ਕੁਝ ਕੁ ਘੱਟ ਸੀ, ਪਰ ਇਸ ਮਕਾਨ ਦੇ 2 ਸੜਕਾਂ ਹੋਣ ਕਾਰਨ ਮੈਨੂੰ ਥੋੜ੍ਹਾ ਜਿਹਾ ਸਮਝੌਤਾ ਕਰਨਾ ਪੈ ਗਿਆ ਸੀ। ਦਲਾਲ ਨੇ ਕਈ ਦਿਨ ਗੱਲ ਚੱਲਦੀ ਰੱਖੀ। ਸਾਨੂੰ ਇਹ ਮਕਾਨ ਕੁਝ ਮਹਿੰਗਾ ਲੱਗ ਰਿਹਾ ਸੀ, ਪਰ ਵੇਚਣ ਵਾਲਿਆਂ ਨੂੰ ਇਹ ਅਜੇ ਵੀ ਸਸਤਾ ਭਾਸ ਰਿਹਾ ਸੀ। ਹੁਣ ਮੇਰੀ ਅਗਲੀ ਸਮੱਸਿਆ ਇਹ ਸੀ ਕਿ ਮੇਰੇ ਭਰਾਵਾਂ ਨੇ ਤਾਂ ਮਕਾਨ ਬਣਾਉਣ ਲਈ ਵੱਖ-ਵੱਖ ਬੈਂਕਾਂ ਤੋਂ ਕਰਜ਼ਾ ਲੈ ਲਿਆ ਸੀ ਤੇ ਉਹਨਾਂ ਨੇ ਉਹ ਕਰਜ਼ਾ ਹੌਲੀ-ਹੌਲੀ ਕਿਸ਼ਤਾਂ 'ਚ ਲਾਉਣਾ ਸੀ, ਪਰ ਮੈਨੂੰ ਆਪਣੇ ਮਕਾਨ ਖਰੀਦਣ ਲਈ ਸਾਰੀ ਦੀ ਸਾਰੀ ਰਕਮ ਇੱਕੋ ਵਾਰੀ ਇਕੱਠੀ ਕਰਕੇ ਮਾਲਕ ਨੂੰ ਦੇਣੀ ਪੈਣੀ ਸੀ ਤੇ ਮੇਰੇ ਕੋਲ ਬਣਦੀ ਰਕਮ ਦਾ ਚੌਥਾ ਕੁ ਹਿੱਸਾ ਹੀ ਨਕਦੀ ਦੇ ਰੂਪ 'ਚ ਮੌਜੂਦ ਸੀ। ਬਾਕੀ ਸਾਰੇ ਦਾ ਸਾਰਾ ਤਾਂ ਮੈਨੂੰ ਆਪਣੇ ਰਿਸ਼ਤੇਦਾਰਾਂ ਜਾਂ ਫਿਰ ਦੋਸਤਾਂ ਮਿੱਤਰਾਂ ਕੋਲੋਂ ਫੜਨਾ ਪੈਣਾ ਸੀ। ਮੁੱਖ ਸਮੱਸਿਆ ਉਧਾਰ ਫੜਨ ਦੀ ਨਹੀਂ, ਸਗੋਂ ਉਹਨੂੰ ਵੇਲੇ ਸਿਰ ਮੋੜਨ ਦੀ ਸੀ। ਪਤਾ ਨਹੀਂ ਮੇਰੀ ਖੁਸ਼ਕਿਸਮਤੀ ਸੀ ਜਾਂ ਫਿਰ ਮੇਰਾ ਵਿਹਾਰ ਹੀ ਸੀ ਕਿ ਜਿਸ ਕਿਸੇ ਨੂੰ ਵੀ ਸਵਾਲ ਪਾਇਆ ਉਹਨੇ ਮੈਨੂੰ ਜਵਾਬ ਨਹੀਂ ਦਿੱਤਾ। ਸਗੋਂ ਜਦ ਮੈਂ ਅਗਲੇ ਨੂੰ ਟਣਕਾਉਣ ਲਈ ਆਖ ਦਿੰਦਾ ਸੀ ਕਿ ਜੇ ਮੈਂ ਮਿੱਥੇ ਵੇਲੇ ਤੇ ਪੈਸੇ ਨਾ ਮੋੜ ਸਕਿਆ ਜਾਂ ਫਿਰ ਮੁੱਕਰ ਗਿਆ ਤਾਂ ਤੁਸੀਂ ਕਿਹਦੀ ਮਾਂ ਨੂੰ ਮਾਸੀ ਆਖੋਗੇ, ਤੇ ਉਹਨਾਂ 'ਚੋਂ ਬਹੁਤਿਆਂ ਦਾ ਇਹੀ ਉੱਤਰ ਸੀ, ਯਾਰ ਤੂੰ ਸਾਡੇ ਦੁੱਖ ਦੇ ਵੇਲੇ ਇੰਨਾ ਜ਼ਿਆਦਾ ਕੰਮ ਆਇਆ ਕਿ ਜੇ ਤੂੰ ਇੰਨੇ ਕੁ ਪੈਸੇ ਲੈ ਕੇ ਮੁੱਕਰ ਵੀ ਜਾਏਂਗਾ ਤਾਂ ਸਾਨੂੰ ਭੋਰਾ ਭਰ ਅਫਸੋਸ ਨਹੀਂ ਹੋਣ ਲੱਗਾ, ਸਗੋਂ ਦਿਲ ਤੋਂ ਬੋਝ ਹੀ ਲੱਥੂਗਾ ਕਿ ਅਸੀਂ ਤੇਰੇ ਕਿਸੇ ਕੰਮ ਤਾਂ ਆ ਸਕੇ ਹਾਂ।
ਪਹਿਲਾਂ ਤਾਂ ਮੈਨੂੰ ਇਹ ਗੱਲਾਂ ਕੁਝ ਚਿਕਨੀਆਂ ਚੋਪੜੀਆਂ ਲੱਗਦੀਆਂ ਰਹੀਆਂ, ਪਰ ਜਦ ਰਜਿਸਟਰੀ ਕਰਾਉਣ ਦਾ ਮਿੱਥਿਆ ਦਿਨ ਆਉਣ ਤੋਂ 2 ਦਿਨ ਪਹਿਲਾਂ ਸਾਡੇ ਘਰ ਸੌਦੇ ਲਈ ਮਿੱਥੀ ਗਈ ਰਕਮ ਤੋਂ ਵੀ ਵੱਧ ਪੈਸੇ ਜਮ੍ਹਾਂ ਹੋ ਗਏ ਤਾਂ ਮੈਨੂੰ ਪੂਰੀ ਸਮਝ ਆ ਗਈ ਕਿ ਜੇ ਅਸੀਂ ਬਿਨਾਂ ਕਿਸੇ ਸਵਾਰਥ ਤੋਂ ਲੋਕ ਸੇਵਾ ਕਰਦੇ ਹਾਂ ਤਾਂ ਲੋੜ ਵੇਲੇ ਲੋਕ ਵੀ ਤੁਹਾਡੇ ਬੜਾ ਕੰਮ ਆਉਂਦੇ ਹੈ। ਪੈਸੇ ਦੇਣ ਆਏ ਕਈ ਬੰਦਿਆਂ ਤੋਂ ਮੈਂ ਤੇ ਮੇਰੇ ਪਿਤਾ ਜੀ ਨੇ ਉਹਨਾਂ ਨੂੰ ਤਕਲੀਫ ਦੇਣ ਦੀ ਮਾਫੀ ਮੰਗ ਕੇ ਨਿਮਰਤਾ ਨਾਲ ਕਿਹਾ ਸੀ, ਜੇ ਕਿਸੇ ਬੁਰੇ ਸਮੇਂ 'ਚ ਅਸੀਂ ਕਿਸੇ ਨੂੰ ਦਿੱਤੇ ਗਏ ਸਮੇਂ ਤੇ ਪੈਸੇ ਮੋੜਨ 'ਚ ਅਸਮਰਥ ਹੋਏ ਤਾਂ ਉਹਨਾਂ ਤੋਂ ਕੁਝ ਕੁ ਸਮੇਂ ਲਈ ਮਦਦ ਜ਼ਰੂਰ ਲੈ ਲਾਂਗੇ। ਆਪਣੇ ਇੱਕ ਬੋਲ ਤੇ ਲੋੜ ਤੋਂ ਵੱਧ ਧਨ ਇਕੱਠਾ ਹੋ ਜਾਣਾ ਮੈਨੂੰ ਇੱਕ ਬਹੁਤ ਵੱਡੀ ਪ੍ਰਾਪਤੀ ਲੱਗ ਰਹੀ ਸੀ। ਇੱਕ ਸਧਾਰਨ ਜਿਹੇ ਬੰਦੇ ਦੁਆਰਾ ਕਿਸੇ ਲੋੜਵੰਦ ਰੋਗੀ ਨੂੰ ਆਪਣਾ ਕੁਝ ਕੁ ਖੂਨ ਦੇ ਦੇਣ ਜਾਂ ਫਿਰ 150 ਬੂਟੇ ਲਵਾ ਦੇਣ ਦਾ ਲੋਕ ਇੰਨਾ ਜ਼ਿਆਦਾ ਸਤਿਕਾਰ ਕਰਦੇ ਹੈ, ਇਸ ਗੱਲ ਦਾ ਅਹਿਸਾਸ ਮੈਨੂੰ ਉਹਨਾਂ ਦਿਨਾਂ 'ਚ ਹੋਇਆ। ਮੈਨੂੰ ਮਾਨਸਿਕ ਤਸੱਲੀ ਇਹ ਸੀ ਕਿ ਮੈਂ ਅਜਿਹੇ ਕਾਰਜ ਸਮੇਂ ਪੈਸੇ ਇਕੱਠੇ ਕਰਨ ਲਈ ਨਹੀਂ ਕੀਤੇ ਸੀ, ਸਗੋਂ ਆਪਣੀ ਨੈਤਿਕ ਜ਼ਿੰਮੇਵਾਰੀ ਨੂੰ ਸਮਝਦਿਆਂ ਕੀਤੇ ਸੀ। ਪਰ ਲੋਕ ਇਹਨਾਂ ਕੰਮਾਂ ਨੂੰ ਵੇਖ ਪਰਖ ਰਹੇ ਸਨ, ਇਸ ਲਈ ਉਹ ਸਭ ਮੇਰਾ ਘਰ ਦਾ ਸੁਪਨਾ ਪੂਰਾ ਕਰਨ ਲਈ ਆਪਣੇ ਵਿੱਤ ਮੁਤਾਬਕ ਮੇਰੀ ਮਾਇਕ ਮਦਦ ਕਰਨ ਲਈ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਆ ਖੜੇ ਸਨ। ਅੰਗ ਦੂਸਰਾ। ਰਜਿਸਟਰੀ ਕਰਾਉਣ ਦਾ ਦਿਨ ਆ ਟੁੱਕਾ ਤਾਂ ਪ੍ਰਕਿਰਿਆ ਸ਼ੁਰੂ ਹੋ ਗਈ। ਘਰ ਵੇਚਣ ਵਾਲੀਆਂ 3 ਔਰਤਾਂ ਸਨ, ਇੱਕ ਮਾਂ, 2 ਧੀਆਂ। ਰਜਿਸਟਰੀ ਹੋਣ ਤੋਂ ਪਹਿਲਾਂ ਹੀ ਉਹਨਾਂ ਨੇ ਮੇਰੀਆਂ ਮਿੰਨਤਾਂ ਕਰਨੀਆਂ ਸ਼ੁਰੂ ਕਰਤੀਆਂ ਕਿ ਸਾਡੇ ਤੋਂ ਅਜੇ ਰਿਹਾਇਸ਼ ਦਾ ਪ੍ਰਬੰਧ ਨਹੀਂ ਹੋ ਸਕਿਆ, ਇਸ ਲਈ ਕਬਜ਼ਾ ਛੱਡਣ ਲਈ 10-15 ਦਿਨ ਦਾ ਸਮਾਂ ਦੇ ਦਿੱਤਾ ਜਾਏ। ਦੋਵਾਂ ਜੀਆਂ ਦੀ ਕੁੱਲ ਤਨਖਾਹ ਦਾ 15 ਗੁਣਾ ਤੋਂ ਵੱਧ ਪੈਸਾ ਉਧਾਰਾ ਮਿਲ ਜਾਣ ਕਰਕੇ ਮੈਂ ਤਿੜਿਆਈ 'ਚ ਆਇਆ ਫੜ ਮਾਰ ਬੈਠਾ ਸੀ। ਆਂਟੀ ਜੀ, ਤੁਸੀਂ ਫਿਕਰ ਨਾ ਕਰੋ, 15 ਦਿਨ ਤੱਕ ਹੀ ਤੁਸੀਂ ਮਹੀਨਾ ਚਾਹੋ 2 ਮਹੀਨੇ ਬੈਠੇ ਰਹੋ, ਐਵੇਂ ਤੰਗ ਨਾ ਹੋਇਓ, ਆਰਾਮ ਨਾਲ ਮਕਾਨ ਲੱਭੋ। ਮੇਰੀ ਇਸ ਦਰਿਆ ਦਿਲੀ ਦਾ ਜਦ ਮੇਰੇ ਨਾਲ ਰਜਿਸਟਰੀ ਕਰਾਉਣ ਆਏ ਮੇਰੇ ਘਰਦਿਆਂ ਨੂੰ ਪਤਾ ਲੱਗਾ ਤਾਂ ਮੇਰੇ ਨਾਲ ਗੁੱਸੇ ਹੋਣ ਲੱਗ ਪਏ ਕਿ ਤੂੰ ਸਾਡੇ ਤੋਂ ਬਿਨਾਂ ਪੁੱਛੇ ਕਿਹੜੀ ਜ਼ੁਬਾਨ ਕਰ ਬੈਠਾ। ਅੰਦਰੋਂ ਤਾਂ ਮੈਂ ਵੀ ਡਰ ਗਿਆ, ਪਰ ਮੈਂ ਆਪਣਾ ਪੱਖ ਮਜ਼ਬੂਤ ਕਰਨ ਲਈ ਐਵੇਂ ਹੀ ਆਖੀ ਜਾ ਰਿਹਾ ਸੀ, ਆਏ ਨਹੀਂ ਕੋਈ ਕਿਸੇ ਨਾਲ ਧੋਖਾ ਕਰਦਾ ਹੁੰਦਾ, ਤੁਸੀਂ ਆਪ ਹੀ ਦੱਸੋ, ਆਪਾਂ ਅੱਜ ਤੱਕ ਜ਼ੁਬਾਨ ਦਾ ਖੱਟਿਆ ਹੀ ਖਾ ਰਹੇ ਹਾਂ। ਨਹੀਂ ਤਾਂ ਮੇਰੇ ਪੱਲੇ ਕੀ ਸੀ ਜਿਹੜਾ ਇਸ ਮਕਾਨ ਨੂੰ ਖਰੀਦਣ ਲਈ ਇੰਨੇ ਪੈਸੇ ਤੇ ਉਹ ਵੀ ਉਧਾਰੇ ਇਕੱਠੇ ਕਰ ਲੈਂਦਾ। ਇੰਨੀਆਂ ਤਾਂ ਠੀਕਰੀਆਂ ਵੀ ਇਕੱਠੀਆਂ ਕਰਨੀਆਂ ਔਖੀਆਂ ਹੁੰਦੀਆਂ ਨੇ। ਤੇ ਮੇਰੀ ਇਹ ਫਿੱਕੀ ਜੀ ਦਲੀਲ ਸੁਣ ਕੇ ਮੇਰੇ ਘਰ ਦੇ ਤਾਂ ਚੁੱਪ ਕਰ ਗਏ, ਪਰ ਮੈਨੂੰ ਆਪਣੀ ਦਿੱਤੀ ਹੋਈ ਇਸ ਜ਼ੁਬਾਨ ਤੇ ਝੋਰਾ ਜ਼ਰੂਰ ਲੱਗਣ ਲੱਗ ਪਿਆ। ਘਰਦਿਆਂ ਦਾ ਤਜਰਬਾ ਤੇ ਮੇਰਾ ਇਹ ਡਰ ਉਸ ਵਕਤ ਸੱਚਾ ਸਾਬਤ ਹੋਇਆ ਜਦ ਮੇਰਾ ਇੱਕ ਰਿਸ਼ਤੇਦਾਰ ਆਪਣੇ ਪਰਿਵਾਰ ਸਮੇਤ ਮੇਰੇ ਨਵੇਂ ਖਰੀਦੇ ਮਕਾਨ ਨੂੰ ਵੇਖਣ ਲਈ ਆ ਗਿਆ। ਗੱਲਾਂ ਕਰਦੇ ਕਰਦੇ ਅਸੀਂ ਸਾਰੇ ਜਣੇ ਆਪਣੇ ਨਵੇਂ ਘਰ ਪੁੱਜ ਗਏ। ਅਸੀਂ ਬਾਹਰੋਂ ਦਰਵਾਜ਼ਾ ਖੜਕਾਉਂਦੇ ਰਹੇ ਪਰ ਕੋਈ ਵੀ ਬੂਹਾ ਖੋਲ ਨਹੀਂ ਸੀ ਰਿਹਾ। 7-8 ਮਿੰਟ ਬਾਅਦ ਬੂਹਾ ਖੁੱਲਿਆ ਤੇ ਅਸੀਂ ਅੰਦਰ ਵੜ ਸਕੇ। ਅੰਦਰ ਵੜਦਿਆਂ ਘਰ ਦੀ ਹਾਲਤ ਵੇਖ ਕੇ ਮੇਰੇ ਤਾਂ ਆਸਾਨ ਹੀ ਮਾਰੇ ਗਏ। ਜਿਹੜਾ ਘਰ ਕਦੇ ਸ਼ੀਸ਼ੇ ਵਾਂਗ ਲਿਸ਼ਕਿਆ ਪੁਸ਼ਕਿਆ ਰਹਿੰਦਾ ਸੀ, ਉਸ ਵਿੱਚ ਅੰਤਾਂ ਦਾ ਗੰਦ ਤੇ ਖਿਲਾਰਾ ਪਿਆ ਸੀ। ਖੈਰ ਇਹ ਤਾਂ ਕੋਈ ਵੱਡੀ ਗੱਲ ਨਹੀਂ ਸੀ ਕਿ ਵੇਚਣ ਵਾਲਿਆਂ ਦਾ ਇਸ ਘਰ ਨਾਲੋਂ ਮੋਹ ਟੁੱਟ ਚੁੱਕਾ ਸੀ, ਇਸ ਲਈ ਉਹ ਇਹਦੀ ਸਫਾਈ ਨਹੀਂ ਕਰਦੇ ਸੀ। ਪਰ ਜਿਹੜੀ ਗੱਲ ਜੱਗੋਂ 13ਵੀਂ ਹੋਈ ਕਿ ਉਹਨਾਂ ਨੇ ਵਿਹੜੇ ਵਿਚਲਾ ਵਾਸ਼ ਬੇਸਨ ਥਾਂ ਥਾਂ ਲੱਗੀਆਂ ਹੋਈਆਂ ਸਾਰੀਆਂ ਟੂਟੀਆਂ, ਦਰਵਾਜ਼ਿਆਂ ਨੂੰ ਲੱਗੇ ਜਿੰਦਰੇ ਤੱਕ ਵੀ ਪੁੱਟ ਲਏ ਸਨ। ਧਿਆਨ ਨਾਲ ਵੇਖਣ ਤੇ ਪਤਾ ਲੱਗਾ ਕਿ ਉਹਨਾਂ ਨੇ ਤਾਂ ਕੱਪੜੇ ਸੁੱਕਣੇ ਪਾਉਣ ਵਾਲੀਆਂ ਤਾਰਾਂ ਤੇ ਲੋਹੇ ਦੀਆਂ ਪੱਤੀਆਂ ਤੱਕ ਵੀ ਪੁੱਟ ਲਈਆਂ। ਕੰਧਾਂ ਉੱਤੇ ਇਹਨਾਂ ਦੇ ਨਿਸ਼ਾਨ ਤੇ ਮੂਰੀਆਂ ਜਲਿਆਂਵਾਲੇ ਬਾਗ 'ਚ ਚੱਲੀਆਂ ਹੋਈਆਂ ਗੋਲੀਆਂ ਦੇ ਨਿਸ਼ਾਨਾਂ ਵਾਂਗ ਗਵਾਹੀ ਭਰ ਰਹੀਆਂ ਸਨ। ਇਹ ਮੇਰਾ ਪਹਿਲਾ ਸਬਕ ਸੀ ਕਿ ਜਦ ਤੁਸੀਂ ਕਿਸੇ ਨੂੰ ਆਪਣੀ ਜ਼ਿੰਦਗੀ ਭਰ ਦੀ ਕਮਾਈ ਨਗਦ ਰੂਪ 'ਚ ਫੜਾ ਦਿੰਦੇ ਹੋ ਤਾਂ ਉਸ ਤੇ ਕਦੀ ਵੀ ਯਕੀਨ ਨਾ ਕਰੋ। ਜੇ ਉਸ ਦਿਨ ਮੇਰਾ ਆਪਣੇ ਉਸ ਘਰ ਗੇੜਾ ਨਾ ਵੱਜਦਾ ਤੇ ਮੈਂ ਦਲਾਲ ਨੂੰ ਸਖਤ ਤੋਂ ਲੰਬਾ ਨਾ ਦੇ ਦਿੱਤਾ ਹੁੰਦਾ ਤਾਂ ਸ਼ਾਇਦ ਉਹਨਾਂ ਦੇ ਕਬਜ਼ੇ ਕੁੰਡਿਆਂ ਦੇ ਨਾਲ ਟੁੱਟੇ ਜਿਹੇ ਦਰਵਾਜ਼ੇ ਵੀ ਪੁੱਟ ਕੇ ਲੈ ਜਾਣੇ ਸੀ। ਬੜੀ ਲੰਬੀ ਉਡੀਕ ਬਾਅਦ ਉਹ ਦਿਨ ਵੀ ਆ ਗਿਆ ਜਿਸ ਦਿਨ ਉਹਨਾਂ ਨੇ ਮਕਾਨ ਦਾ ਕਬਜ਼ਾ ਛੱਡਣਾ ਸੀ। ਮੇਰੇ ਲਈ ਤਾਂ ਇਸ ਦਿਨ ਦੀ ਉਡੀਕ ਈਦ ਦੀ ਉਡੀਕ ਤੋਂ ਵੀ ਵੱਧ ਲੰਬੀ ਹੋ ਚੁੱਕੀ ਸੀ, ਕਿਉਂਕਿ 10-15 ਦਿਨ ਹੋਰ, ਬਸ 5-10 ਦਿਨ ਹੋਰ ਕਰਦਿਆਂ ਉਹਨਾਂ ਨੇ ਮਿੱਥੇ ਦਿਨ ਤੋਂ 3 ਮਹੀਨੇ ਹੋਰ ਉੱਪਰ ਦੀ ਲੰਘਾਤੇ। ਸਾਡੇ ਰਿਸ਼ਤੇਦਾਰ ਤਾਂ ਕੀ ਸਭ ਮੁਹੱਲੇ ਵਾਲੇ ਵੀ ਹੈਰਾਨ ਸੀ ਕਿ ਇਹ ਕਿਹੋ ਜਿਹੇ ਬੰਦੇ ਹੈ ਜੋ ਅਜਿਹੀਆਂ ਔਰਤਾਂ ਤੇ ਵਿਸ਼ਵਾਸ ਕੀਤੀ ਬੈਠੇ ਹੈ, ਜਿਨ੍ਹਾਂ ਨੂੰ ਕੋਈ ਸੇਰ ਆਟਾ ਵੀ ਉਧਾਰ ਨਹੀਂ ਦਿੰਦਾ। ਇਹ ਲੱਖਾਂ ਦਾ ਮਕਾਨ ਉਹਨਾਂ ਨੂੰ ਛੱਡੀ ਬੈਠੇ ਹੈ। ਇਹੀ ਕਾਰਨ ਸੀ ਜਦ ਲੰਮੇ ਸਮੇਂ ਬਾਅਦ ਉਹ ਮਕਾਨ ਵਿਹਲਾ ਕਰਕੇ ਗਈਆਂ ਤਾਂ ਸਾਡੇ ਇੱਕ ਗੁਆਂਢੀ ਨੇ ਮੈਨੂੰ ਆਖਿਆ, ਮਾਸਟਰ ਜੀ, ਕੱਢ ਹੀ ਦਿੱਤੀ ਚੱਪੜ 'ਚੋਂ ਮੱਝ। ਕੋਈ ਗੱਲ ਨਹੀਂ ਅੰਕਲ ਜੀ, ਜੇ ਵਿਚਾਰੀਆਂ 4 ਦਿਨ ਰਹਿ ਗਈਆਂ ਤਾਂ ਆਪਣਾ ਕੀ ਲੈ ਗਈਆਂ ਨੇ, ਕੀ ਫਰਕ ਪੈਂਦਾ, ਪਹਿਲਾਂ ਵੀ ਤਾਂ ਉਹੀ ਰਹਿੰਦੀਆਂ ਰਹੀਆਂ ਨੇ। ਮੈਂ ਉਹਦੀ ਘਰੋੜਵੀਂ ਤੇ ਟਿਚਰੀ ਗੱਲ ਦੀ ਥਾਂ ਗੰਭੀਰਤਾ ਨਾਲ ਮੋੜਾ ਦਿੱਤਾ ਸੀ। ਅੰਗ ਤੀਸਰਾ। ਇਹ ਮਕਾਨ ਮੁਰੰਮਤ ਭਾਲਦਾ ਸੀ, ਪਰ ਅਸੀਂ ਇਸ ਮਕਾਨ ਨੂੰ ਕਾਫੀ ਦੇਰ ਛੇੜਿਆ ਤੱਕ ਨਾ, ਕਿਉਂਕਿ ਅਜੇ ਮੈਂ ਬਹੁਤ ਸਾਰਾ ਉਧਾਰ ਲਿਆ ਹੋਇਆ ਨਵਾਂ ਮੋੜਨਾ ਸੀ।
ਇਸ ਲਈ ਮੈਂ ਹੋਰ ਕਰਜ਼ਾ ਨਹੀਂ ਚੁੱਕ ਸਕਦਾ ਸੀ। ਇਸ ਘਰ 'ਚ ਸ਼ਾਂਤੀ ਬਹੁਤ ਸੀ ਤੇ ਮੈਨੂੰ ਨਵੇਂ ਮਕਾਨ ਦਾ ਚਾਅ ਵੀ ਸੀ। ਇਸ ਲਈ ਤਕਰੀਬਨ 3-4 ਮਹੀਨੇ ਮੈਂ ਇਸ 'ਚ ਲਿਖਣ ਪੜ੍ਹਨ ਦਾ ਕੰਮ ਹੀ ਕਰਦਾ ਰਿਹਾ। 2-3 ਵਾਰ ਭਰਵਾਂ ਮੀਂਹ ਪਿਆ ਤਾਂ ਲੱਗਣ ਲੱਗਾ ਕਿ ਮਕਾਨ ਉੱਤੇ ਮਿਸਤਰੀ ਦਾ ਹੱਥ ਫਿਰਨਾ ਅਤ ਜ਼ਰੂਰੀ ਹੈ ਤੇ ਜੇ 1-2 ਮੀਂਹ ਹੋਰ ਪੈ ਗਏ ਤਾਂ ਕੋਈ ਨੁਕਸਾਨ ਵੀ ਹੋ ਸਕਦਾ ਹੈ। 1 ਜੂਨ ਤੋਂ ਸ਼ੁਰੂ ਹੋਣ ਵਾਲੀਆਂ ਗਰਮੀ ਦੀਆਂ ਛੁੱਟੀਆਂ ਦੇ ਹਿਸਾਬ ਨਾਲ ਮੈਂ 28 ਮਈ ਨੂੰ ਰਾਜ ਮਿਸਤਰੀ ਕੰਮ ਤੇ ਲਗਾਤੇ। ਉਹਨਾਂ ਨੇ ਮਕਾਨ ਦੀ ਟੁੱਟ ਭੱਜ ਦਾ ਅੰਦਰੋਂ ਬਾਹਰੋਂ ਟੀਪ ਟਪੱਲਾ ਕਰ ਦਿੱਤਾ। ਹੁਣ ਸਾਡੀ ਸਲਾਹ ਹੋਈ ਕਿ ਮਕਾਨ ਦੇ ਨਾਲ ਲੱਗਵੀਂ ਬਾਹਰ ਪਈ ਸਾਡੀ ਜਗ੍ਹਾ ਜਿੱਥੇ ਕਿ ਦਰਖਤ ਤੇ ਸਬਜ਼ੀਆਂ ਬੀਜੀਆਂ ਸੀ ਨੂੰ ਵੀ ਕੰਧ ਕਰਕੇ ਵਿੱਚ ਰਲਾ ਲਿਆ ਜਾਏ। ਇਸ ਤਰ੍ਹਾਂ ਹੋਣ ਨਾਲ ਗਲੀ 'ਚ ਮੀਂਹ ਦਾ ਪਾਣੀ ਭਰ ਕੇ ਨੀਂਹ 'ਚ ਜਾਣ ਦਾ ਰੇੜਕਾ ਮੁੱਕ ਜਾਣਾ ਸੀ ਤੇ ਮਕਾਨ ਦੀ ਮਿਆਦ 'ਚ ਵਾਧਾ ਹੋ ਜਾਣ ਤੇ ਨਾਲ ਇਹਨੇ ਸੁਰੱਖਿਅਤ ਵੀ ਹੋ ਜਾਣਾ ਸੀ। ਮੈਂ ਮਿਸਤਰੀ ਨਾਲ ਹੱਸਣ ਲੱਗ ਪਿਆ। ਵੇਖ ਲੈ ਸੁਰਜੀਤ ਸਿਆਂ, ਮਿਸਤਰੀ ਘਰੇ ਵਾੜਨੇ ਤਾਂ ਸੌਖੇ ਹੁੰਦੇ ਆ, ਕੱਢਣੇ ਬੜੇ ਔਖੇ। ਤੂੰ ਆ ਕੰਧ ਵਾਲਾ ਜੂੜ ਵੀ ਵੱਢ ਹੀ ਦੇ, ਨਾਲ ਲੱਗਵਾ। ਮਾਸਟਰ ਜੀ, ਇੱਕ ਘਰੇ ਮਿਸਤਰੀ ਖੁਰਲੀ ਬਣਾਉਣ ਲਈ ਗਿਆ ਸੀ। ਕੰਮ ਵੱਧਦਾ ਹੀ ਗਿਆ ਤੇ ਉਹ 3 ਕਮਰੇ ਪਾ ਕੇ ਹਟਿਆ ਸੀ। ਘਰ ਵਾਲਿਆਂ ਨੇ ਅੱਕ ਕੇ ਉਹਨੂੰ ਹਟਾ ਦਿੱਤਾ ਤੇ 2 ਰੋਸ਼ਨਦਾਨਾਂ ਦੀਆਂ ਧਾਰਾਂ ਲੱਗਣ ਵਾਲੀਆਂ ਰਹਿ ਗਈਆਂ, ਜਿਹੜੀਆਂ ਕਦੇ ਵੀ ਨਾ ਲੱਗੀਆਂ। ਹੁਣ ਤੁਸੀਂ ਕਰਵਾ ਹੀ ਲਓ ਜਿਹੜਾ ਕੰਮ ਕਰਵਾਉਣਾ, ਮਿਸਤਰੀ ਨੇ ਹਾਸੇ-ਹਾਸੇ 'ਚ ਆਪਣਾ ਤਜਰਬਾ ਦੱਸਿਆ। ਅਗਲੇ ਦਿਨ ਮੈਂ ਇੱਟਾਂ ਭੇਜਣ ਲਈ ਪੱਠੇ ਵਾਲੇ ਨੂੰ ਕਹਿ ਦਿੱਤਾ ਤੇ ਮਜ਼ਦੂਰਾਂ ਨੇ ਨੀਂਹ ਕੱਢਣੀ ਸ਼ੁਰੂ ਕਰਤੀ। ਅਜੇ ਨੀਂਹ ਅੱਧਾ ਪੌਣਾ ਫੁੱਟ ਪੁੱਟੀ ਹੋਏਗੀ ਕਿ ਗੁਆਂਢੀਆਂ ਦਾ ਮੁੰਡਾ ਆ ਗਿਆ। ਇਹ ਮੁੰਡਾ ਮੇਰਾ ਹਾਣੀ ਹੈ ਤੇ ਸਾਡੇ ਸ਼ਹਿਰ ਆਉਣ ਵੇਲੇ ਤੋਂ ਮੇਰਾ ਜਾਣੂ ਰਿਹਾ ਸੀ। ਸਾਡੀ ਦੁੱਖ ਸੁੱਖ ਦੀ ਥੋੜ੍ਹੀ ਬਹੁਤੀ ਸਾਂਝ ਵੀ ਸੀ। ਉਹ ਆਉਂਦਾ ਹੀ ਰੁੱਖੀ ਜਿਹੀ ਆਵਾਜ਼ 'ਚ ਬੋਲਿਆ, ਮਾਸਟਰ ਆ ਕੀ ਕਰੀ ਜਾਂਦੇ ਹੋ? ਯਾਰ ਇੱਧਰ ਮੀਂਹ ਦਾ ਪਾਣੀ ਇਕੱਠਾ ਹੋ ਕੇ ਨੀਂਹ 'ਚ ਵੜਦਾ ਸੀ। ਅਸੀਂ ਸੋਚਿਆ ਹੁਣ ਘਰ ਦੀ ਸਬਜ਼ੀ ਭਾਜੀ ਦਾ ਮੋਹ ਤਿਆਗ ਦੇਈਏ ਤੇ ਕੰਧ ਕਰਕੇ ਸਾਰੇ ਥਾਂ ਤੇ ਫਰਸ਼ ਲਾ ਦੇਈਏ। ਮੈਂ ਸਧਾਰਨ ਜਿਹਾ ਉੱਤਰ ਦਿੱਤਾ, ਇਹ ਕੰਧ ਤਾਂ ਨਹੀਂ ਹੋ ਸਕਦੀ, ਇਹ ਤਾਂ ਗਲੀ ਦੀ ਜਗ੍ਹਾ ਹੈ। ਉਹ ਗੁੱਸੇ ਨਾਲ ਬੋਲਿਆ, ਉਹ ਨਹੀਂ ਭਰਾਵਾ, ਇਹ ਤਾਂ ਸਾਡੀ ਜਗ੍ਹਾ ਹੈ। ਪਿਛਲੇ ਮਾਲਕ ਸਾਨੂੰ ਰਜਿਸਟਰੀ ਕਰਵਾ ਕੇ ਗਏ ਆ। ਮੈਂ ਕੁਝ ਸਖਤੇ 'ਚ ਆ ਗਿਆ। ਨਹੀਂ ਇਹ ਨਹੀਂ ਹੋ ਸਕਦਾ, ਕੰਮ ਰੋਕੋ, ਪਹਿਲਾਂ ਗੱਲ ਕਰਨੀ ਆ, ਆਖਦਾ ਉਹ ਆਪਣੇ ਘਰ ਵੱਲ ਨੂੰ ਤੁਰ ਗਿਆ। 2 ਕੁ ਮਿੰਟਾਂ 'ਚ ਆਪਣੇ ਮਾਂ ਤੇ ਪਿਓ ਨੂੰ ਲੈ ਕੇ ਮੁੜ ਆਇਆ। ਉਹ ਵੀ ਆਉਂਦੇ ਸਾਰ ਮੇਰੇ ਗਲ ਪੈ ਗਏ। ਮਜ਼ਦੂਰ ਵੀ ਕੁਝ ਸਹਿਮ ਗਏ। ਉਹਨਾਂ ਨੇ ਆਪਣਾ ਕੰਮ ਤਾਂ ਜਾਰੀ ਰੱਖਿਆ ਪਰ ਰਫ਼ਤਾਰ ਘਟਾ ਦਿੱਤੀ। ਉਹਨਾਂ ਦਾ ਸਾਰਾ ਧਿਆਨ ਸਾਡੇ ਹੋ ਰਹੀ ਜਿੱਦ ਜਦਾਈ ਵੱਲ ਹੋ ਗਿਆ। ਅੰਤ ਮੈਂ ਆਪਣੇ ਪਿਤਾ ਨੂੰ ਫੋਨ ਕੀਤਾ ਕਿ ਇੱਥੇ ਤਾਂ ਰੌਲਾ ਪੈ ਗਿਆ, ਉਹ ਮਕਾਨ ਦੀ ਰਜਿਸਟਰੀ ਲੈ ਕੇ ਆਉਣ। ਰੌਲੇ ਦਾ ਨਾਂ ਸੁਣ ਕੇ ਜਿਵੇਂ ਉਹਨਾਂ ਦੇ ਸਿਰ ਤੇ ਅਸਮਾਨ ਹੀ ਟੁੱਟ ਪਿਆ ਹੋਵੇ। ਉਹ ਝੱਟ ਦੇਣੇ ਰਜਿਸਟਰੀ ਦੀ ਕਾਪੀ ਲੈ ਕੇ ਆ ਗਏ। ਇੱਧਰ ਰੌਲਾ ਰੱਪਾ ਸੁਣ ਕੇ ਆਂਢੀ ਗੁਆਂਢੀ ਕੁਝ ਤਮਾਸ਼ਬੀਨ ਇਕੱਠੇ ਹੋਣੇ ਸ਼ੁਰੂ ਹੋ ਗਏ। ਵਾਹਵਾ ਸਾਰਾ ਇਕੱਠ ਹੋ ਗਿਆ। ਜਦ ਰਜਿਸਟਰੀ ਦੀ ਲਿਖਤੀ ਮਿਣਤੀ ਅਨੁਸਾਰ ਉਹਨਾਂ ਦੋਵਾਂ ਪਿਓ ਪੁੱਤਾਂ ਨੇ ਆਪਣੇ ਹੱਥਾਂ ਨਾਲ ਫੀਤਾ ਫੜ ਕੇ ਮਿਣਤੀ ਕੀਤੀ, ਇਹ ਬਿਲਕੁਲ ਸਹੀ ਨਿਕਲੀ। ਉੱਥੇ ਖੜੋਤੇ ਹੋਏ ਲੋਕ ਵੀ ਉਸ ਫੀਤੇ ਨੂੰ ਗੌਰ ਨਾਲ ਤੱਕ ਰਹੇ ਸੀ। ਇੰਨੇ 'ਚ ਇੱਕ ਉੱਚਾ ਲੰਮਾ ਨੌਜਵਾਨ ਸਿਰ ਤੇ ਪਰਨਾ ਬੰਨੀ ਮੁੱਛਾਂ ਚੜ੍ਹਦਾ ਮੌਕੇ ਤੇ ਆ ਗਿਆ ਤੇ ਰੌਲੇ ਦਾ ਕਾਰਨ ਪੁੱਛਣ ਲੱਗ ਪਿਆ। ਮੈਂ ਤਾਂ ਉਹਨੂੰ ਕਦੇ ਵੀ ਵੇਖਿਆ ਨਹੀਂ ਸੀ, ਪਰ ਉਹਦੇ ਆਉਣ ਨਾਲ ਪੈਂਦਾ ਰੌਲਾ ਕੁਝ ਸ਼ਾਂਤ ਹੋ ਗਿਆ। ਉਹ ਤਿੰਨੇ ਜਣੇ ਇਸ ਬਿਨਾਂ ਬੁਲਾਏ ਤੇ ਆਪੂ ਬਣੇ ਸਰਪੰਚ ਨੂੰ ਆਪਣਾ ਪੱਖ ਦੱਸਣ ਲੱਗ ਪਏ। ਗੱਲਾਂ 'ਚ ਉਹਨੇ ਮੈਨੂੰ ਦੱਸਤਾ ਕਿ ਉਹ ਪੁਲਿਸ ਵਿਭਾਗ 'ਚ ਹੌਲਦਾਰ ਹੈ ਤੇ ਹੁਣ ਤਾਇਨਾਤ ਵੀ SSP ਦਫ਼ਤਰ 'ਚ ਹੈ। ਤੇ ਜਦ ਮੈਂ ਉਹਨੂੰ ਆਪਣੇ ਸਰਕਾਰੀ ਮੁਲਾਜ਼ਮ ਹੋਣ ਬਾਰੇ ਦੱਸਿਆ, ਆਖਣ ਲੱਗਾ, ਮੈਂ ਜਾਣਦਾ ਤੈਨੂੰ ਚੰਗੀ ਤਰ੍ਹਾਂ, ਉਹ ਵੇਖ ਆਇਆ ਤਾਂ ਸਾਡਾ ਘਰ ਹੈ। ਮੈਨੂੰ ਮਹਿਸੂਸ ਹੋਇਆ ਕਿ ਇਹ ਬੰਦਾ ਹੰਢਿਆ ਵਰਤਿਆ ਲੱਗਦਾ ਹੈ, ਇਸ ਲਈ ਇਹ ਸਾਰੇ ਕਾਗਜ਼ ਪੱਤਰ ਵੇਖ ਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦੇਗਾ। ਉਹਨੇ ਮਿਸਤਰੀ ਤੋਂ ਫੀਤਾ ਫੜਿਆ, ਫਿਰ ਮਿਹਨਤੀ ਕਰਨ ਲੱਗ ਪਿਆ। ਜਦ ਸਾਰੀ ਮਿਹਨਤੀ ਇਸ ਵਾਰ ਵੀ ਸਹੀ ਨਿਕਲੀ ਤਾਂ ਆਖਣ ਲੱਗਾ, ਇਹੋ ਜਿਹੀਆਂ ਰਜਿਸਟਰੀਆਂ ਤਾਂ ਜਿੰਨੀਆਂ ਮਰਜ਼ੀ ਕਰਾ ਲਓ, ਇਹ ਤਾਂ ਜਾਲੀ ਰਜਿਸਟਰੀ ਹੈ। ਵੀਰੇ, ਇਹਦਾ ਇੰਤਕਾਲ ਵੀ ਹੋਇਆ ਹੈ, ਮੈਂ ਆਪਣੇ ਵੱਲੋਂ ਸਫਾਈ ਦਿੱਤੀ। ਤੈਨੂੰ ਦੱਸਿਆ ਨਾ, ਇਹੋ ਜਿਹੇ ਕਾਗਜ਼ ਤਾਂ ਮੈਂ ਮਲਕਾ ਚੌਂਕ ਦੇ ਬਣਵਾ ਦੇਣਾ। ਚੱਲ ਮੇਰੇ ਨਾਲ ਤੂੰ। ਕਾਗਜ਼ ਬਣਵਾ ਲਏ ਤਾਂ ਇਹਦਾ ਮਤਲਬ ਇਹ ਤਾਂ ਨਹੀਂ ਕਿ ਤੈਨੂੰ ਅਸੀਂ ਗਲੀ ਉੱਤੇ ਹੀ ਕਬਜ਼ਾ ਕਰਨ ਦੇ ਦੇਈਏ। ਉਹ ਰੋਬ ਨਾਲ ਪੁਲਸੀਆ ਅੰਦਾਜ਼ 'ਚ ਬੋਲਿਆ। ਬਾਈ ਜੀ, ਵੇਖੋ, ਗਲੀ 20 ਫੁੱਟ ਲਿਖੀ ਹੈ, ਰਜਿਸਟਰੀ 'ਚ ਤਾਂ ਇਹ ਸਪਸ਼ਟ ਬਚੀ ਜਾਂਦੀ ਹੈ। ਮੇਰੇ ਪਿਤਾ ਜੀ ਨੇ ਆਪਣੇ ਤੋਂ ਲਗਭਗ ਅੱਧੀ ਉਮਰ ਦੇ ਬੰਦੇ ਨੂੰ ਜੀ ਆਖਦਿਆਂ ਕਿਹਾ, ਤੁਹਾਨੂੰ ਦੱਸਿਆ ਤਾਂ ਹੈ, ਇਹੋ ਜਿਹੇ ਕਾਗਜ਼ ਤਾਂ ਬਥੇਰੇ ਰੁਲਦੇ ਫਿਰਦੇ ਆ ਥਾਣਿਆਂ 'ਚ। ਇਹ ਤਾਂ ਸਾਰਾ ਕੁਝ ਨਕਲੀ ਹੈ, ਤੁਸੀਂ ਆਪਣਾ ਕੰਮ ਰੋਕੋ। ਉਹ ਇੰਨੀ ਉੱਚੀ ਬੋਲਿਆ ਕਿ ਲਗਭਗ ਸਾਰੇ ਮਹੱਲੇ ਨੇ ਸੁਣ ਲਿਆ ਹੋਏਗਾ। ਹੁਣ ਭੀੜ ਪਹਿਲਾਂ ਨਾਲੋਂ ਵੀ ਵੱਧ ਚੁੱਕੀ ਸੀ। ਮੇਰਾ ਹੁਣ ਜਾਣੂ ਤੇ ਉਹਦਾ ਪਿਓ ਉਸ ਪੁਲਸੀਏ ਦੀ ਸ਼ਹਿ ਤੇ ਹੋਰ ਵੀ ਹੌਸਲੇ 'ਚ ਹੋ ਗਏ। ਉਹ ਸਿਰਫ ਇਹੀ ਬੋਲੀ ਜਾ ਰਹੇ ਸੀ ਕਿ ਅਸੀਂ ਨਹੀਂ ਗਲੀ ਤੇ ਕਬਜ਼ਾ ਹੋਣ ਦੇਣਾ, ਅਸੀਂ ਨਹੀਂ ਕਿਸੇ ਨੂੰ ਗਲੀ ਵੜਨ ਦੇਣੀ। ਇਹਨੇ ਨੂੰ ਮੇਰੇ ਜਾਣੂ ਦੀ ਮਾਂ ਬੜੀ ਮੋਮੋ ਠਗੜੀ ਜੀ ਬਣ ਕੇ ਆਖਣ ਲੱਗੀ, ਪੁੱਤ ਇਸ ਥਾਂ ਨੂੰ ਵੇਖ, ਸਾਰੇ ਮਹੱਲੇ ਵਾਲੇ ਕਿਵੇਂ ਵਰਤਦੇ ਆ। ਕਿਸੇ ਦੇ ਕੋਈ ਵਿਆਹ ਸ਼ਾਦੀ ਹੋਏਗਾ, ਟੈਂਟ ਲਾ ਲਊਗਾ। ਤੂੰ ਜਿੱਦ ਨਾ ਕਰ ਮੇਰਾ ਪੁੱਤ। ਆਂਟੀ, ਟੈਂਟ ਮੇਰੇ ਥਾਂ 'ਚ ਹੀ ਲਾਉਣਾ ਹੈ, ਹੋਰ ਥਾਂ ਨਹੀਂ ਦਿਸਦੀ, ਉੱਥੇ ਲਵਾ ਲਓ। ਹੋਰ ਥਾਵਾਂ ਤੇ ਟੈਂਟ ਨਹੀਂ ਲੱਗਦਾ ਕਿਤੇ, ਇਹ ਜਗ੍ਹਾ ਲੱਭੀ ਇਹ ਟੈਂਟ ਲਾਉਣ ਨੂੰ, ਮੈਂ ਹਰਖ ਨਾਲ ਆਖਿਆ। ਜਾ, ਅਸੀਂ ਨਹੀਂ ਵੜਨ ਦੇਣੀ ਤੈਨੂੰ ਇਹ ਜਗ੍ਹਾ, ਭਾਵੇਂ ਜ਼ੋਰ ਲਾ ਲੈ।
ਉਹ ਇੰਨਾ ਜ਼ਿਆਦਾ ਭੜਕ ਕੇ ਬੋਲੇ ਕਿ ਮੈਂ ਸੋਚ ਵੀ ਨਹੀਂ ਸੀ ਸਕਦਾ ਕਿ ਮੇਰੀ ਮਾਂ ਦੀ ਉਮਰ ਦੀ ਕੋਈ ਔਰਤ ਇਸ ਤਰ੍ਹਾਂ ਦੀ ਭਾਸ਼ਾ ਵੀ ਵਰਤ ਸਕਦੀ ਹੈ। ਉਹਦਾ ਆਪਣਾ ਸਕਾ ਪੁੱਤ ਤੇ ਘਰ ਵਾਲਾ ਸਾਹਮਣੇ ਖੜਾ ਹੋਣ ਦੇ ਬਾਵਜੂਦ ਉਹ ਗੁੰਡਿਆਂ ਵਾਲੀ ਭੱਦੀ ਸ਼ਬਦਾਵਲੀ ਬੇਝਿਜਕ ਹੋ ਕੇ ਬੋਲਣ ਲੱਗ ਪਈ। ਉਸ ਦੁਆਰਾ ਲੱਕ ਤੇ ਹੱਥ ਰੱਖ ਕੇ ਰੋਬ ਨਾਲ ਬੋਲਣ ਕਾਰਨ ਇੱਕ ਵਾਰ ਤਾਂ ਮੈਂ ਠਠੰਬਰ ਗਿਆ। ਮੇਰੇ ਜਾਣੂ ਦੇ ਪਿਓ ਨੇ ਇੱਕ ਹੋਰ ਹੀ ਚੁਰਲੀ ਛੱਡਤੀ। ਇਹ ਜਗ੍ਹਾ ਤਾਂ ਅਸੀਂ ਪੁਰਾਣੇ ਮਾਲਕਾਂ ਤੋਂ ਛੁਡਵਾਈ ਸੀ। ਪੁਰਾਣਾ ਮਾਲਕ ਤਾਂ ਆਹ ਵੇਖ ਰਜਿਸਟਰੀ ਕਰਾ ਕੇ ਗਿਆ, ਆਹ ਵੇਖ ਉਹ ਬੈਠਾ, ਨਾਲੇ ਸਾਰੀ ਗਿਣਤੀ ਮਿਣਤੀ ਵੀ ਲਿਖੀ ਹੋਈ ਹੈ। ਜੇ ਉਹਨੇ ਗਲੀ ਲਈ ਥਾਂ ਛੱਡੀ ਸੀ ਤਾਂ ਉਹ ਰਜਿਸਟਰੀ 'ਚ ਕਿਉਂ ਲਿਖਵਾ ਕੇ ਗਿਆ? ਮੈਂ ਪੁਰਾਣੀ ਰਜਿਸਟਰੀ ਦੀ ਫੋਟੋ ਕਾਪੀ 'ਚ ਉਸ ਡਾਕਟਰ ਦੀ ਫੋਟੋ ਵਿਖਾਉਂਦਿਆਂ ਸਵਾਲ ਕੀਤਾ। ਜਿਵੇਂ ਆਪਣੀ ਗਲੀ 'ਚ ਕੁੱਤਾ ਵੀ ਸ਼ੇਰ ਹੁੰਦਾ, ਉਵੇਂ ਉਹ ਆਪਣੇ ਜ਼ਿਆਦਾ ਗਿਣਤੀ 'ਚ ਹੋਣ ਕਰਕੇ ਬੇਥਵਾ ਬੋਲੀ ਜਾਣ ਕਰਕੇ ਸਾਡੇ ਦੋਵਾਂ ਤੇ ਹਾਵੀ ਹੋ ਗਏ ਤੇ ਆਪਣੀ ਇਸ ਅਣਸੱਦੀ ਪੰਚਾਇਤ 'ਚ ਸਾਨੂੰ ਝੂਠਾ ਕਰੀ ਜਾ ਰਹੇ ਸੀ। ਉਹਨਾਂ ਨੂੰ ਲੱਗ ਰਿਹਾ ਸੀ ਕਿ ਇਸ ਗਲੀ 'ਚ ਨਵੇਂ ਆਏ ਹੈ ਤੇ ਇਹਨਾਂ ਦੇ ਨਾਲ ਕਿਸੇ ਨੇ ਖੜਨਾ ਵੀ ਨਹੀਂ ਹੈ। ਇਸ ਲਈ ਸੱਚ ਨੂੰ ਜਾਣਦੇ ਹੋਣ ਦੇ ਬਾਵਜੂਦ ਉਹ ਜਾਣਬੁੱਝ ਕੇ ਘੋਗਲ ਕੰਨੇ ਬਣ ਗਏ। ਥਾਂ ਤਾਂ ਇਹਨਾਂ ਦਾ ਹੀ ਹੈ ਤੇ ਇਹਨਾਂ ਦਾ ਹੀ ਰਹਿਣਾ ਹੈ ਵਾਲੀਆਂ ਆਵਾਜ਼ਾਂ ਹੁਣ ਘਟ ਗਈਆਂ ਤੇ ਪੁਲਿਸ ਵਾਲੇ ਤੇ ਮੇਰੇ ਉਸ ਜਾਣੂ ਦੀਆਂ ਤਲਖ ਆਵਾਜ਼ਾਂ ਕੁਝ ਜ਼ਿਆਦਾ ਹੀ ਗੂੰਜਣ ਲੱਗ ਪਈਆਂ। ਸ਼ਾਇਦ ਕੁਝ ਕੁ ਸੱਚਾਈ ਨਾਲ ਖੜੇ ਹੋਏ ਬੰਦੇ ਵੀ ਡਰ ਗਏ, ਇਸ ਲਈ ਉਹਨਾਂ ਨੇ ਥਾਂ ਤਾਂ ਇਹਨਾਂ ਦੀ ਹੈ ਵਾਲੀ ਗੱਲ ਕਹਿਣੀ ਬੰਦ ਕਰ ਦਿੱਤੀ। ਮੈਨੂੰ ਅਜੇ ਤੱਕ ਸਮਝ ਨਹੀਂ ਲੱਗ ਰਹੀ ਕਿ ਅੱਤਵਾਦ ਦੇ ਕਾਲੇ ਦੌਰ 'ਚ ਇਕੱਲੇ ਕਈ ਹਥਿਆਰਬੰਦ ਅੱਤਵਾਦੀਆਂ ਦਾ ਮੁਕਾਬਲਾ ਕਰਨ ਵਾਲੇ ਮੇਰੇ ਪਿਤਾ ਜੀ ਨੇ ਪਤਾ ਨਹੀਂ ਮੈਨੂੰ ਕਿਵੇਂ ਇਹ ਹੁਕਮ ਚਾੜਤਾ ਸੀ, ਪੁੱਤ ਬੰਦ ਕਰਵਾ ਦੇਨੇ ਹੋ, ਆਪਾਂ ਲੜਾਈ ਨਹੀਂ ਕਰਨੀ। ਜੇ ਮਹੱਲੇ ਵਾਲੇ ਕਹਿੰਦੇ ਆ ਤਾਂ ਆਪਾਂ ਇਹ ਜਗ੍ਹਾ ਕਲੀ ਨੂੰ ਛੱਡ ਦਿੱਤੀ, ਆਪਾਂ ਨਹੀਂ ਲੜਾਈ ਕਰਨੀ, ਆਪਾਂ ਇਹਨਾਂ ਵਿੱਚ ਹੀ ਰਹਿਣਾ, ਬਸ ਕੰਮ ਬੰਦ ਕਰਵਾ ਦੇ। ਮੈਨੂੰ ਚਿੱਤੀ 'ਚ ਪਏ ਹੋਏ ਨੂੰ ਵੇਖ ਕੇ ਉਹਨਾਂ ਆਪਣਾ ਹੁਕਮ ਇੱਕ ਵਾਰ ਫਿਰ ਦੁਹਰਾਤਾ। ਮਿਸਤਰੀ ਨਿਉ ਬੰਦ ਕਰਵਾ ਦੇ, ਥਾਂ ਨੂੰ ਪੱਧਰ ਕਰ ਦੇ। ਪਿਤਾ ਜੀ ਵੱਲੋਂ ਇਹ ਹੁਕਮ ਇਸ ਤਰ੍ਹਾਂ ਦੇ ਅੰਦਾਜ਼ 'ਚ ਕੀਤਾ ਗਿਆ ਸੀ ਕਿ ਮਜ਼ਦੂਰ ਤੱਕ ਹੀ ਮੈਂ ਵੀ ਇਸ ਹੁਕਮੀ ਫੈਸਲੇ ਦਾ ਵਿਰੋਧ ਨਾ ਕਰ ਸਕਿਆ। ਮਜ਼ਦੂਰ ਤਾਂ ਜਿਵੇਂ ਤਿਆਰ ਹੀ ਖੜੇ ਸੀ। ਮੇਰੇ ਕੁਝ ਸੋਚਣ ਜਾਂ ਆਖਣ ਤੋਂ ਪਹਿਲਾਂ ਹੀ ਉਹਨਾਂ ਨੇ ਕਈਆਂ ਲੈ ਕੇ ਪੁੱਟੀ ਨੀਂਹ ਨੂੰ ਮਿੱਟੀ ਨਾਲ ਭਰਨਾ ਸ਼ੁਰੂ ਕਰਤਾ। ਆਪਣੇ ਲਈ ਕੁਝ ਹਫ਼ਤਿਆਂ ਤੱਕ ਗੱਲਾਂ ਤੇ ਚਸਕਿਆਂ ਦਾ ਮਸਾਲਾ ਲੈ ਕੇ ਤਮਾਸ਼ਬੀਨ ਤਾਂ ਆਪੋ ਆਪਣੇ ਰਾਹ ਪੈ ਗਏ, ਪਰ ਉਹ ਪੁਲਸੀਆ ਮੇਰਾ ਜਾਣੂ ਤੇ ਉਹਦੇ ਮਾਪਿਓ ਇਸ ਤਰ੍ਹਾਂ ਹੰਕਾਰੇ ਖੜੇ ਰਹੇ ਕਿ ਜੇ ਉਹਨਾਂ ਨੂੰ ਕਿਸੇ ਨੇ ਹੱਥ ਵੀ ਲਾਤਾ ਤਾਂ ਉਹ ਕੋਬਰੇ ਸੱਪ ਤੋਂ ਵੀ ਵੱਧ ਜ਼ਹਿਰ ਨਾਲ ਸਾਨੂੰ ਡੰਗ ਹੀ ਨਹੀਂ ਸਗੋਂ ਪਾੜ ਖਿਲਾਰ ਦੇਣਗੇ। ਮੇਰੇ ਦਿਮਾਗ 'ਚ ਇੱਕ ਉਤਰ ਰਹੀ ਸੀ, ਪਰ ਪਿਤਾ ਜੀ ਦੇ ਫੈਸਲੇ ਦਾ ਨਾ ਮੈਂ ਵਿਰੋਧ ਕਰ ਸਕਦਾ ਸੀ ਤੇ ਨਾ ਹੀ ਉਹਨਾਂ ਦੇ ਅੱਗੇ ਬੋਲ ਸਕਦਾ ਸੀ। ਮੈਂ ਕੌੜਾ ਘੁੱਟ ਭਰ ਕੇ ਰਹਿ ਗਿਆ ਸੀ। ਮੇਰੇ ਮਨ 'ਚ ਆਪਣੇ ਨਵੇਂ ਬਣੇ ਦੁਸ਼ਮਣਾਂ ਦੇ ਪ੍ਰਤੀ ਇੰਨੀ ਦਇਆ ਪਤਾ ਨਹੀਂ ਕਿੱਥੋਂ ਆ ਗਈ ਕਿ ਮੈਂ ਆਪਣੇ ਉਸ ਪੁਰਾਣੇ ਜਾਣੂ ਨੂੰ ਜੱਫੀ ਪਾ ਕੇ ਕਹਿੰਦਿਆਂ ਪੁੱਛਿਆ, ਵੀਰ ਤੇਰਾ ਮੇਰੀ ਨੀਂਹ ਭਰਵਾਉਣ ਲਈ ਬੜਾ ਧੰਨਵਾਦ। ਤੂੰ ਮਕਾਨ ਚਾਹੀ ਉਹ ਤਰੇੜ ਤਾਂ ਵੇਖ ਹੀ ਰਿਹਾ, ਜੇ ਹੁਕਮ ਹੋਵੇ ਤਾਂ ਕੰਮ ਦੇ ਨਾਲ ਨਾਲ ਢਾੜੂ ਫਰਸ਼ ਲਵਾ ਦੇਵਾਂ ਤਾਂ ਕਿ ਪਾਣੀ ਨੀਂਹ 'ਚ ਨਾ ਵੜ ਸਕੇ। ਜੱਫੀ ਸਿਰਫ ਮੈਂ ਹੀ ਪਾਈ ਸੀ। ਉਹ ਇਸ ਤਰ੍ਹਾਂ ਖੜਾ ਰਿਹਾ ਜਿਵੇਂ ਕਿ ਪੱਥਰ ਦਾ ਬਣਿਆ ਹੋਇਆ ਹੋਵੇ। ਕੁਝ ਪਲ ਸੋਚਣ ਤੋਂ ਬਾਅਦ ਹੁਕਮ ਦੇਣ ਵਾਂਗ ਆਖਣ ਲੱਗਾ, ਇਹ ਤਾਂ ਬਣਾ ਲਓ, ਪਰ ਕੰਧ ਨਹੀਂ ਅਸੀਂ ਕੱਢਣ ਦੇਣੀ। ਐਵੇਂ ਚੌਥੇ ਮਹੱਲੇ 'ਚੋਂ ਆ ਕੇ ਰੋਬ ਨਹੀਂ ਜਮਾਉਣ ਦੇਣਾ ਕਿਸੇ ਨੂੰ ਅਸੀਂ। ਇੱਥੇ ਤਾਂ ਉਹੀ ਹੋਏਗਾ ਜੋ ਸਾਡੀ ਮਰਜ਼ੀ ਹੋਏ। ਐਵੇਂ ਆ ਜਾਂਦੇ ਆ ਮੂੰਹ ਚੁੱਕ ਕੇ ਤੇ ਮਨ ਮਰਜ਼ੀਆਂ ਕਰਨ ਲੱਗ ਜਾਂਦੇ ਆ, ਜਿਵੇਂ ਕੋਈ ਕਾਨੂੰਨ ਹੀ ਨਾ ਹੋਵੇ। ਉਹ ਮੁੰਡਿਆ ਬੰਦਾ ਬਣ ਕੇ ਰਹੀ ਜੇ ਇੱਥੇ ਰਹਿਣਾ ਤਾਂ। ਉਹ ਆਪੂ ਬਣਿਆ ਸਰਪੰਚ ਪੁਲਸੀਆ ਸਾਨੂੰ ਇਹ ਦੋਵਾਂ ਜਣਿਆਂ ਨੂੰ ਸੰਬੋਧਨ ਕਰਕੇ ਅਜੇ ਵੀ ਬੋਲੀ ਜਾ ਰਿਹਾ ਸੀ। ਨਹੀਂ ਤਾਂ ਬੰਦ ਕਰਵਾਤੀ, ਹੁਣ ਢਾਲ ਬਣਵਾ ਲਈਏ ਕਿ ਡਿੱਗ ਲੈਣ ਦਈਏ ਇਸ ਮਕਾਨ ਨੂੰ? ਮੈਂ ਉਸ ਪੁਲਸੀਏ ਨੂੰ ਗੁੱਸੇ ਤੇ ਨਿਹੋਰੇ ਨਾਲ ਪੁੱਛਿਆ। ਰੈਂਪ ਤਾਂ ਜੀ ਸਦਕੇ ਬਣਾਓ, ਪਰ ਮੈਂ ਕੰਧ ਨਹੀਂ ਕੱਢਣ ਦੇਣੀ। ਉਹ ਇਸ ਤਰ੍ਹਾਂ ਹੁਕਮ ਤੇ ਰੋਬ ਨਾਲ ਆਖ ਕੇ ਗਿਆ ਕਿ ਮੈਂ ਕੀ ਸਾਰੇ ਮਜ਼ਦੂਰ ਵੀ ਡਰ ਗਏ। ਘੰਟੇ ਕੁ ਦੇ ਇਸ ਘਟਨਾਕ੍ਰਮ ਨੇ ਮੈਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ। ਸੱਚਾ ਸੁੱਚਾ ਹੁੰਦਾ ਹੋਇਆ ਵੀ ਮੈਂ ਝੂਠਾ ਪੈ ਗਿਆ ਸੀ। ਮਜ਼ਦੂਰੀ ਕਰਨ ਆਈਆਂ ਦੋ ਔਰਤਾਂ ਨੇ ਮੇਰੇ ਮਨ ਦੀ ਹਾਲਤ ਪੜ੍ਹ ਲਈ। ਇੱਕ ਨੇ ਬੜੇ ਪਿਆਰ ਨਾਲ ਆਖਿਆ, ਪੁੱਤ ਹੈ ਤਾਂ ਮੈਂ ਅਨਪੜ੍ਹ, ਪਰ ਮੈਂ ਇਹੋ ਜਿਹੇ ਬਥੇਰੇ ਮਸਲੇ ਵੇਖੇ ਨੇ। ਇਹ ਜਗ੍ਹਾ ਤੇਰੀ ਹੈ, ਕੋਈ ਨਾ ਫਿਕਰ ਨਾ ਕਰ। ਇਹ ਕਿਹੜਾ ਚੱਕ ਕੇ ਲੈ ਜਾਣਗੇ ਜਾਂ ਵੜ ਲੈਣਗੇ। ਤੈਨੂੰ ਤਾਂ ਦੁੱਖ ਹੋਵੇ ਜੇ ਤੇਰੀ ਜਗ੍ਹਾ ਵੜਦੇ ਹੋਣ। ਇਹਨਾਂ 'ਚੋਂ ਕਿਹੜਾ ਕਿਸੇ ਦੀ ਜਗ੍ਹਾ ਦੇ ਨਾਲ ਲੱਗਦੀ ਹੈ ਜਗ੍ਹਾ? ਐਵੇਂ ਭੌਂਕਦੇ ਆ ਕੁੱਤੇ। ਉਹ ਪੁਲਸੀਏ ਦੇ ਸਿਰ ਤੇ ਹੀ ਸ਼ੇਰ ਬਣ ਗਏ ਸੀ ਸਾਰੇ। ਇਹ ਥਾਣੇ 'ਚ ਲੋਕਾਂ ਨੂੰ ਵੀ ਇਹੋ ਜਿਹਾ ਇਨਸਾਫ ਹੀ ਦਿੰਦਾ ਹੋਊ। ਉਹਦੇ ਬੋਲਾਂ 'ਚ ਇੰਨਾ ਪਿਆਰ ਤੇ ਆਪਣੱਤ ਸੀ ਕਿ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਣ ਲੱਗ ਪਿਆ ਜਿਵੇਂ ਮੇਰੀ ਮਾਂ ਹੀ ਮੈਨੂੰ ਹੌਸਲਾ ਦੇ ਰਹੀ ਹੋਵੇ। ਇਹਨੇ ਨੂੰ ਇੱਟਾਂ ਵਾਲੀ ਟਰਾਲੀ ਆ ਗਈ। ਮੈਂ ਤੇ ਮਿਸਤਰੀ ਇੱਕ ਦੂਜੇ ਵੱਲ ਝਾਕ ਕੇ ਤੇ ਬਿਨਾਂ ਬੋਲੇ ਸਮਝ ਗਏ ਕਿ ਹੁਣ ਇਹਨਾਂ ਦੀ ਲੋੜ ਤਾਂ ਹੈ ਨਹੀਂ, ਪਰ ਆਰਡਰ ਕੀਤਾ ਸੀ ਲੋਹਾਣੀਆਂ ਹੀ ਪੈਣੀਆਂ ਸੀ। ਮਿਸਤਰੀ ਨੇ ਦੱਸਿਆ ਕਿ ਰੈਂਪ ਲਈ ਤਾਂ ਸਿਰਫ 100 ਕੁ ਇੱਟੇ ਚਾਹੀਦੀ ਹੈ ਤੇ ਅਸੀਂ 100 ਕੁ ਇੱਟ ਲੋਹਾ ਕੇ ਬਾਕੀ ਦੀਆਂ ਇੱਟਾਂ ਆਪਣੇ ਪੁਰਾਣੇ ਘਰ ਦੇ ਅੱਗੇ ਸੁਟਵਾ ਲਈਆਂ।
ਇਸ ਘਟਨਾ ਬਾਰੇ ਅਸੀਂ ਕਿਸੇ ਨੂੰ ਕੁਝ ਨਹੀਂ ਦੱਸਿਆ, ਪਰ ਜਦ ਮੇਰਾ ਵੱਡਾ ਭਰਾ ਯਾਦਵਿੰਦਰ 2:30 ਵਜੇ ਸਕੂਲੋਂ ਘਰ ਆਇਆ ਤਾਂ ਸਾਨੂੰ ਇੱਟਾਂ ਦੂਜੇ ਘਰ ਸੁੱਟਵਾਉਣ ਬਾਰੇ ਪੁੱਛਣ ਲੱਗ ਪਿਆ। ਮੈਂ ਹੌਲੀ-ਹੌਲੀ ਉਹਨੂੰ 2 ਕੁ ਘੰਟੇ ਪਹਿਲਾਂ ਵਾਪਰੀ ਸਾਰੀ ਕਹਾਣੀ ਦੱਸਦੀ। ਸਾਰੀ ਗੱਲ ਸੁਣਦੇ ਸਾਰ ਉਹਦਾ ਖੂਨ ਉਬਾਲੇ ਮਾਰਨ ਲੱਗ ਪਿਆ। ਆਖਣ ਲੱਗਾ, ਰੌਲਾ ਪੈਣ ਵੇਲੇ ਫੋਨ ਕਿਉਂ ਨਹੀਂ ਕੀਤਾ? ਅਸੀਂ ਦੋਵਾਂ ਜਣਿਆਂ ਨੇ 5 ਮਿੰਟਾਂ 'ਚ ਹੀ ਆ ਜਾਣਾ ਸੀ, ਫਿਰ ਪੁੱਛਣਾ ਸੀ ਇਹਨਾਂ ਵੱਡੇ ਨਾਡੂ ਖਾਨਾਂ ਨੂੰ। ਮੇਰੇ ਦੋਵੇਂ ਭਰਾ ਸਾਡੇ ਸ਼ਹਿਰ ਦੇ ਸਕੂਲਾਂ 'ਚ ਨੌਕਰੀ ਕਰਦੇ ਆ ਤੇ ਉਹਨਾਂ ਦੇ ਘਰ ਤੇ ਸਕੂਲ ਵਿਚਲੀ ਦੂਰੀ 1.5 ਕਿਲੋਮੀਟਰ ਦੇ ਲਗਭਗ ਹੀ ਹੈ। ਹੁਣ ਕੀਤਾ ਵੀ ਕੀ ਜਾ ਸਕਦਾ ਸੀ? ਮੇਰੇ ਪਿਤਾ ਜੀ ਨੇ ਤਾਂ ਹੁਕਮ ਸੁਣਾ ਦਿੱਤਾ ਸੀ, ਜਿਹੜਾ ਕਿ ਬਦਲਿਆ ਵੀ ਨਹੀਂ ਸੀ ਜਾ ਸਕਦਾ। ਦੂਜਾ ਭਰਾ ਕਮਲਦੀਪ ਵੀ ਆ ਕੇ ਇਹੋ ਕੁਝ ਆਖਣ ਲੱਗ ਪਿਆ। ਉਹ ਦੋਵੇਂ ਮੇਰੇ ਨਾਲ ਬਹੁਤ ਗੁੱਸੇ ਹੋ ਰਹੇ ਸੀ। ਸ਼ਾਇਦ ਪਿਤਾ ਜੀ ਨੇ ਵੀ ਪਹਿਲਾਂ ਹੀ ਇਹ ਅੰਦਾਜ਼ਾ ਲਾ ਲਿਆ ਸੀ ਕਿ ਜੇ ਦੋਵੇਂ ਮੌਕੇ ਤੇ ਆ ਗਏ ਤਾਂ ਕਹਾਣੀ ਬਹੁਤ ਖਰਾਬ ਹੋ ਸਕਦੀ ਹੈ। ਸ਼ਾਇਦ ਇਸ ਲਈ ਉਹਨਾਂ ਨੇ ਲੜਾਈ ਨਾ ਵਧਾਉਣ ਦਾ ਫੈਸਲਾ ਕਰ ਲਿਆ। ਸ਼ਾਮ ਦੇ 4:30 ਵੱਜ ਗਏ ਸੀ। ਮਜ਼ਦੂਰਾਂ ਨੇ ਪੁੱਟੀ ਨੀਂਹ ਵਾਲੀ ਜਗ੍ਹਾ ਦੀ ਇੱਕ ਪਾਸੇ ਤੋਂ ਦੁਰਮਟ ਨਾਲ ਕੁਟਾਈ ਸ਼ੁਰੂ ਕਰਤੀ। ਰੈਂਪ ਬਣਾਉਣ ਲਈ ਸੀਮੈਂਟ ਵੀ ਰਲਾ ਕੇ ਤਿਆਰ ਕਰ ਲਿਆ। ਮਿਸਤਰੀ ਨੇ ਰੈਂਪ ਬਣਾਉਣ ਲਈ ਇੱਟਾਂ ਚਿਣ ਦਿੱਤੀਆਂ ਤੇ ਉਹਨੇ ਇੱਕ ਪਾਸੇ ਤੋਂ ਰੈਂਪ ਬਣਾਉਣਾ ਸ਼ੁਰੂ ਕਰਤਾ। ਮੇਰੇ ਨਵੇਂ ਬਣੇ ਵੈਰੀ ਦਾ ਪਿਓ ਫੇਰ ਘਰ ਤੋਂ ਬਾਹਰ ਆ ਗਿਆ ਤੇ ਅੱਧ ਬਣੇ ਰੈਂਪ ਵੱਲ ਵੇਖ ਕੇ ਅੱਗ ਬਬੂਲਾ ਹੋ ਉੱਠਿਆ। ਤੂੰ ਇੱਟਾਂ ਕਾਹਤੋਂ ਲਾਈਆਂ? ਮੈਂ ਤੈਨੂੰ ਦੁਪਹਿਰੇ ਵੀ ਰੋਕ ਕੇ ਗਿਆ ਸੀ, ਤੂੰ ਹਟਦਾ ਹੀ ਨਹੀਂ। ਬੰਦ ਕਰਵਾ ਕੰਮ, ਉਹ ਗੁੱਸੇ 'ਚ ਭੜਕਿਆ। ਸਰਦਾਰ ਜੀ, ਇੱਟਾਂ ਤੋਂ ਬਿਨਾਂ ਸੀਮੈਂਟ ਕਿਵੇਂ ਖੜੇਗਾ? 40 ਫੁੱਟ ਦੀ ਲਾਮ। ਮਿਸਤਰੀ ਨੇ ਉਹਨੂੰ ਸਮਝਾਉਣ ਦਾ ਯਤਨ ਕੀਤਾ। ਇਹ ਪਹਿਲਾ ਮੌਕਾ ਸੀ ਜਦ ਮਿਸਤਰੀ ਸਾਡੇ ਝਗੜੇ 'ਚ ਬੋਲਿਆ ਸੀ। ਤੂੰ ਬੰਦੇ ਦਾ ਪੁੱਤ ਬਣ ਕੇ ਕੰਮ ਬੰਦ ਕਰਾ, ਨਹੀਂ ਇੱਥੇ ਹੋਰ ਹੀ ਕਹਾਣੀ ਬਣ ਜਾਣੀ ਹੈ। ਉਹ ਹੁਣ ਮੇਰੇ ਵੱਲ ਆ ਲਿਆ। ਅੰਕਲ, ਤੂੰ ਹੀ ਖੜਾ ਕੇ ਵਿਖਾ ਸੀਮੈਂਟ ਇੱਟਾਂ ਤੋਂ ਬਗੈਰ, ਇਹ ਤਾਂ ਰੁੜ ਜਾਊਗਾ। ਨਾਲੇ ਉਹ ਤੇਰੇ ਦਰਵਾਜ਼ੇ ਵਾਲਾ ਰੈਂਪ ਵੀ ਤਾਂ ਇੱਟਾਂ ਲਾ ਕੇ ਬਣਾਇਆ ਹੋਇਆ। ਮੈਂ ਉਹਨੂੰ ਪਹਿਲੀ ਵਾਰ ਤੂੰ ਆ ਕੇ ਸੰਬੋਧਨ ਕੀਤਾ। ਲੋਕ ਵੀ ਜਿਵੇਂ ਇੰਨੀ ਗਰਮੀ ਦੇ ਬਾਵਜੂਦ ਸੁੱਤੇ ਨਹੀਂ ਸੀ। ਸਾਡਾ ਮਾੜਾ ਜਿਹਾ ਰੌਲਾ ਸੁਣ ਕੇ ਝੱਟ ਦੇਣੇ ਬਾਹਰ ਆ ਗਏ। ਇੰਨੇ 'ਚ ਮੇਰਾ ਵਿਚਕਾਰਲਾ ਭਰਾ ਕਮਲਦੀਪ, ਜੋ ਕਿ ਦੁੱਧ ਲੈਣ ਚੱਲਿਆ ਸੀ, ਮੌਕੇ ਤੇ ਆ ਗਿਆ। ਰਾਮ ਰੌਲੇ 'ਚ ਜਦ ਉਹਨੇ ਵੀ ਰੈਂਪ ਨਾਮ ਬਣਾਉਣ ਦੇਣ ਬਾਰੇ ਪਤਾ ਲੱਗਾ ਤਾਂ ਉਹ ਸਾਰੀ ਗੱਲ ਸੁਣ ਕੇ ਗੁੱਸੇ 'ਚ ਆ ਗਿਆ। ਓਏ ਅੰਕਲਾ, ਤੇਰੀ ਇੱਜ਼ਤ ਕਰਦੇ ਸੀ ਪਰ ਹੁਣ ਨਹੀਂ ਹੋਣੀ ਸਾਥੋਂ। ਤੂੰ ਤਾਂ ਵੱਧਾ ਜਾਣਾ। ਦੁਪਹਿਰੇ ਵੀ ਜਵਾਕ ਨੂੰ ਕੱਲਾ ਵੇਖ ਕੇ ਦਬਾ ਲਿਆ। ਰੈਂਪ ਤਾਂ ਬਣੂਗਾ ਹੀ ਬਣੂਗਾ, ਆਜੋ ਜਿਹਨੇ ਰੋਕਣਾ। ਚੱਲ ਮਿਸਤਰੀ, ਪਾ ਮਸਾਲਾ, ਮੈਂ ਵੇਖਦਾ ਕਿਹੜਾ ਹੁੰਦਾ ਸਾਡੇ ਥਾਂ 'ਚ। ਕਮਲਦੀਪ ਨੇ ਮਿਸਤਰੀ ਨੂੰ ਇਸ਼ਾਰਾ ਕੀਤਾ ਤੇ ਆਪ ਕੰਧ ਦੇ ਕੋਲ ਖੜਾ ਹੋ ਗਿਆ ਜਿੱਥੇ ਮਸਾਲਾ ਪਾਉਣਾ ਸੀ। ਹੁਣ ਇਕੱਠ 'ਚ ਪੁਲਿਸੀਏ ਸਰਪੰਚ ਦੇ ਨਾਲ ਇੱਕ ਹੋਰ ਪੁਲਿਸ ਵਾਲਾ ਵੀ ਆ ਚੁੱਕਾ ਸੀ। ਮੇਰੇ ਜਾਣੂ ਦਾ ਪਿਓ ਉਹਨਾਂ ਦੀ ਆਮਦ ਨਾਲ ਹੋਰ ਹੌਸਲੇ 'ਚ ਹੋ ਗਿਆ ਤੇ ਸਾਡੇ ਦਰਵਾਜ਼ੇ ਵੱਲ ਨੂੰ ਵੱਧਦਾ ਬੋਲਿਆ, ਮੈਂ ਪੱਟੂ ਇੱਟਾਂ। ਅਜੇ ਉਹਨੇ ਇੱਟ ਨੂੰ ਹੱਥ ਲਾਇਆ ਸੀ, ਕਮਲਦੀਪ ਨੇ ਉਹਦੀ ਗਿੱਚੀ 'ਚ ਕਰਾਰਾ ਜਿਹਾ ਘਸੁੰਨ ਝਾੜਤਾ ਤੇ 3-4 ਲੋਟਣੀਆਂ ਖਾ ਗਿਆ। ਪਰ ਉਹ ਫਿਰ ਜਲਦੀ ਨਾਲ ਉੱਠਿਆ ਤੇ ਮਿਸਤਰੀ ਦਾ ਰੱਖਿਆ ਹੋਇਆ ਗਜ਼ ਚੁੱਕ ਕੇ ਉਸ ਤੇ ਵਾਰ ਕਰਨ ਨੂੰ ਪਿਆ। ਸ਼ਾਇਦ ਪਹਿਲੇ ਘਸੁੰਨ ਉਹਨੂੰ ਇੰਨਾ ਜ਼ਿਆਦਾ ਨਿਢਾਲ ਕਰਤਾ ਸੀ ਕਿ ਉਸ ਕੋਲੋਂ ਗਜ਼ ਚੰਗੀ ਤਰ੍ਹਾਂ ਫੜਿਆ ਨਹੀਂ ਸੀ ਗਿਆ। ਮੈਂ ਉਹਦਾ ਗਜ਼ ਖੋਲਿਆ ਤੇ 5-7 ਹੂਰੇ ਉਹਦੇ ਬੂਥੇ ਤੇ ਜੜਤੇ। ਉਹ ਥੱਲੇ ਡਿੱਗ ਪਿਆ ਤੇ ਉੱਥੇ ਤਾਜ਼ੀ ਪੁੱਟੀ ਹੋਈ ਮਿੱਟੀ 'ਚ ਉਹਦਾ ਮੂੰਹ ਧੱਸ ਗਿਆ। ਉਹਦਾ ਚਿਹਰਾ ਮਿੱਟੀ ਨਾਲ ਲਿਬੜ ਜਾਣ ਕਾਰਨ ਉਹਦੀ ਸ਼ਕਲ ਬੇਪਛਾਣ ਹੋ ਗਈ। ਇੰਨੇ 'ਚ ਕਾਫੀ ਰੌਲਾ ਰੱਪਾ ਪੈ ਗਿਆ। ਦੋਹਾਂ ਪਾਸਿਆਂ ਤੋਂ ਮਾਂ ਭੈਣ ਦੀਆਂ ਗਾਲਾਂ ਦੀ ਵਾਛੜ ਹੋਣ ਲੱਗ ਪਈ। ਉਹਦੀ ਮੋਮੋ ਠਗਣੀ ਘਰ ਵਾਲੀ ਆਪਣੇ ਪਤੀ ਦੀ ਲਿਬੜੀ ਤਿਬੜੀ ਹਾਲਤ ਵੇਖ ਕੇ ਹਾਲ ਦਵਾਈਆਂ ਪਾਉਣ ਲੱਗ ਪਈ। ਹਾਏ ਵੇ, ਮਾਰਤਾ ਵੇ, ਮੇਰੇ ਘਰ ਵਾਲੇ ਨੂੰ ਕੋਈ ਬਚਾ ਲਵੇ, ਜ਼ਾਲਮਾਂ ਨੇ ਕੀ ਕਰਤਾ। ਵੜ ਸਹੀ ਸਾਡੇ ਥਾਂ 'ਚ, ਤੈਨੂੰ ਦਈਏ ਦੱਖੂ ਦਾਣਾ। ਆ ਕੁੱਤਿਆ ਸਾਲਿਆ, ਘਸੁੰਨ ਜੜਦਾ ਕਮਲਦੀਪ ਉੱਚੀ ਬੋਲੀ ਜਾ ਰਿਹਾ ਸੀ। 3-4 ਮਿੰਟ 'ਚ ਉਹਦੀ ਵਾਹਵਾ ਗਿੱਦੜ ਕੁੱਟ ਹੋ ਗਈ। ਕੁਝ ਬੰਦਿਆਂ ਨੇ ਸਾਨੂੰ ਫੜ ਲਿਆ, ਉਹਦਾ ਬਚਾਅ ਕਰ ਲਿਆ। ਉਹ ਆਪਣੇ ਖਿਲਰੇ ਹੋਏ ਵਾਲਾਂ ਦਾ ਜੂੜਾ ਕਰਦਾ, ਗਲ 'ਚ ਪਏ ਹੋਏ ਪਰਨੇ ਨੂੰ ਸਾਂਭਦਾ ਹੋਇਆ ਅਜੇ ਵੀ ਨੱਕ 'ਚੋਂ ਠੂਹੇ ਸੁੱਟ ਰਿਹਾ ਸੀ। ਕਰਦਾ ਗੱਲ ਪੁੱਤ, ਛੱਡਣਾ ਮੈਂ ਵੀ ਨਹੀਂ, ਵੇਖ ਲਿਓ। ਤੁਸੀਂ ਜਾਣਦੇ ਨਹੀਂ ਕਿਹਦੇ ਨਾਲ ਪੰਗਾ ਲਿਆ ਹੈ। ਉਹਨੂੰ ਉਮੀਦ ਹੀ ਨਹੀਂ ਸੀ ਕਿ ਉਹਦੀ ਇੰਜ ਛਤਰੌਲ ਵੀ ਹੋ ਸਕਦੀ ਹੈ। ਉਹ ਸ਼ਰਮ ਮੰਨਦਾ ਹੋਇਆ ਪਰਾਂ ਜਾ ਖੜ ਕੇ ਬੋਲਦਾ ਰਿਹਾ। ਹੈਰਾਨੀ ਵਾਲੀ ਗੱਲ ਸੀ ਕਿ ਦੁਪਹਿਰ ਵੇਲੇ ਸਰਪੰਚ ਬਣਿਆ ਪੁਲਸੀਆ ਤੇ ਹੁਣ ਉਹਦਾ ਨਵਾਂ ਆਇਆ ਯਾਰ ਉਹਨੂੰ ਛਡਵਾਉਣ ਲਈ ਵੀ ਅੱਗੇ ਨਹੀਂ ਸੀ ਆਏ। ਪੈਂਦੀਆਂ 'ਚ ਕੋਈ ਨਹੀਂ ਖੜਦਾ ਵਾਲੀ ਕਹਾਵਤ ਸੱਚੀ ਹੋ ਰਹੀ ਸੀ। ਜਾਂ ਫਿਰ ਉਹ ਦੋਵੇਂ ਪੁਲਸੀਏ ਜਾਣਦੇ ਸੀ ਕਿ ਕਿਸੇ ਦੇ ਥਾਂ 'ਚ ਜਾ ਕੇ ਪੰਗਾ ਲੈਣ ਨਾਲ ਉਹ ਕਾਨੂੰਨੀ ਤੌਰ ਤੇ ਗਲਤ ਸਾਬਤ ਹੋ ਸਕਦੇ ਆ। ਉਹ ਦੋਵੇਂ ਗਲੀ ਦੀ ਪਰਲੀ ਨੁੱਕਰ ਤੇ ਭੀੜ 'ਚ ਖੜ ਕੇ ਉਹਦੀ ਮੁਰੰਮਤ ਹੁੰਦੀ ਵੇਖਦੇ ਰਹੇ ਸੀ। ਕੋਈ ਨਹੀਂ, ਲਿਆਉਂਦੇ ਆ ਪੁਲਿਸ ਤੇ ਕਰਵਾਉਂਦੇ ਆ ਤੁਹਾਡੀ ਵੀ ਛਿੱਤਰ ਪਰੇਡ। ਹੁਣ ਸਰਪੰਚ ਪੁਲਸੀਆ ਉੱਚੀ ਦੇਣੇ ਗਰਜਿਆ। ਜਾ ਲੈ ਆ ਜਿਹਨੂੰ ਲਿਆਉਣਾ। ਦਰਖਾਸਤ ਤਾਂ ਮੈਂ ਦੇਣੀ ਆ ਤੁਹਾਡੇ ਤੇ, ਸਵੇਰ ਦੇ ਧੱਕਾ ਹੀ ਕਰੀ ਜਾਂਦੇ ਹੋ, ਮੈਂ ਉਹਨੂੰ ਮੋੜਵਾਂ ਜਵਾਬ ਦਿੱਤਾ। ਸਰਪੰਚ ਪੁਲਸੀਏ ਨੇ ਪਾਸੇ ਜਿਹੇ ਹੋ ਕੇ 2-3 ਫੋਨ ਘੁਮਾਏ ਤੇ 10 ਕੁ ਮਿੰਟਾਂ 'ਚ ਹੀ ਪੁਲਿਸ ਦੀ ਭਰੀ ਗੱਡੀ ਹੂਟਰ ਮਾਰਦੀ ਸਾਡੇ ਦਰਵਾਜ਼ੇ ਅੱਗੇ ਆ ਖੜ ਗਈ। ਫਿਰ ਲੋਕ ਇਕੱਠੇ ਹੋ ਗਏ।
ਗੱਡੀ 'ਚ ਉਤਰਦਾ ਥਾਣੇਦਾਰ ਸਭ ਤੋਂ ਪਹਿਲਾਂ ਮੂਹਰੇ ਖੜੇ ਸਰਪੰਚ ਪੁਲਿਸੀਏ ਨੂੰ ਮਿਲਿਆ ਤੇ ਬੋਲਿਆ, ਉਹ ਯਾਰ ਆ ਗਲੀਆਂ ਜਿਹੀਆਂ 'ਚ ਆ ਕੇ ਭੁੱਲ ਹੀ ਜਾਈਦਾ ਤੇਰਾ ਘਰ, ਤਾਂ ਹੀ ਲੇਟ ਹੋ ਗਏ। ਪੁਲਿਸ ਦੀ ਇੰਨੀ ਹੁਸ਼ਿਆਰੀ ਮੈਂ ਜ਼ਿੰਦਗੀ 'ਚ ਪਹਿਲੀ ਵਾਰ ਵੇਖੀ ਸੀ ਤੇ ਇਸ ਹੁਸ਼ਿਆਰੀ ਨੂੰ ਵੀ ਥਾਣੇਦਾਰ ਲੇਟ ਹੋ ਕੇ ਆਖ ਰਿਹਾ ਸੀ। ਕੀ ਰੌਲਾ ਪੈ ਗਿਆ ਦੱਸ ਮੈਨੂੰ। ਉਹਨੇ ਆਉਂਦੇ ਸਾਰੀ ਕੰਮ ਦੀ ਗੱਲ ਸ਼ੁਰੂ ਕੀਤੀ। ਆਹ ਵੇਖੋ ਜੀ, ਗਲੀ ਦੇ ਉੱਤੇ ਕਬਜ਼ਾ ਕਰੀ ਜਾਂਦੇ ਆ, ਨਾਲੇ ਗੁੰਡਾਗਰਦੀ ਕਰਦੇ ਆ। ਸਰਪੰਚ ਪੁਲਿਸੀਏ ਨੇ ਮੋਰਚਾ ਸੰਭਾਲਦੇ ਆਖਿਆ। ਕੋਈ ਗਲੀ ਤੇ ਕਬਜ਼ਾ ਨਹੀਂ ਜੀ, ਆਹ ਵੇਖੋ ਮੇਰੇ ਕੋਲ ਰਜਿਸਟਰੀ ਆ। ਪਹਿਲਾਂ ਧੱਕੇ ਨਾਲ ਸਾਡੀ ਨੀਂਹ ਬੰਦ ਕਰਵਾ ਗਏ, ਹੁਣ ਸਾਨੂੰ ਰੈਂਪ ਵੀ ਨਹੀਂ ਬਣਾਉਣ ਦਿੰਦੇ। ਗੁੰਡਾਗਰਦੀ ਤਾਂ ਇਹ ਕਰੀ ਜਾਂਦੇ ਆ ਸਾਡੇ ਨਾਲ। ਮੈਂ ਥਾਣੇਦਾਰ ਵੱਲ ਵਧੇ ਉਹਦੀ ਗੱਲ ਦਾ ਜਵਾਬ ਦਿੱਤਾ। ਥਾਣੇਦਾਰ ਨੇ ਰਜਿਸਟਰੀ ਦੀ ਕਾਪੀ ਹੱਥ ਫੜ ਲਈ ਤੇ ਮਿਸਤਰੀ ਤੋਂ ਫੀਤਾ ਮੰਗਿਆ। ਫਿਰ ਗੁੱਸੇ 'ਚ ਸਿਪਾਹੀਆਂ ਨੂੰ ਹੁਕਮ ਸੁਣਾਇਆ, ਜਾ ਓਏ ਮਿਣੋ। ਇੰਨੇ 'ਚ ਹੀ ਮੇਰਾ ਜਾਣੂ ਦਾ ਪਿਓ ਪਰਨਾ ਚੰਗੀ ਤਰ੍ਹਾਂ ਬੰਨ੍ਹ ਕੇ ਆ ਗਿਆ। ਬੋਲਿਆ, ਰਜਿਸਟਰੀ ਤਾਂ ਜੀ ਜਾਲੀ ਚੁੱਕੀ ਫਿਰਦੇ ਆ ਜੀ। ਸਾਨੂੰ 30 ਸਾਲ ਹੋ ਗਏ ਇੱਥੇ ਰਹਿੰਦਿਆਂ ਨੂੰ, ਅੱਗੇ ਤਾਂ ਕਿਸੇ ਨੇ ਕੰਧ ਨਹੀਂ ਕੀਤੀ। ਇਹ ਕੱਲ੍ਹ ਦੇ ਆਏ ਸਾਡੇ ਤੇ ਰੋਬ ਪਾਈ ਜਾਂਦੇ ਆ। ਰੋਬ ਤੂੰ ਪਾਉਣਾ ਕਿ ਅਸੀਂ? ਸਾਡੀ ਜਗ੍ਹਾ 'ਚ ਆ ਕੇ ਸਾਨੂੰ ਹੀ ਧਮਕੀਆਂ ਦੇਈ ਜਾਂਦਾ। ਕਦੇ ਇੱਟਾਂ ਪੁੱਟਣ ਲੱਗ ਜਾਂਦਾ ਹੈ, ਫਿਰ ਅਸੀਂ ਤੈਨੂੰ ਫੁੱਲ ਪਾਈਏ। ਕਮਲਦੀਪ ਉਹਨੂੰ ਟੁੱਟ ਕੇ ਪਿਆ। ਕਮਲਦੀਪ ਦਾ ਕਰਾਰਾ ਜਵਾਬ ਸੁਣ ਕੇ ਉਹ ਇੱਕਦਮ ਠਟੰਬਰ ਗਿਆ ਸੀ। ਸ਼ਾਇਦ ਉਹਨੂੰ ਅਜੇ 15 ਕੁ ਮਿੰਟ ਪਹਿਲਾਂ ਹੋਈ ਛਿੱਤਰ ਪਰੇਡ ਯਾਦ ਆ ਗਈ ਸੀ। ਚੁੱਪ ਕਰ ਜਾਓ, ਨਹੀਂ ਮੈਂ ਸਭ ਨੂੰ ਅੰਦਰ ਡੱਕ ਦੂੰ। ਜਦੋਂ ਮੈਂ ਆ ਗਿਆ ਤਾਂ ਤੁਸੀਂ ਨਹੀਂ ਬੋਲਣਾ, ਜਿਹਨੂੰ ਪੁੱਛੂੰ ਉਹੀ ਜਵਾਬ ਦੇਵੇ। ਥਾਣੇਦਾਰ ਉੱਚੀ ਆਵਾਜ਼ 'ਚ ਬੋਲਿਆ ਤਾਂ ਸਭ ਚੁੱਪ ਕਰ ਗਏ। ਸਿਪਾਹੀ ਫੀਤਾ ਫੜ ਕੇ ਨਿਸ਼ਾਨੀ ਲਾ ਰਹੇ ਸੀ ਕਿ ਜਗ੍ਹਾ ਕਿੱਥੋਂ ਕੁ ਤੱਕ ਬਣਦੀ ਹੈ। ਉਹਨਾਂ ਨੂੰ ਵੇਖ ਕੇ ਸਰਪੰਚ ਪੁਲਿਸੀਏ ਨੇ ਥਾਣੇਦਾਰ ਦੇ ਕੰਨ 'ਚ ਕੁਝ ਆਖਿਆ। ਜਦ ਸਿਪਾਹੀ ਨੇ ਰਜਿਸਟਰੀ ਮੁਤਾਬਕ ਬਣਦੀ ਜਗ੍ਹਾ ਉੱਤੇ ਇੱਟ ਰੱਖਤੀ ਤਾਂ ਮੈਂ ਆਖਿਆ, ਜੀ ਆਹ ਵੇਖੋ ਸਾਡੀ ਥਾਂ ਇੱਥੋਂ ਤੱਕ ਆਉਂਦੀ ਹੈ ਤੇ ਬਾਕੀ ਗਲੀ ਵੀ ਮੰਨ ਲਓ 20 ਫੁੱਟ ਤੋਂ ਵੱਧ ਹੀ ਬਚੀ ਜਾਂਦੀ ਹੈ। ਆਹ ਕਾਗਜ਼ ਜਿਹਾ ਚੁੱਕ ਕੇ ਤੂੰ ਕੱਲ ਨੂੰ ਸਾਡੇ ਥਾਣੇ ਤੇ ਆ ਕੇ ਕਬਜ਼ਾ ਕਰਨ ਨੂੰ ਫਿਰੇਂਗਾ। ਇਹ ਕਾਗਜ਼ ਕੂਗਜ਼ ਤਾਂ ਐਵੇਂ ਹੀ ਹੁੰਦੇ ਆ। ਥਾਣੇਦਾਰ ਆਪਣੇ ਪੁਲਿਸੀਆ ਅੰਦਾਜ਼ 'ਚ ਗਰਜਿਆ। ਮੈਂ ਕਿਹੜਾ ਘਰੇ ਤਿਆਰ ਕੀਤੇ ਐ, ਆ ਤਹਿਸੀਲਦਾਰ ਨੇ ਕੀਤੀ ਹੈ ਰਜਿਸਟਰੀ। ਮੈਂ ਜੇ ਗਲਤ ਲੱਗਦੀ ਹੈ ਤਾਂ ਕੋਈ ਵੀ ਜਾਂਚ ਕਰਾ ਲਓ, ਮੈਂ ਤਿਆਰ ਹਾਂ। ਮੈਂ ਥਾਣੇਦਾਰ ਨੂੰ ਸੰਬੋਧਿਤ ਹੋ ਕੇ ਆਖਿਆ। ਜਦ ਥਾਣੇਦਾਰ ਨੂੰ ਪਤਾ ਲੱਗ ਗਿਆ ਕਿ ਕਾਗਜ਼ਾਂ ਮੁਤਾਬਕ ਅਸੀਂ ਸਹੀ ਹਾਂ ਤਾਂ ਉਹ ਰੋਬ ਨਾਲ ਬੋਲਿਆ, ਲੜਿਆ ਕੌਣ ਕੌਣ ਸੀ? ਫਿਰ ਕੁਛ ਦੇਰ ਚੁੱਪ ਹੋ ਕੇ ਆਖਣ ਲੱਗਾ, ਲੈ ਕੇ ਚਲੋ ਇਹਨਾਂ ਨੂੰ ਥਾਣੇ, ਉੱਥੇ ਲੈਣੇ ਆ ਇਹਨਾਂ ਦੇ ਝੱਗੇ ਦਾ ਨਾਪ। ਜਨਾਬ, ਉਹ ਬੰਦਾ ਧੱਕੇ ਨਾਲ ਸਾਡੀਆਂ ਇੱਟਾਂ ਪੁੱਟ ਰਿਹਾ ਸੀ। ਅਸੀਂ ਇਹਨੂੰ ਰੋਕਿਆ, ਸਾਡੇ ਗਲ ਪੈ ਗਿਆ ਤੇ ਅਸੀਂ ਇਹਦੇ ਲਾਤੀਆਂ। ਮੈਂ ਆਪਣੇ ਜਾਣੂ ਦੇ ਪਿਓ ਵੱਲ ਇਸ਼ਾਰਾ ਕਰਦਿਆਂ ਆਖਿਆ। ਉਹ ਮੇਰੀ ਗੱਲ ਸੁਣ ਕੇ ਘਬਰਾ ਗਿਆ ਤੇ ਮੇਰੇ ਮੂੰਹ ਜਿਹਾ ਭਰਦਾ ਆਖਣ ਲੱਗਾ, ਥਾਣੇਦਾਰ ਸਾਹਿਬ, ਜੇ ਆਂਢ ਗੁਆਂਢ ਵਾਲੇ ਨਾ ਛਡਾਉਂਦੇ ਤਾਂ ਇਹਨਾਂ ਨੇ ਤਾਂ ਮੈਨੂੰ ਮਾਰ ਹੀ ਦੇਣਾ ਸੀ। ਜੇ ਸਾਡੇ ਘਰੇ ਆ ਕੇ ਗੁੰਡਾਗਰਦੀ ਕਰੇਂਗਾ ਤਾਂ ਅਸੀਂ ਤੈਨੂੰ ਹਾਰ ਪਾਵਾਂਗੇ। ਬੜੀ ਸਹੀ ਸਾਡੇ ਥਾਂ 'ਚ ਤੈਨੂੰ ਦੇਵਾਂਗੇ ਦੱਖੂ ਦਾਣਾ। ਕਮਲਦੀਪ ਅਜੇ ਵੀ ਉਹਨੂੰ ਝਈਆਂ ਲੈ ਕੇ ਪੈ ਰਿਹਾ ਸੀ। ਭੀੜ ਵਿੱਚ ਵੀ ਕਈ ਜਣੇ ਬੋਲਣ ਲੱਗ ਪਏ, ਭਾਈ ਜੇ ਅਗਲੇ ਨਾਲ ਧੱਕਾ ਕਰੂ ਤਾਂ ਅਗਲੇ ਨੇ ਕਿਹੜਾ ਘੱਟ ਕਰਨੀ ਆ, ਉਹ ਵੀ 2 ਰੋਟੀਆਂ ਖਾਂਦੇ ਹੀ ਆ। ਵਿੱਚੋਂ ਹੀ ਇੱਕ ਬੰਦਾ ਹੌਲੀ ਕੁ ਦੇਣੇ ਆਖੀ ਜਾਵੇ, ਆਪ ਸਾਰੀ ਗਲੀ ਨਜਾਇਜ਼ ਰੋਕੀ ਬੈਠਾ ਹੈ, ਇਹਨਾਂ ਦੇ ਸਹੀ ਥਾਂ ਤੇ ਵੀ ਰੌਲਾ ਪਾਈ ਜਾਂਦਾ, ਕੰਜਰ ਨਾ ਹੋਵੇ ਕਿਸੇ ਥਾਂ ਦਾ। ਉਹ ਇੰਨਾ ਕੁ ਹੌਲੀ ਬੋਲਿਆ ਕਿ ਸਿਰਫ ਮੈਨੂੰ ਹੀ ਸੁਣ ਸਕੇ। ਮੈਂ ਸਮਝ ਗਿਆ ਕਿ ਇਹ ਬੰਦਾ ਜ਼ਰੂਰ ਹੀ ਮੈਨੂੰ ਕੋਈ ਰਾਜ਼ ਵਾਲੀ ਗੱਲ ਦੱਸਣਾ ਚਾਹੁੰਦਾ ਹੈ, ਪਰ ਡਰ ਵੀ ਰਿਹਾ। ਮੈਂ ਉਹਦਾ ਚਿਹਰਾ ਧਿਆਨ ਨਾਲ ਵੇਖਿਆ ਤਾਂ ਮੈਂ ਸਮਝ ਗਿਆ ਕਿ ਮਹੱਲੇ ਦਾ ਹੀ ਵਸਨੀਕ ਹੈ। ਮੈਂ ਉਹਦੀ ਪਛਾਣ ਰੱਖੀ ਤੇ ਇਸ ਚੱਕਰ ਤੋਂ ਵਿਹਲਾ ਹੋ ਕੇ ਉਹ ਤੋਂ ਸਾਰੀ ਭੇਦ ਵਾਲੀ ਗੱਲ ਪੁੱਛ ਸਕਾਂ। ਪਰ ਮੈਨੂੰ ਇਹ ਗੱਲ ਜ਼ਰੂਰ ਸਮਝ ਆ ਰਹੀ ਸੀ ਕਿ ਮੇਰੇ ਜਾਣੂ ਦੇ ਘਰ ਕੋਲੋਂ ਜਿਹੜੀ ਗਲੀ ਸਿਰਫ 14 ਫੁੱਟ ਹੀ ਬਚ ਰਹੀ ਹੈ, ਉਸ 'ਚ ਕੋਈ ਨਾ ਕੋਈ ਕਾਲਾ ਮਾਲਾ ਜ਼ਰੂਰ ਹੈ। ਭੀੜ ਦੇ ਵਿੱਚੋਂ ਹੀ ਆਵਾਜ਼ਾਂ ਵੀ ਆਉਣੀਆਂ ਸ਼ੁਰੂ ਹੋ ਗਈਆਂ। ਜਦ ਗਲੀ ਚੱਲੀ ਜਾਂਦੀ ਹੈ, ਚੱਲੀ ਜਾਣਦੇ, ਐਵੇਂ ਕਿਉਂ ਕਲੇਸ਼ ਪਾਈ ਜਾਂਦੇ ਆ। ਜਦ ਥਾਣੇਦਾਰ ਨੂੰ ਲੱਗਣ ਲੱਗਾ ਕਿ ਭੀੜ 'ਚ ਆਪ ਮੁਹਾਰੇ ਗੱਲਾਂ ਹੋਣ ਲੱਗ ਪਈਆਂ ਤੇ ਉਹਦੀ ਅਹਿਮੀਅਤ ਘਟ ਰਹੀ ਹੈ ਤਾਂ ਉਹਨੇ ਸਿਪਾਹੀਆਂ ਨੂੰ ਸੰਬੋਧਿਤ ਹੁੰਦਿਆਂ ਬੋਲਿਆ, ਬਿਠਾਓ ਇਹਨਾਂ ਨੂੰ ਗੱਡੀ 'ਚ, ਲੈ ਚੱਲ ਥਾਣੇ, ਉੱਥੇ ਕਰਦੇ ਆਂ ਗੱਲ। ਚਲੋ ਜੀ, ਤੁਸੀਂ ਪਹੁੰਚੋ, ਅਸੀਂ ਆ ਜਾਂਦੇ ਹਾਂ। ਅਸੀਂ ਵੀ ਮੁਲਾਜ਼ਮ ਹੀ ਹਾਂ, ਨਾਲੇ ਅਸੀਂ ਕਿਹੜਾ ਕਤਲ ਕਰਤਾ। ਘਰੋਂ ਸਾਰੇ ਕਾਗਜ਼ ਚੁੱਕ ਕੇ 5 ਮਿੰਟਾਂ 'ਚ ਹਾਜ਼ਰ ਹੋ ਜਾਂਦੇ ਹਾਂ। ਮੈਂ ਥਾਣੇਦਾਰ ਨੂੰ ਆਖਿਆ, ਪਹਿਲਾਂ ਇਹਨਾਂ ਦਾ ਕੰਮ ਰੁਕਵਾਓ ਜੀ, ਹੋਰ ਨਾ ਵਾਪਸ ਆਉਂਦਿਆਂ ਨੂੰ ਗਲੀ ਮੱਲ ਕੇ ਬੈਠੇ ਹੋਣ। ਸਰਪੰਚ ਪੁਲਿਸੀਆ ਭੁੜਕਿਆ, ਓਏ ਮਿਸਤਰੀ, ਜੇ ਹੁਣ ਤੂੰ ਮਾੜਾ ਜਿਹਾ ਵੀ ਮਸਾਲਾ ਲਾਇਆ ਤਾਂ ਤੇਰੇ ਕੁੱਟ ਵਾਧੂ ਦੀ ਪੈ ਜਾਣੀ ਹੈ। ਚੁੱਕ ਲੈ ਆਪਦਾ ਛਿੱਛ ਪੱਤ ਤੇ ਡੰਡੀ ਪੈ ਜਾ। ਇਹਨਾਂ ਨੂੰ ਤਾਂ ਖਵਾਣਾ ਹਵਾ ਲਾਦੀਆਂ ਰੋਟੀਆਂ, ਵੇਖੀ ਕਿਤੇ ਤੈਨੂੰ ਵੀ ਨਾ ਖਾਣੀਆਂ ਪੈ ਜਾਣ। ਥਾਣੇਦਾਰ ਨੇ ਮਿਸਤਰੀ ਨੂੰ ਤਾੜਨਾ ਕੀਤੀ। ਕੰਮ ਤਾਂ ਬੰਦ ਹੀ ਪਿਆ ਜੀ, ਦੁਪਹਿਰ ਦਾ ਕੁਝ ਕਰਨ ਹੀ ਨਹੀਂ ਦਿੱਤਾ ਇਹਨਾਂ ਨੇ। ਮਿਸਤਰੀ ਡਰਦਾ ਬੋਲਿਆ, ਆ ਜਾਓ ਹੁਣੇ ਹੀ ਥਾਣੇ, ਆਖਦਾ ਥਾਣੇਦਾਰ ਗੱਡੀ 'ਚ ਬੈਠ ਗਿਆ ਤੇ ਗੱਡੀ ਹੂਟਰ ਮਾਰਦੀ ਸਾਡੀਆਂ ਅੱਖਾਂ ਤੋਂ ਓਹਲੇ ਹੋ ਚੁੱਕੇ ਸੀ। ਕਾਹਲੀ 'ਚ ਮੈਂ ਤੇ ਕਮਲਦੀਪ ਨੇ ਸਲਾਹ ਕੀਤੀ ਕਿ ਸਾਰੇ ਦਸਤਾਵੇਜ਼ ਘਰੋਂ ਲੈ ਕੇ ਹੀ ਜਾਇਆ ਜਾਵੇ। ਅਸੀਂ ਉਸੇ ਵੇਲੇ ਘਰ ਪੁੱਜ ਗਏ ਤੇ ਛੇਤੀ ਸਾਰੇ ਕਾਗਜ਼ ਪੱਤਰ ਚੁੱਕ ਲਏ। ਮੇਰੀ ਮਾਂ, ਪਤਨੀ ਤੇ ਬੇਟੀਆਂ ਫਿਕਰਮੰਦ ਹੋ ਗਈਆਂ ਕਿ ਇਹਨਾਂ ਨੂੰ ਇਹ ਕੀ ਭਾਜੜ ਪੈ ਗਈ।
ਅਸੀਂ ਜਲਦੀ ਨਾਲ ਸਿਰਫ ਇੰਨਾ ਕੁ ਦੱਸ ਸਕੇ ਕਿ ਸਾਨੂੰ ਥਾਣੇ ਬੁਲਾਇਆ ਤੇ ਜੇ ਘੰਟੇ ਕੁ ਤੱਕ ਨਾ ਮੁੜੇ ਤਾਂ ਫੋਨ ਕਰ ਲਿਆ ਜੀ, ਤੇ ਜੇ ਫੋਨ ਵੀ ਨਾ ਮਿਲੇ ਤੇ ਆਪਣੇ ਸਭ ਜਾਣ ਪਛਾਣ ਵਾਲੇ ਬੰਦਿਆਂ ਨੂੰ ਫੋਨ ਕਰ ਦਿਓ। ਸ਼ਾਇਦ ਅੱਜ ਦੀ ਰਾਤ ਸਾਨੂੰ ਜੇਲ੍ਹ 'ਚ ਹੀ ਰੱਖਣਗੇ। ਘਬਰਾਹਟ 'ਚ ਵੀ ਮੈਂ ਤਾਂ ਉਹਨਾਂ ਨੂੰ ਇੱਥੋਂ ਤੱਕ ਵੀ ਤਿਆਰ ਕਰਤਾ ਕਿ ਜੇ ਰਾਤ ਨੂੰ 9 ਵਜੇ ਤੱਕ ਸਾਨੂੰ ਨਾ ਛੱਡਿਆ ਤਾਂ ਥਾਣੇ ਦੇ ਅੱਗੇ ਆ ਕੇ ਪਿੱਟ ਸਿਆਪਾ ਵੀ ਕਰ ਦਿਓ। ਔਰਤਾਂ ਤੋਂ ਇਹ ਪੁਲਿਸ ਵਾਲੇ ਬੜੇ ਚੱਲਦੇ ਆ। ਇੱਕੋ ਦਮ ਰੌਲਾ ਇੰਨਾ ਜ਼ਿਆਦਾ ਵਧਣ ਦਾ ਅੰਦਾਜ਼ਾ ਸ਼ਾਇਦ ਕਿਸੇ ਨੂੰ ਵੀ ਨਹੀਂ ਸੀ। ਸਾਨੂੰ ਸਾਰੇ ਟੱਬਰ ਨੂੰ ਘਬਰਾਏ ਹੋਏ ਵੇਖ ਕੇ ਮੇਰੀ 3 ਸਾਲ ਦੀ ਛੋਟੀ ਬੇਟੀ ਨੂੰ ਪਤਾ ਨਹੀਂ ਕੀ ਹੋ ਗਿਆ, ਉੱਚੀ ਉੱਚੀ ਰੋਣ ਲੱਗ ਪਈ। ਉਹਦੀ ਵੇਖਾ ਵੇਖੀ ਵੱਡੀ ਨੇ ਵੀ ਧਾਹਾਂ ਮਾਰਨੀਆਂ ਸ਼ੁਰੂ ਕਰਤੀਆਂ। ਅਸੀਂ ਉਹਨਾਂ ਨੂੰ ਝੂਠਾ ਜਿਹਾ ਦਿਲਾਸਾ ਦਿੱਤਾ, ਪੁੱਤ ਆਉਂਦੇ ਆ ਥੋੜੇ ਜਿਹੇ ਚਿਰ 'ਚ, ਤੇ ਘਰੋਂ ਮੋਟਰਸਾਈਕਲ ਉੱਤੇ ਥਾਣੇ ਵੱਲ ਨੂੰ ਤੁਰ ਪਏ। ਰਾਹ 'ਚ ਮੇਰੇ ਮਗਰ ਬੈਠੇ ਕਮਲਦੀਪ ਨੇ ਕੁਝ ਜਾਣਕਾਰਾਂ ਨੂੰ ਫੋਨ ਕਰਕੇ ਸਾਰੀ ਗੱਲ ਸੰਖੇਪ 'ਚ ਦੱਸ ਦਿੱਤੀ ਤੇ ਥਾਣੇ ਪੁੱਜਣ ਲਈ ਆਖਤਾ ਤਾਂ ਕਿ ਪੁਲਿਸ ਵਾਲੇ ਸਾਨੂੰ ਇਕੱਲੇ ਨਾ ਸਮਝ ਲੈਣ। ਉਹ ਅਗਲਾ ਨੰਬਰ ਮਿਲਾਉਣ ਲੱਗਾ, ਵਿੱਚ ਦੀ ਮੈਨੂੰ ਵੀ ਆਖ ਜਾਂਦਾ, ਥਾਣੇ 'ਚ ਬੰਦੇ ਸੱਦੇ ਚੰਗੇ ਹੁੰਦੇ ਆ, ਇਕੱਲੇ ਕਹਿਰੇ ਦੇ ਤਾਂ ਇਹ ਪੈਰ ਨਹੀਂ ਲੱਗਣ ਦਿੰਦੇ ਹੁੰਦੇ। ਥਾਣੇ ਪਹੁੰਚਦੇ ਸਾਰ ਉਹੀ ਥਾਣੇਦਾਰ ਦਰਵਾਜ਼ੇ 'ਚ ਖੜਾ ਕੁਝ ਬੰਦਿਆਂ ਨਾਲ ਗੱਲਾਂ ਕਰ ਰਿਹਾ ਸੀ। ਸਾਨੂੰ ਵੇਖ ਕੇ ਉਹਨਾਂ ਨਾਲ ਗੱਲਾਂ ਕਰਨੀਆਂ ਬੰਦ ਕਰਕੇ ਸਾਡੇ ਕੋਲ ਆ ਗਿਆ। ਉਹਨੇ ਮੇਰੀ ਬਾਂਹ ਫੜ ਲਈ ਤੇ ਇੱਕ ਕਮਰੇ ਵੱਲ ਲੈ ਗਿਆ। ਕਮਲਦੀਪ ਵੀ ਸਾਡੇ ਮਗਰ ਹੀ ਆ ਗਿਆ। ਕਮਰੇ 'ਚ ਇੱਕ ਹੋਰ ਥਾਣੇਦਾਰ ਬੈਠਾ ਕੁਝ ਲਿਖੀ ਜਾ ਰਿਹਾ ਸੀ। ਉਹਨੂੰ ਸੰਬੋਧਿਤ ਹੁੰਦਾ ਬੋਲਿਆ, ਆ ਤੇਰੇ ਇਲਾਕੇ 'ਚੋਂ ਫੜ ਕੇ ਲਿਆਇਆ 2 ਮੁਜਰਮ, ਗਲੀ ਤੇ ਕਬਜ਼ਾ ਕਰੀ ਜਾਂਦੇ ਸੀ। ਬਿਆਨ ਲੈ ਇਹਨਾਂ ਦੇ ਤੇ ਅੰਦਰ ਕਰ ਇਹਨਾਂ ਨੂੰ। ਇਹਨਾਂ ਦੇ ਕਰ ਪਰਚੇ। ਸਵੇਰ ਦਾ ਮਹੱਲੇ 'ਚ ਹੋ ਹੱਲਾ ਮਚਾਈ ਜਾਂਦੇ ਆ, ਵਾਲਾ ਚਾਂਬਲੇ ਫਿਰਦੇ ਆ ਵੱਡੇ ਗੁੰਡੇ। ਪੁੱਛ ਗਿੱਛ ਚੰਗੀ ਤਰ੍ਹਾਂ ਕਰ ਲਈ ਇਹਨਾਂ ਦੀ। ਫਿਰ ਉਹ ਸਾਨੂੰ ਹਵਾਲਾਤ ਵੱਲ ਲੈ ਗਿਆ। ਸਾਡਾ ਸਾਰਾ ਸਮਾਨ ਤੇ ਮੋਬਾਈਲ ਇੱਕ ਲਿਫਾਫੇ 'ਚ ਪਾ ਕੇ ਹਵਾਲਾਤ ਦਾ ਦਰਵਾਜ਼ਾ ਖੋਲ੍ਹਦਾ ਆਖਣ ਲੱਗਾ, ਬੈਠੋ ਅੰਦਰ, ਆਹ ਸਮਾਨ ਮੈਂ ਜਮ੍ਹਾਂ ਕਰਵਾ ਦਿੰਦਾ ਤੇ ਜਦ ਜ਼ਮਾਨਤ ਹੋ ਗਈ ਮੇਰੇ ਕੋਲੋਂ ਲੈ ਜਾਇਓ। ਉਹਨੇ ਇੰਨੇ ਰੋਹਬ ਨਾਲ ਆਖਿਆ ਕਿ ਅੰਦਰੋਂ ਤਾਂ ਮੈਂ ਸੱਚੀ ਡਰ ਗਿਆ ਕਿ ਹੁਣ ਕੁੱਟਮਾਰ ਹੋਏਗੀ। ਉਹ ਹਵਾਲਾਤ ਨੂੰ ਕੁੰਡਾ ਹੀ ਲਾ ਕੇ ਗਿਆ ਸੀ, ਜਿੰਦਾ ਪਤਾ ਨਹੀਂ ਕਿਉਂ ਨਹੀਂ ਸੀ ਲਾਇਆ। 20 ਕੁ ਮਿੰਟਾਂ ਬਾਅਦ ਇੱਕ ਸਿਪਾਹੀ ਆਇਆ ਤੇ ਹਵਾਲਾਤ ਦਾ ਕੁੰਡਾ ਖੋਲ੍ਹਦਾ ਬੋਲਿਆ, ਆਜੋ ਬਈ, ਸਾਹਿਬ ਨੇ ਬੁਲਾਇਆ। ਅਸੀਂ ਚੁੱਪਚਾਪ ਉਹਦੇ ਮਗਰ ਤੁਰ ਪਏ। ਥਾਣੇਦਾਰ ਨੇ ਬੜੀ ਰੋਹਬ ਨਾਲ ਪੁੱਛਗਿੱਛ ਸ਼ੁਰੂ ਕਰਤੀ। ਜਦ ਉਹਨੂੰ ਪਤਾ ਲੱਗਾ ਕਿ ਮੈਂ ਸਰਕਾਰੀ ਅਧਿਆਪਕ ਤੇ ਮੇਰਾ ਵੱਡਾ ਭਰਾ ਸਰਕਾਰੀ ਲੈਕਚਰਰ ਹੈ ਤਾਂ ਉਹਦੀ ਸੁਰ ਕੁਝ ਨਰਮ ਪੈ ਗਈ। ਮੈਂ ਉਹਨੂੰ ਦਿਨ ਭਰ ਦੀ ਸਾਰੀ ਕਹਾਣੀ ਬਿਆਨ ਕਰਤੀ, ਕਿਸ ਤਰ੍ਹਾਂ ਸਾਡੇ ਨਾਲ ਧੱਕਾ ਹੋ ਰਿਹਾ। ਘੰਟਾ 1.5 ਘੰਟਾ ਉਹ ਸਾਨੂੰ ਸਵਾਲ ਦਰ ਸਵਾਲ ਕਰਦਾ ਰਿਹਾ। ਅਸੀਂ ਉਹਦੇ ਉੱਤਰ ਦਿੰਦੇ ਰਹੇ। ਉਹ ਸਾਨੂੰ ਕਿਸੇ ਵੀ ਗੱਲ 'ਚ ਫਸਾ ਨਾ ਸਕਿਆ। ਜਿਹਦਾ ਕਿ ਉਹਨੇ ਸ਼ੁਰੂ 'ਚ ਦਾਅਵਾ ਕੀਤਾ ਕਿ ਤੁਸੀਂ ਇਹ ਸਾਰੇ ਸਵਾਲਾਂ 'ਚ ਉਲਝ ਕੇ ਝੂਠੇ ਸਾਬਤ ਹੋ ਜਾਣਾ। ਇਹਨੇ ਨੂੰ ਸਾਡੇ ਰਿਸ਼ਤੇਦਾਰ ਤੇ ਦੋਸਤ ਵੀ ਥਾਣੇ ਪੁੱਜ ਚੁੱਕੇ ਸੀ। ਹੁਣ ਤਾਂ ਉਸ ਥਾਣੇਦਾਰ ਨੂੰ ਫੋਨ ਵੀ ਆਉਣੇ ਸ਼ੁਰੂ ਹੋ ਗਏ। ਉਹ ਸਾਡੇ ਨਾਲ ਗੱਲਬਾਤ ਬੰਦ ਕਰਕੇ ਆਖਣ ਲੱਗ ਜਾਂਦਾ, ਬਸ ਜੀ ਪੁੱਛਗਿੱਛ ਜਾਰੀ ਹੈ, ਉਦੋਂ ਬਾਅਦ ਇਹਨਾਂ ਨੂੰ ਛੱਡ ਦੇਵਾਂਗੇ। ਅਸਲ 'ਚ ਮੇਰੀ ਪਤਨੀ ਤੇ ਮਾਂ ਨੇ ਥਾਣੇ ਦਾ ਨਾਮ ਸੁਣ ਕੇ ਮੇਰੇ ਦੁਆਰਾ ਦੱਸੇ ਗਏ ਸਾਰੇ ਨੰਬਰਾਂ ਤੇ ਫੋਨ ਕਰਤੇ। ਹੁਣ ਉਹ ਥਾਣੇ ਤੱਕ ਆਪੋ ਆਪਣੀ ਪਹੁੰਚ ਕਰ ਰਹੇ ਸਨ। ਯਾਦਵਿੰਦਰ ਦੁਆਰਾ ਵੱਖ-ਵੱਖ ਬੰਦਿਆਂ ਨਾਲ ਕੀਤੇ ਗਏ ਸੰਪਰਕਾਂ ਕਾਰਨ ਵੀ ਥਾਣੇ 'ਚ ਫੋਨ ਤੇ ਫੋਨ ਖੜਕਣ ਲੱਗ ਪਏ। ਅੰਤ ਅੱਕ ਕੇ ਉਹ ਸਾਨੂੰ ਟੁੱਟ ਕੇ ਪੈ ਗਿਆ। ਉਹ ਜਾਓ, ਚੱਲ ਜਾਓ ਘਰ, ਮੈਂ ਸਾਹਿਬ ਨੂੰ ਮਿਲਣਾ। ਮੈਂ ਮੌਕਾ ਵੇਖਣ ਕੱਲ ਨੂੰ 4 ਵਜੇ ਆਵਾਂਗਾ। ਆਪਦਾ ਸਮਾਨ ਲੈ ਜਾਓ ਮੁਨਸ਼ੀ ਕੋਲੋਂ। ਜਦ ਅਸੀਂ ਥਾਣੇ ਤੋਂ ਬਾਹਰ ਆਏ ਤਾਂ ਬਾਹਰ ਘੁੱਪ ਹਨੇਰਾ ਹੋ ਚੁੱਕਾ ਸੀ ਤੇ ਜਦ ਅਸੀਂ ਗਲੀ 'ਚ ਪੁੱਜੇ ਤਾਂ ਲੋਕ ਅਜੇ ਵੀ ਟੋਲੀਆਂ ਬਣਾ ਕੇ ਦਿਨ ਭਰ ਦੀਆਂ ਗੱਲਾਂ ਚਸਕੇ ਲੈ ਕੇ ਕਰ ਰਹੇ ਸੀ। ਸਾਨੂੰ ਦੋਵਾਂ ਨੂੰ ਪਛਾਣ ਕੇ ਇੱਕ ਟੋਲੀ ਤਾਂ ਬਿਲਕੁਲ ਹੀ ਚੁੱਪ ਹੋ ਗਈ ਤੇ ਹੌਲੀ-ਹੌਲੀ ਉਹ ਖਿਸਕਣ ਵੀ ਲੱਗ ਪਏ। ਸ਼ਾਇਦ ਉਹ ਸੋਚਦੇ ਸੀ ਵੀ ਇਹ ਤਾਂ ਆ ਵੀ ਗਏ। ਕੁਛ ਦੇਰ 'ਚ ਅਸੀਂ ਆਪਣੇ ਘਰ 'ਚ ਆ ਗਏ। ਸਾਨੂੰ ਘਰ ਸਹੀ ਸਲਾਮਤ ਪੁੱਜੇ ਵੇਖ ਕੇ ਘਰਦਿਆਂ ਦੇ ਸਾਹ 'ਚ ਸਾਹ ਆ ਗਿਆ। ਉਹ ਸਾਡੀ ਬੇਸਬਰੀ ਨਾਲ ਉਡੀਕ ਕਰ ਰਹੇ ਸੀ। ਸਾਡੀ ਸਾਰੀ ਰਾਮ ਕਹਾਣੀ ਸੁਣ ਕੇ ਮੇਰੀ ਮਾਂ ਸਾਨੂੰ ਦੱਸਣ ਲੱਗ ਪਈ ਵੀ ਤੁਹਾਡੇ ਥਾਣੇ ਜਾਣ ਤੋਂ ਪਿੱਛੋਂ ਅਸੀਂ ਝਗੜੇ ਵਾਲੀ ਥਾਂ ਤੇ ਗਈਆਂ। ਦੋਵੇਂ ਪੁਲਸੀਏ ਤਾਂ ਜ਼ਿਆਦਾ ਹੀ ਹੰਕਾਰੇ ਫਿਰਦੇ ਆ। ਸਾਨੂੰ ਸੁਣਾ ਕੇ ਆਖਦੇ ਸੀ ਕਿ ਹੁਣ ਪਤਾ ਲੱਗੂ ਜਦੋਂ ਕੇਸ ਪੈਣਗੇ। ਬੜਾ ਮੱਛਰੇ ਫਿਰਦੇ ਸੀ। ਫਿਰ ਮੈਂ ਵੀ ਉਹਨੂੰ ਸੁਣਾਈ ਦਿੱਤੀਆਂ ਕਿ ਕੀ ਕੇਸ ਪੈ ਜਾਊਗਾ। ਉਹਨਾਂ ਨੇ ਕੋਈ ਕਤਲ ਕਰਤਾ, ਆਪਦੀ ਥਾਂ 'ਚ ਮਸਾਲਾ ਵੀ ਨਹੀਂ ਪਾਉਣ ਦਿੰਦੇ, ਹੰਕਾਰੇ ਤਾਂ ਤੁਸੀਂ ਫਿਰਦੇ ਹੋ। ਮਾਂ ਨੇ ਪੂਰੇ ਜੋਸ਼ 'ਚ ਆ ਕੇ ਸਾਰੀ ਬੀਤੀ ਦੱਸਦੀ। ਕੁਛ ਦੇਰ ਰੁਕ ਫਿਰ ਮਾਯੂਸ ਜਿਹੀ ਹੋ ਕੇ ਦੱਸਣ ਲੱਗੀ, ਜਦ ਮੈਂ ਉਹਨੂੰ ਆਪਣੇ ਰਿਸ਼ਤੇਦਾਰ ਦੇ DGP ਹੋਣ ਬਾਰੇ ਦੱਸਿਆ ਤਾਂ ਜ਼ਿਆਦਾ ਹੀ ਪਾਡੀ 'ਚ ਆ ਗਏ। ਇਹ ਤੇ ਇੱਕ ਤਾਂ ਆਪਣੇ ਹੱਥਾਂ ਨੂੰ ਮਰੋੜ ਕੇ ਆਖਣ ਲੱਗਾ, ਇਹੋ ਜਿਹੇ DGPਆਂ ਨੂੰ ਤਾਂ ਅਸੀਂ ਐਂ ਘੁੰਡੀ ਮਰੋੜ ਦਿੰਦੇ ਹੁੰਦੇ ਆ ਪੁੱਤ। ਉਹ ਜ਼ਿਆਦਾ ਹੀ ਆਫਰੇ ਫਿਰਦੇ ਆ। ਕਹਿੰਦੇ ਆ ਮਾਂ ਨੇ ਆਪਣੇ ਦੋਵੇਂ ਹੱਥ ਉਵੇਂ ਮਰੋੜ ਕੇ ਵਿਖਾ ਦੇ। ਕੋਈ ਨਹੀਂ ਮਾਂ, ਕੁਛ ਨਹੀਂ ਹੁੰਦਾ। ਜੇ ਆਪਣੇ 'ਚ ਮਾੜਾ ਮੋਟਾ ਵੀ ਕਸੂਰ ਹੁੰਦਾ ਤਾਂ ਪੁਲਿਸ ਵਾਲਿਆਂ ਨੇ ਸਾਨੂੰ ਛੱਡਣਾ ਨਹੀਂ ਸੀ, ਸਗੋਂ ਕੱਲ੍ਹ ਨੂੰ ਅਦਾਲਤ ਵਿੱਚ ਲਿਜਾ ਕੇ ਸਾਡਾ ਚਲਾਨ ਵੀ ਪੇਸ਼ ਕਰ ਦੇਣਾ ਸੀ। ਤੇ ਮੇਰੇ ਭਰਾ ਨੇ ਮਾਂ ਨੂੰ ਹੌਸਲਾ ਦੇਣ ਦੇ ਅੰਦਾਜ਼ 'ਚ ਆਖਿਆ ਤਾਂ ਸਭ ਨੂੰ ਉਹਦੀ ਇਹ ਗੱਲ ਜੱਚ ਗਈ।
ਇਹਨਾਂ 2-3 ਘੰਟਿਆਂ 'ਚ ਮੇਰੇ ਪਿਤਾ ਜੀ ਨੇ ਉਹਨਾਂ ਦੋਵਾਂ ਪੁਲਿਸ ਵਾਲਿਆਂ ਤੇ ਮੇਰੇ ਉਸ ਜਾਣੂ ਦੇ ਪਿਓ ਬਾਰੇ ਕਾਫੀ ਸਾਰੀ ਜਾਣਕਾਰੀ ਇਕੱਠੀ ਕਰ ਲਈ ਸੀ। ਸਰਪੰਚ ਪੁਲਿਸੀਏ ਦਾ ਨਾਮ ਜਪਨਾਮ ਸਿੰਘ ਸੀ ਤੇ ਉਹਦਾ ਘਰੇ ਵੀ ਆਪਣੀ ਘਰਵਾਲੀ ਨਾਲ ਕਾਫੀ ਚਿਰ ਤੋਂ ਝਗੜਾ ਚੱਲ ਰਿਹਾ ਸੀ। ਦੂਸਰਾ ਪੁਲਿਸ ਵਾਲਾ ਪੁਲਿਸ ਦੀ ਬੱਸ ਦਾ ਡਰਾਈਵਰ ਸੀ। ਉਹਦਾ ਨਾਮ ਮਲਕੀਤ ਸਿੰਘ ਸੀ ਤੇ ਉਹ ਸ਼ਹਿਰ ਦੇ ਨੇੜੇ ਦੇ ਇੱਕ ਪੁਲਿਸ ਸਕੂਲ ਵਿੱਚ ਪੁਲਿਸ ਵਾਲਿਆਂ ਦੇ ਬੱਚਿਆਂ ਨੂੰ ਢੋਂਦਾ ਸੀ। ਉਹਨੂੰ ਸਾਡੀ ਕੰਧ ਜਾਂ ਰੈਂਪ ਬਣਨ ਦਾ ਦੁੱਖ ਇਹ ਸੀ ਕਿ ਉਹਦੀ ਭੈਣ ਦਾ ਘਰ ਰੈਂਪ ਵਾਲੇ ਪਾਸੇ ਸਾਡੇ ਘਰ ਦੇ ਬਿਲਕੁਲ ਸਾਹਮਣੇ ਸੀ ਤੇ ਉਹ ਉੱਥੇ ਆਪਣੇ ਬੱਚੇ ਢੋਣ ਵਾਲੀ ਸਰਕਾਰੀ ਬੱਸ ਖੜਾਉਂਦਾ ਸੀ। ਉਹਨੂੰ ਖਤਰਾ ਸੀ ਵੀ ਕੰਧ ਨਿਕਲਣ ਜਾਂ ਰੈਂਪ ਬਣਾਉਣ ਕਾਰਨ ਉਹਨੂੰ ਬੱਸ ਮੋੜਨ 'ਚ ਤਕਲੀਫ ਹੋਣੀ ਸੀ। ਤੀਜਾ ਮੇਰਾ ਜਾਣੂ ਦਾ ਪਿਓ ਗੁਰਨੇਕ ਸਿੰਘ ਸ਼ਹਿਰ ਦੇ ਇੱਕ ਮਸ਼ਹੂਰ ਕਾਰਖਾਨੇ ਵਿੱਚੋਂ ਸੇਵਾ ਮੁਕਤ ਹੋਇਆ ਮੁਲਾਜ਼ਮ ਸੀ। ਉਹਨੇ ਧੱਕੇ ਨਾਲ ਗਲੀ ਉੱਤੇ ਕਬਜ਼ਾ ਕੀਤਾ ਹੋਇਆ ਸੀ। ਉਹਦਾ ਇੱਕ ਮੁੰਡਾ ਬਦਮਾਸ਼ ਕਿਸਮ ਦਾ ਸੀ ਤੇ ਲੜਾਈ ਮੁੱਲ ਲਈ ਰੱਖਦਾ ਸੀ ਤੇ ਇੱਕ ਵਾਰੀ ਇੱਕ ਅੱਕੇ ਹੋਏ ਕੁੜੀ ਵਾਲਿਆਂ ਨੇ ਛੇੜਛਾੜ ਤੋਂ ਤੰਗ ਆ ਕੇ ਉਹਦੀ ਗਲੀ 'ਚ ਉਹਨਾਂ ਦੇ ਘਰ ਦੇ ਸਾਹਮਣੇ ਉਹ ਕਟਾਪਾ ਕੀਤਾ ਸੀ ਕਿ ਉਹਦੀ ਗਿੱਦੜ ਕੁੱਟ ਸਾਰੇ ਮਹੱਲੇ 'ਚ ਮਸ਼ਹੂਰ ਹੋ ਗਈ ਸੀ। ਅੱਕ ਕੇ ਗੁਰਨੇਕ ਸਿੰਘ ਨੇ ਉਹਨੂੰ ਕਿਸੇ ਬਾਹਰਲੇ ਮੁਲਕ 'ਚ ਭੇਜ ਦਿੱਤਾ ਸੀ। ਅੰਗ ਚੌਥਾ। ਅਗਲੇ ਦਿਨ ਅਸੀਂ ਮਿਸਤਰੀ ਦਾ ਕੰਮ ਰੋਕ ਦਿੱਤਾ ਤੇ ਇੱਕ ਮਜ਼ਦੂਰ ਲਗਾ ਦਿੱਤਾ ਕਿ ਉਹ ਬਾਹਰ ਪਈ ਰੇਤਾ ਨੂੰ ਅੰਦਰ ਸੁੱਟ ਦੇਵੇ। ਉਹਨਾਂ ਦਿਨਾਂ 'ਚ ਰੇਤਾ ਸੋਨੇ ਦੇ ਭਾਅ ਮਿਲਣੀ ਵੀ ਔਖੀ ਹੋਈ ਪਈ ਸੀ। ਹੁਣ ਲੜਾਈ ਪੈਣ ਕਾਰਨ ਉਹਨਾਂ ਪੁਲਿਸੀਆਂ ਨੇ ਜਾਣ ਬੁੱਝ ਕੇ ਬੱਸ ਤੇ ਹੋਰ ਵਾਹਨ ਰੇਤਾ ਦੇ ਉੱਤੋਂ ਦੀ ਲੰਘਾਉਣੇ ਸੀ। ਬੋਲ ਬੁਲਾਰਾ ਤੇ ਨੁਕਸਾਨ ਵੀ ਹੋਣਾ ਸੀ। 4 ਵਜੇ ਥਾਣੇਦਾਰ ਨੇ ਮੌਕਾ ਵੇਖਣ ਆਉਣਾ ਸੀ। ਅਸੀਂ ਸਾਰੇ ਜਣੇ ਆਪੋ ਆਪਣੇ ਸਕੂਲ ਚਲੇ ਗਏ। ਮੇਰਾ ਸਕੂਲ ਦਿਲ ਨਾ ਲੱਗਾ ਤੇ ਮੈਂ ਅੱਧੀ ਛੁੱਟੀ ਲੈ ਕੇ ਘਰ ਵਾਪਸ ਆ ਗਿਆ। ਆਉਂਦਾ ਆਉਂਦਾ ਮੈਂ ਆਪਣੇ ਉਸ ਘਰ ਗੇੜਾ ਕੱਢ ਆਇਆ। ਮਜ਼ਦੂਰ ਰੇਤਾ ਅੰਦਰ ਸੁੱਟ ਰਿਹਾ ਸੀ ਤੇ ਸਭ ਕੁਝ ਸ਼ਾਂਤ ਸੀ। ਦੁਪਹਿਰੇ 2:30 ਵਜੇ ਮੈਂ ਮਜ਼ਦੂਰ ਨੂੰ ਚਾਹ ਦੇਣ ਲਈ ਗਿਆ ਤਾਂ ਉਹ ਡੋਰਾ ਭਰਾ ਜਿਹਾ ਹੋਇਆ ਖੜਾ ਸੀ। ਮੈਨੂੰ ਵੇਖਦੇ ਸਾਰੀ ਬੋਲਿਆ, ਮੈਂ ਤੁਹਾਨੂੰ ਹੀ ਸੱਦਣ ਚੱਲਿਆ ਸੀ। ਕਿਉਂ, ਕੀ ਗੱਲ? ਮੈਂ ਹੈਰਾਨੀ ਨਾਲ ਪੁੱਛਿਆ। 2-3 ਬੰਦੇ ਆਏ ਸੀ ਚਿੱਟੀ ਕਾਰ 'ਚ। ਆਉਂਦੇ ਹੀ ਉਹਨਾਂ ਨੇ ਸਾਰੀਆਂ ਇੱਟਾਂ ਵਗਾ ਕੇ ਮਾਰਨੀਆਂ ਸ਼ੁਰੂ ਕਰਤੀਆਂ ਤੇ ਨਾਲੇ ਧਮਕੀਆਂ ਦੇ ਰਹੇ ਸੀ ਕਿ ਜੇ ਕਿਸੇ ਨੇ ਇੱਥੇ ਰੋੜਾ ਵੀ ਲਾਇਆ ਤਾਂ ਸਿੱਧੇ ਕਰਕੇ ਰੱਖ ਦੇਣਗੇ। ਨਾਲ ਹੀ ਉਹ ਮੈਨੂੰ ਪੁੱਟੀਆਂ ਹੋਈਆਂ ਇੱਟਾਂ ਤੇ ਭੰਨੀ ਹੋਈ ਖਿੜਕੀ ਦੀ ਜਾਲੀ ਵਿਖਾਉਣ ਲੱਗ ਪਿਆ। ਫਿਰ ਬੋਲਿਆ, ਉਹ ਇਹ ਵੀ ਆਖ ਰਹੇ ਸੀ ਕਿ ਅਸੀਂ ਕਿਹੜਾ ਜੈਨ ਨੂੰ ਵੋਟਾਂ ਨਹੀਂ ਪਾਈਆਂ, ਟਰੈਕਟਰ ਨਾਲ ਵਾਹ ਦਿਆਂਗੇ। ਆਵੇ ਤਾਂ ਸੀ ਕੋਈ ਸਾਹਮਣੇ। ਮੈਨੂੰ ਵੀ ਆਨੇ ਜੇ ਕੱਢਦੇ ਸੀ। ਮੈਂ ਆਖਦਾ, ਮੈਂ ਤਾਂ ਮਜ਼ਦੂਰ ਹਾਂ, ਜਾ ਕੇ ਮਾਲਕ ਨਾਲ ਗੱਲ ਕਰੋ। ਉਹ ਫਿਰ ਲਲਕਾਰੇ ਮਾਰਨ ਲੱਗ ਪਏ। ਮਜ਼ਦੂਰ ਮੈਨੂੰ ਇੱਕੋ ਸਾਹ ਸਾਰਾ ਕੁਝ ਦੱਸ ਗਿਆ। ਚੱਲ, ਜੇ ਹੁਣ ਕੋਈ ਆਇਆ ਤਾਂ ਆਖ ਦੇਈਂ ਕਿ ਆਹ ਨਾਲ ਦੀ ਗਲੀ 'ਚ ਹੀ ਘਰ ਆ ਪਤੰਦਰਾਂ ਦਾ। ਜੇ ਹਿੰਮਤ ਹੈ ਤਾਂ ਉੱਥੇ ਜਾ ਕੇ ਗੱਲ ਕਰ ਲਓ। ਪਿੱਠ ਪਿੱਛੇ ਨਹੀਂ, ਸਾਹਮਣੇ ਹੋ ਕੇ ਟੱਕਰੋ। ਮੈਂ ਮਜ਼ਦੂਰ ਨੂੰ ਇਸ ਅੰਦਾਜ਼ ਨਾਲ ਕਿਹਾ ਕਿ ਕਿਤੇ ਉਹ ਡਰਦਾ ਮਾਰਾ ਕੰਮ ਛੱਡ ਕੇ ਨਾ ਭੱਜ ਜਾਏ ਤੇ ਉਹਦਾ ਹੌਸਲਾ ਵੀ ਬਣਿਆ ਰਹੇ। ਮੈਂ ਤੁਰੰਤ ਘਰ ਨੂੰ ਮੁੜ ਪਿਆ ਤੇ ਫੋਨ ਤੇ ਸਾਰੀ ਗੱਲ ਆਪਣੇ ਭਰਾਵਾਂ ਨੂੰ ਦੱਸਤੀ। ਸਾਰੇ ਜਣੇ ਇਕੱਠੇ ਹੋ ਗਏ ਤੇ ਸਭ ਨੇ ਮਜ਼ਦੂਰ ਤੋਂ ਸਾਰਾ ਕੁਝ ਫੇਰ ਵਿਸਥਾਰ ਨਾਲ ਪੁੱਛਿਆ। ਸਾਰੇ ਜਣੇ ਇਸ ਗੁੰਡਾਗਰਦੀ ਦੀ ਕਾਰਵਾਈ ਤੇ ਬਹੁਤ ਜ਼ਿਆਦਾ ਭੜਕ ਉੱਠੇ ਸੀ। ਇਹ ਇੱਕ ਤਾਂ ਚੋਰੀ ਉੱਤੋਂ ਸੀਨਾ ਜੋਰੀ ਵਾਲੀ ਗੱਲ ਸੀ। ਹੁਣ ਫੈਸਲਾ ਹੋ ਗਿਆ ਕਿ ਇਸੇ ਗੁੰਡਾਗਰਦੀ ਤੇ ਕੱਲ ਵਾਲੇ ਹੋਏ ਧੱਕੇ ਦੇ ਖਿਲਾਫ ਡਟ ਕੇ ਲੜਿਆ ਜਾਏ। ਸਲਾਹ ਬਣੀ ਕਿ ਇਹਨਾਂ ਦੇ ਖਿਲਾਫ ਸਿੱਧੇ ਤੌਰ ਤੇ ਸ਼ਿਕਾਇਤ ਕੀਤੀ ਜਾਏ, ਨਹੀਂ ਤਾਂ ਇਹਨਾਂ ਨੇ ਆਪਾਂ ਨੂੰ ਆਪਣੇ ਘਰ ਵੀ ਨਹੀਂ ਵੜਨ ਦੇਣਾ। ਅਸੀਂ ਫੇਰ ਥਾਣੇ ਪੁੱਜ ਗਏ। ਸਬੰਧਤ ਥਾਣੇਦਾਰ ਨੂੰ ਸਾਰੀ ਗੱਲ ਦੱਸਤੀ। ਉਹ ਤਾਂ ਜਿਵੇਂ ਇਹਨਾਂ ਦਾ ਪੂਰਾ ਸਿਖਾ ਰੱਖਿਆ ਸੀ, ਉਹ ਕਿਸੇ ਗੱਲ ਤੇ ਹੀ ਨਾ ਆਵੇ। ਜਦ ਸਾਨੂੰ ਮਹਿਸੂਸ ਹੋਣ ਲੱਗਾ ਕਿ ਇਸ ਥਾਣੇਦਾਰ ਨੂੰ ਜਪਨਾਮ ਨੇ ਪੱਟੀ ਪੜਾਤੀ ਤੇ ਅਸੀਂ ਫੈਸਲਾ ਕੀਤਾ ਕਿ SSP ਨੂੰ ਮਿਲ ਕੇ ਸਾਰਾ ਕੁਝ ਦੱਸਿਆ ਜਾਵੇ। ਅਸੀਂ ਉੱਥੋਂ ਥੋੜੀ ਦੂਰ ਸਥਿਤ SSP ਦਫ਼ਤਰ ਪੁੱਜ ਗਏ। ਕੁਦਰਤੀ ਸਾਹਿਬ ਆਪਣੇ ਦਫ਼ਤਰ 'ਚ ਬੈਠਾ ਸੀ ਤੇ ਅਸੀਂ ਪਰਚੀ ਭੇਜੀ ਤੇ ਕੁਝ ਕੁ ਮਿੰਟਾਂ 'ਚ ਸਾਨੂੰ ਆਵਾਜ਼ ਪੈ ਗਈ। ਅੰਦਰ ਜਾ ਕੇ ਅਸੀਂ ਸਾਰੀ ਰਾਮ ਕਹਾਣੀ SSP ਨੂੰ ਸੁਣਾਤੀ। ਇਸ ਮਾਮਲੇ 'ਚ ਆਪਣੇ ਦਫ਼ਤਰ ਦੇ ਇੱਕ ਕਰਮਚਾਰੀ ਦੀ ਸ਼ਮੂਲੀਅਤ ਤੇ ਉਹਦੀ ਕਰਤੂਤ ਬਾਰੇ ਸੁਣ ਕੇ ਇੱਕ ਵਾਰ ਤਾਂ ਉਹਦੇ ਮੱਥੇ ਤੇ ਤਿਉੜੀਆਂ ਉੱਭਰ ਆਈਆਂ। ਫਿਰ ਉਹਨੇ ਸਾਨੂੰ ਲਿਖਤੀ ਰੂਪ 'ਚ ਸਾਰਾ ਕੁਝ ਦੇਣ ਲਈ ਆਖਿਆ ਤੇ ਪੂਰਾ ਵਿਸ਼ਵਾਸ ਦਿਵਾਇਆ ਕਿ ਸਾਨੂੰ ਪੂਰਾ ਇਨਸਾਫ ਮਿਲੇਗਾ। ਅਸੀਂ ਸਾਰਾ ਕੁਝ ਲਿਖ ਕੇ ਦੇ ਦਿੱਤਾ ਤੇ ਉਹਨੇ ਸਾਡੀ ਅਰਜ਼ੀ DSP ਸਿਟੀ ਨੂੰ ਮਾਰਕ ਕਰ ਦਿੱਤੀ ਤੇ ਨਾਲ ਹੀ ਸਲਾਹ ਦਿੱਤੀ ਕਿ ਉਹਨੂੰ ਜਾ ਕੇ ਮਿਲ ਵੀ ਲਿਆ ਜਾਏ। DSP ਦਾ ਦਫ਼ਤਰ ਵੀ ਨੇੜੇ ਦੀ ਇੱਕ ਇਮਾਰਤ ਵਿੱਚ ਹੀ ਹੈ। ਸਾਡੇ ਪਹੁੰਚਣ ਤੋਂ ਪਹਿਲਾਂ ਉਸ ਕੋਲ ਅਰਜ਼ੀ ਪੁੱਜ ਚੁੱਕੀ ਸੀ ਤੇ ਸਾਨੂੰ ਬੁਲਾ ਕੇ ਉਹਨੇ ਸਾਰੀ ਕਹਾਣੀ ਪੁੱਛੀ। ਉਹਨੇ ਇੱਕ ਇੰਸਪੈਕਟਰ ਨੂੰ ਸੱਦ ਲਿਆ ਤੇ ਉਹਦੀ ਡਿਊਟੀ ਲਾ ਦਿੱਤੀ ਕਿ ਉਹ ਮੌਕੇ ਤੇ ਜਾਵੇ, ਸਾਰੀ ਰਿਪੋਰਟ ਦੇਵੇ। ਉਸ ਇੰਸਪੈਕਟਰ ਨੇ ਉਹ ਸ਼ਾਮ ਨੂੰ 6 ਵਜੇ ਆਉਣ ਦਾ ਵਾਅਦਾ ਕੀਤਾ ਤੇ ਸਾਨੂੰ ਆਪਣਾ ਮੋਬਾਈਲ ਫੋਨ ਨੰਬਰ ਦੇ ਦਿੱਤਾ ਤਾਂ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਦੀ ਜਾਣਕਾਰੀ ਉਹਨੂੰ ਤੁਰੰਤ ਦੇ ਦਿੱਤੀ ਜਾ ਸਕੇ। ਹੁਣ ਤੱਕ ਸਾਡੇ ਰਿਸ਼ਤੇਦਾਰਾਂ ਤੇ ਦੋਸਤਾਂ ਮਿੱਤਰਾਂ ਨੂੰ ਇਸ ਝਗੜੇ ਬਾਰੇ ਜਾਣਕਾਰੀ ਮਿਲ ਚੁੱਕੀ ਸੀ। ਸਭ ਦੀ ਸਲਾਹ ਸੀ ਕਿ ਜਦ ਵੀ ਪੁਲਿਸ ਵਾਲਿਆਂ ਨੂੰ ਮਿਲਣਾ ਹੋਵੇ ਇਕੱਠ ਬੰਨ੍ਹ ਕੇ ਮਿਲਿਆ ਜਾਵੇ। ਅਸੀਂ ਸਭ ਨੂੰ ਸੂਚਿਤ ਕਰ ਦਿੱਤਾ ਕਿ ਸ਼ਾਮ ਨੂੰ 6 ਵਜੇ ਜ਼ਰੂਰ ਪੁੱਜਣ। ਮਿੱਥੇ ਸਮੇਂ ਤੇ ਬਹੁਤੇ ਤਾਂ ਪੁੱਜ ਗਏ, ਪਰ ਕੁਝ ਆਪਣੇ ਤਜਰਬੇ ਦੇ ਮੁਤਾਬਕ ਦੇਰ ਨਾਲ ਆਏ।
ਪਹਿਲਾ 1.5 ਕੁ ਘੰਟਾ ਤਾਂ ਇਸ ਝਗੜੇ ਬਾਰੇ ਗੱਲਾਂ ਕਰਦਿਆਂ ਲੰਘ ਗਿਆ। ਫਿਰ ਚਿੰਤਾ ਹੋਈ ਇੰਸਪੈਕਟਰ ਨੂੰ ਪੁੱਛ ਹੀ ਲਿਆ ਜਾਏ ਕਿ ਉਹਨੇ ਆਉਣਾ ਵੀ ਹੈ ਕਿ ਨਹੀਂ। ਜਦ ਮੈਂ ਫੋਨ ਕੀਤਾ ਤੇ ਆਖਣ ਲੱਗਾ ਅਸੀਂ ਕਿਤੇ ਛਾਪਾ ਮਾਰਿਆ ਹੋਇਆ, ਅੱਧੇ ਕੁ ਘੰਟੇ 'ਚ ਆਵਾਂਗਾ। ਅੱਧਾ ਘੰਟਾ ਕੀ ਪੂਰਾ ਘੰਟਾ ਲੰਘ ਗਿਆ। ਮੈਂ ਫੇਰ ਫੋਨ ਕੀਤਾ, ਅੱਗੋਂ ਜਵਾਬ ਮਿਲਿਆ ਸਾਹਿਬ ਰੇਟ ਤੇ ਨੇ, ਬਿਜ਼ੀ ਆ। ਰਾਤ ਦੇ 9 ਵੱਜ ਚੁੱਕੇ ਸੀ। ਸਭ ਨੇ ਆਪੋ ਆਪਣੇ ਘਰ ਵੀ ਜਾਣਾ ਸੀ, ਇਸ ਲਈ ਫੈਸਲਾ ਹੋਇਆ ਕਿ ਅਗਲੇ ਦਿਨ ਇੰਸਪੈਕਟਰ ਨੂੰ ਮਿਲਿਆ ਜਾਏ। ਅਸੀਂ ਘਰ ਨੂੰ ਜੰਦਾ ਲਾ ਕੇ ਆਪਣੇ ਘਰ ਆ ਗਏ। ਬਾਕੀ ਜਣੇ ਆਪੋ ਆਪਣੇ ਘਰ ਚਲੇ ਗਏ। ਸਾਨੂੰ ਘਰੇ ਪੁੱਜਿਆਂ ਨੂੰ ਅਜੇ 10 ਕੁ ਮਿੰਟ ਹੋਏ ਸੀ ਕਿ ਮੇਰੇ ਪਿਤਾ ਜੀ ਨੂੰ ਫੋਨ ਆਇਆ ਕਿ ਪੁਲਿਸ ਵਾਲੇ ਤਾਂ ਆਏ ਹੋਏ ਆ ਤੇ ਗਲੀ 'ਚ ਤਾਂ ਇਕੱਠ ਹੀ ਬੜਾ ਹੋਇਆ ਪਿਆ। ਅਸੀਂ ਫਟਾਫਟ ਦੋਵੇਂ ਭਰਾਵਾਂ ਨੇ ਤੇ ਨੇੜਲੇ ਸਾਥੀਆਂ ਨੂੰ ਫੋਨ ਘੁਮਾਏ, ਆਪ ਉਸ ਘਰ ਵੱਲ ਨੂੰ ਸਕੂਟਰ ਮੋਟਰਸਾਈਕਲਾਂ ਤੇ ਹੋ ਤੁਰੇ। ਸਾਡੇ ਪਹੁੰਚਣ ਵੇਲੇ ਤੱਕ ਪੁਲਿਸ ਦੀ ਜਿਪਸੀ ਤੁਰ ਪਈ ਤੇ ਲੋਕ ਟੋਲਿਆਂ ਦੇ ਰੂਪ ਵਿੱਚ ਖੜੇ ਸੀ, ਪਰ ਸਾਨੂੰ ਆਉਂਦੇ ਵੇਖ ਕੇ ਉੱਥੋਂ ਟਲ ਗਏ। ਹੁਣ ਸਿਰਫ ਉਹ 3 ਜਣੇ ਤੇ ਉਹਨਾਂ ਦੇ ਟੱਬਰ ਦੇ ਜੀ ਖੜੇ ਰਹਿ ਗਏ। ਸਾਨੂੰ ਕਿਸੇ ਵੀ ਗੱਲ ਦਾ ਪਤਾ ਨਾ ਲੱਗ ਸਕਿਆ, ਪਰ ਉਹਨਾਂ ਦੀ ਸਰੀਰਕ ਭਾਸ਼ਾ ਜੇਤੂ ਅੰਦਾਜ਼ ਵਾਲੀ ਸੀ। ਅਗਲੇ ਦਿਨ ਸਾਨੂੰ ਪਤਾ ਲੱਗਾ ਕਿ ਇੰਸਪੈਕਟਰ ਨੇੜੇ ਦੇ ਕਿਸੇ ਘਰ 'ਚ ਬੈਠਾ ਸੀ। ਉੱਥੇ ਉਹਦੀ ਖੂਬ ਸੇਵਾ ਕੀਤੀ ਜਾ ਰਹੀ ਸੀ। ਘੜੀ ਹੋਈ ਯੋਜਨਾ ਮੁਤਾਬਕ ਜਦ ਅਸੀਂ ਅੱਕ ਕੇ ਮੌਕਾ ਵਾਰਦਾਤ ਤੋਂ ਵਾਪਸ ਆ ਗਏ, ਉਹਨੇ ਉਸੇ ਵਕਤ ਤੁਰ ਪੈਣਾ ਸੀ ਤੇ ਆਪਣੀ ਤਰਫੋਂ ਮੌਕਾ ਵੇਖਣ ਵਾਲੀ ਕਾਰਵਾਈ ਕਰਕੇ ਸਭ ਦੀਆਂ ਅੱਖਾਂ ਪੂੰਝ ਦੇਣੀਆਂ ਸੀ। ਸਵੇਰੇ ਅਸੀਂ ਇੰਸਪੈਕਟਰ ਨੂੰ ਮਿਲਣ ਲਈ ਗਏ ਤਾਂ ਬੋਲਿਆ ਤੁਸੀਂ ਤਾਂ ਆਏ ਹੀ ਨਹੀਂ। ਮੈਂ ਮੌਕੇ ਤੇ ਉਡੀਕਦਾ ਰਿਹਾ। ਮੈਂ ਆਖਿਆ ਸਰ ਤੁਹਾਡੇ ਕੋਲ ਮੇਰਾ ਨੰਬਰ ਤਾਂ ਸੀ, ਤੁਸੀਂ 1 ਮਿੰਟ ਪਹਿਲਾਂ ਵੀ ਦੱਸ ਦਿੰਦੇ ਤਾਂ ਅਸੀਂ ਹਾਜ਼ਰ ਹੋ ਜਾਣਾ ਸੀ। ਕਾਕਾ ਜੀ ਅਸੀਂ ਇੰਝ ਹੀ ਫੋਨ ਕਰਨ ਲੱਗ ਜਾਈਏ ਤਾਂ ਅਸੀਂ ਸਾਂਭ ਲਿਆ ਸਾਰਾ ਸ਼ਹਿਰ। 100 ਥਾਂ ਤੇ ਰੇਡ ਕਰਨੀ ਹੁੰਦੀ ਹੈ ਤੇ ਜੇ ਅਸੀਂ 10-10 ਕੇ ਇਲਾਕਿਆਂ 'ਚ ਜਾਣ ਲੱਗ ਪਏ ਤਾਂ ਸਾਡੇ ਤਾਂ ਮੁਜਰਮ ਹੀ ਭੱਜ ਜਾਣਗੇ। ਇਹ ਤਾਂ ਪਿਆਸੇ ਨੂੰ ਹੀ ਖੂਹ ਕੋਲ ਆਉਣਾ ਪੈਂਦਾ। ਉਹਦੇ ਰਾਤ ਦੇ ਖਾਧੇ ਹੋਏ ਕੁੱਕੜ ਨੇ ਬਾਂਗ ਦਿੱਤੀ। ਮੇਰਾ ਇੱਕ ਜੀ ਤਾਂ ਕਰ ਰਿਹਾ ਸੀ ਕਿ ਇਹਨੂੰ ਆਖਾਂ ਇਹ ਹਰਾਮਜ਼ਾਦਿਆ ਸਾਨੂੰ ਕਿਉਂ ਮੂਰਖ ਬਣਾਈ ਜਾਂਦਾ। ਸਾਰੇ ਮਹੱਲੇ ਨੂੰ ਪਤਾ ਹੈ ਕਿ ਤੂੰ ਬੈਠਾ ਤਾਂ ਇਸੇ ਮਹੱਲੇ ਦੀ 3 ਨੰਬਰ ਗਲੀ 'ਚ ਇੱਕ ਹੌਲਦਾਰ ਦੇ ਘਰ ਸੀ ਤੇ ਜਪਨਾਮ ਦੀ ਭੇਜੀ ਦਾਰੂ ਤੇ ਮੀਟ ਛਕ ਰਿਹਾ ਸੀ। ਤੇ ਜੇ ਉਹਦੇ ਕੋਲ ਵਰਦੀ ਵਾਲੀ ਤਾਕਤ ਨਾ ਹੁੰਦੀ ਤਾਂ ਸ਼ਾਇਦ ਮੈਂ ਉਹਨੂੰ ਸਿੱਧੀਆਂ ਲਾਹਣਤਾਂ ਪਾਉਣੀਆਂ ਸੀ, ਪਰ ਮਜਬੂਰੀ ਵਸ ਮੈਂ ਉਵੇਂ ਹੀ ਲੁਕੇ ਛਿਪੇ ਢੰਗ ਨਾਲ ਪਾਈਆਂ ਜਿਵੇਂ ਉਹਨੇ ਘਟਨਾ ਸਥਾਨ ਦਾ ਦੌਰਾ ਲੁਕ ਛਿਪ ਕੇ ਕੀਤਾ ਸੀ। ਜਦ ਸਾਨੂੰ ਲੱਗਾ ਕਿ ਇੰਸਪੈਕਟਰ ਵੀ ਵਿਕਿਆ ਹੋਇਆ ਤਾਂ ਫਿਰ ਅਗਲੇ ਦਿਨ ਅਸੀਂ DSP ਦੇ ਪੇਸ਼ ਹੋ ਗਏ। ਉਹਨੇ ਸਾਨੂੰ ਹੌਸਲਾ ਰੱਖਣ ਦਾ ਧਰਵਾਸਾ ਦਿੱਤਾ ਤੇ ਆਖਿਆ ਕਿ ਉਹ ਸਮਾਂ ਕੱਢ ਕੇ ਜ਼ਰੂਰ ਆਏਗਾ। ਆਉਣ ਤੋਂ ਪਹਿਲਾਂ ਸਾਨੂੰ ਸੂਚਿਤ ਵੀ ਕਰੇਗਾ। ਸਾਡਾ ਕੰਮ ਪੂਰੀ ਤਰ੍ਹਾਂ ਰੁਕਿਆ ਪਿਆ ਸੀ। ਮੁਹੱਲੇ 'ਚ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਸੀ। ਇਹ ਸਭ ਗੱਲਾਂ ਸਾਨੂੰ ਉਸੇ ਵੇਲੇ ਤਾਂ ਪਤਾ ਨਾ ਲੱਗਦੀਆਂ, ਪਰ ਕੁਝ ਸਮਾਂ ਪਾ ਕੇ ਸਾਰੀ ਜਾਣਕਾਰੀ ਮਿਲ ਹੀ ਜਾਂਦੀ। ਹੁਣ ਬਹੁਤੇ ਲੋਕਾਂ ਦਾ ਵਿਚਾਰ ਸੀ ਕਿ ਜਦ ਗੁਰਨੇਕ ਆਪ ਗਲੀ ਦੀ ਜਗ੍ਹਾ ਨੱਪੀ ਬੈਠਾ ਹੈ ਤਾਂ ਉਹਨੂੰ ਨੈਤਿਕ ਤੌਰ ਤੇ ਹੋਰ ਕਿਸੇ ਨੂੰ ਆਪਣੀ ਬਣਦੀ ਜਗ੍ਹਾ ਰੋਕਣ ਤੇ ਰੌਲਾ ਪਾਉਣ ਦਾ ਕੋਈ ਅਧਿਕਾਰ ਨਹੀਂ ਬਣਦਾ। ਕੁਝ ਦੇ ਵਿਚਾਰ ਸੀ ਕਿ ਜਦ ਇਹ ਜਗ੍ਹਾ ਪਿਛਲੇ 25-30 ਸਾਲਾਂ ਤੋਂ ਕਿਸੇ ਵੀ ਮਾਲਕ ਨੇ ਨਹੀਂ ਵਲੀ ਹੈ ਤਾਂ ਇਹਨਾਂ ਨੂੰ ਕੀ ਆਫਤ ਆ ਗਈ ਸੀ ਮਹੱਲੇ ਵਾਲਿਆਂ ਨਾਲ ਪੰਗਾ ਲੈਣ ਦੀ। ਤੇ ਕਈ ਜਪਨਾਮ ਨੂੰ ਸ਼ਰੇਆਮ ਗਾਲਾਂ ਕੱਢ ਰਹੇ ਸੀ ਕਿ ਉਹ ਧਾਰਮਿਕ ਚਿੰਨ੍ਹ ਪਾ ਕੇ ਵੀ ਝੂਠਿਆਂ ਦਾ ਸਾਥ ਦੇ ਰਿਹਾ। ਜਾਇਜ਼ ਕੰਮ ਨੂੰ ਕਰਵਾਉਣ ਖਾਤਰ ਸਹੀ ਬੰਦਿਆਂ ਦੀ ਮਦਦ ਤਾਂ ਕੀ ਕਰਨੀ ਹੈ, ਸਗੋਂ ਵਿੱਚ ਪੈ ਕੇ ਸੌਦਾ ਹੀ ਕਰਵਾਉਣ ਲੱਗ ਪਿਆ। ਪਤਾ ਲੱਗਾ ਗੁਰਨੇਕ ਹੋਰੀ ਜਪਨਾਮ ਨੂੰ ਇਸ ਮਾਮਲੇ 'ਚ ਨਾ ਪਾਉਂਦੇ ਤੇ ਪੁਲਿਸੀਏ ਬਹੁਤੇ ਪੈਸਿਆਂ ਦੀ ਮਾਰ ਨਹੀਂ ਸੀ, ਪਰ ਜਪਨਾਮ ਨੇ ਇੰਸਪੈਕਟਰ ਨੂੰ ਪਾਰਟੀ ਕਰਨ ਦੇ ਨਾਂ ਤੇ ਦਾਰੂ ਤੇ ਮੀਟ ਤੇ ਕਾਫੀ ਰੁਪਈਏ ਖਰਚਾਤੇ ਸੀ। ਜਦ 2-3 ਦਿਨ DSP ਨਾ ਆਇਆ ਤਾਂ ਸਾਨੂੰ ਲੱਗਣ ਲੱਗ ਪਿਆ ਕਿ ਦਾਲ 'ਚ ਕੁਝ ਕਾਲਾ ਨਹੀਂ, ਸਗੋਂ ਸਾਰੀ ਦਾਲ ਹੀ ਕਾਲੀ ਹੈ। ਇਹਦਾ ਇੱਕ ਕਾਰਨ ਸੀ ਵਿਚਕਾਰਲੇ ਦਿਨਾਂ 'ਚ ਜਦੋਂ ਉਸਾਰੀ ਦਾ ਸਾਰਾ ਕੰਮ ਬੰਦ ਸੀ, ਇੱਕ ਰਾਤ ਨੂੰ ਕੁਝ ਅਣਪਛਾਤੇ ਬੰਦੇ ਆਏ ਤੇ ਸਾਡੇ ਉਸ ਸੁੰਨੇ ਪਏ ਘਰ ਉੱਤੇ ਰੋੜੇ ਤੇ ਤਲਵਾਰਾਂ ਚਲਾਉਣ ਲੱਗ ਪਏ। ਪਤਾ ਨਹੀਂ ਉਹ ਕਿਸ ਨਸ਼ੇ 'ਚ ਗੁੱਟ ਸੀ ਕਿ ਖਾਲੀ ਪਏ ਮਕਾਨ ਨੂੰ ਹੀ ਗਾਲਾਂ ਕੱਢ ਕੇ ਸਬਕ ਸਿਖਾਉਣ ਦੀਆਂ ਧਮਕੀਆਂ ਦਿੰਦੇ ਰਹੇ। ਬਾਹਰ ਲੱਗਦੀ ਖਿੜਕੀ ਉਹਨਾਂ ਨੇ ਬੁਰੀ ਤਰ੍ਹਾਂ ਭੰਨਤੀ ਤੇ ਸਾਡੇ ਗੈਰ ਹਾਜ਼ਰੀ 'ਚ ਆਪਣੀ ਬਹਾਦਰੀ ਵਿਖਾ ਕੇ ਰਫੂ ਚੱਕਰ ਹੋ ਗਏ। ਇਸ ਗੱਲ ਦਾ ਸਾਨੂੰ ਸਵੇਰ ਵੇਲੇ ਲੋਕਾਂ ਦੇ ਫੋਨ ਆਉਣ ਤੇ ਪਤਾ ਲੱਗਾ। ਸਾਨੂੰ ਹੈਰਾਨੀ ਹੋ ਰਹੀ ਸੀ ਕਿ ਸਾਡੇ 3 ਦੁਸ਼ਮਣ ਤਾਂ ਅੱਖਾਂ ਦੇ ਸਾਹਮਣੇ ਹੈ, ਉਹ ਵਾਰ ਵੀ ਸਾਹਮਣੇ ਤੋਂ ਹੀ ਕਰ ਰਹੇ ਆ, ਤੇ ਇਹ ਚੌਥਾ ਕਿਹੜਾ ਜੰਮ ਪਿਆ ਜਿਹੜਾ ਸਾਡੀ ਗੈਰ ਮੌਜੂਦਗੀ 'ਚ ਕਿਤੇ ਇੱਟਾਂ ਪੁੱਟਣ ਲੱਗ ਜਾਂਦਾ, ਕਦੇ ਧਮਕੀਆਂ ਦਿੰਦਾ, ਕਦੇ ਕੰਧਾਂ ਤੇ ਬਾਰੀਆਂ ਨਾਲ ਟੱਕਰਾਂ ਮਾਰ ਕੇ ਚਲਾ ਜਾਂਦਾ। ਫਿਰ ਸਾਨੂੰ ਸ਼ੱਕ ਹੋਈ ਕਿ ਸਾਰਾ ਕੁਝ ਇਹ ਤਿੱਕੜੀ ਕਰਵਾ ਰਹੀ ਹੈ ਤੇ ਵਰਤ ਵੀ ਸਾਹਮਣੇ ਵਾਲੇ ਘਰ 'ਚ ਰਹਿ ਰਹੇ ਪ੍ਰਵਾਸੀ ਮਜ਼ਦੂਰਾਂ ਨੂੰ ਰਹੀ ਹੈ, ਜਿਨ੍ਹਾਂ ਦੀ ਕੋਈ ਵੀ ਪਛਾਣ ਨਹੀਂ ਸੀ। ਇਹ ਮਜ਼ਦੂਰ ਰਹਿੰਦੇ ਵੀ ਮਲਕੀਤ ਦੀ ਭੈਣ ਦੇ ਘਰ 'ਚ ਹੀ ਸਨ। ਇਹਨਾਂ ਪ੍ਰਵਾਸੀਆਂ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਸੀ ਤੇ ਉਹਨਾਂ ਦੀ ਵਫਾਦਾਰੀ ਵੀ ਮਲਕੀਤ ਨਾਲ ਸੀ। ਅਸੀਂ ਆਪਣੇ ਸਾਹਮਣੇ ਘਰ ਉੱਤੇ ਨਿਗਾਹ ਰੱਖਣੀ ਸ਼ੁਰੂ ਕਰਤੀ। ਪਹਿਲੇ ਦਿਨ ਮੈਂ ਲੁੱਕ ਕੇ ਉਹਨਾਂ ਦੀ ਵੀਡੀਓ ਬਣਾਈ। ਜਦ ਮੈਂ ਇਸ ਵੀਡੀਓ ਨੂੰ ਕੰਪਿਊਟਰ ਤੇ ਚਲਾ ਕੇ ਵੇਖਿਆ ਤਾਂ ਮੇਰੀਆਂ ਵਾਛਾਂ ਖਿੜ ਗਈਆਂ। ਮੈਂ ਆਪਣੇ ਇਸ ਚੋਰੀ ਬਣਾਈ ਫਿਲਮ 'ਚ ਤੱਕਿਆ। ਇੱਕ ਮੋਟਰਸਾਈਕਲ ਉੱਤੇ 4 ਜਣੇ ਸਵਾਰ ਹੋ ਕੇ
ਮਲਕੀਤ ਦੀ ਭੈਣ ਦੇ ਘਰੋਂ ਬਾਹਰ ਨਿਕਲ ਰਹੇ ਆ ਤੇ ਉਹ ਲੁੱਡੀਆਂ ਪਾ ਕੇ ਆਪਣੇ ਜਾਣ ਦੇ ਇਸ਼ਾਰੇ ਕਰ ਰਹੇ ਆ। ਮੇਰੇ ਲਈ ਇਹ ਕਲਿੱਪ ਬੜਾ ਕੀਮਤੀ ਸੀ ਕਿਉਂਕਿ ਮੈਂ ਆਪਣੇ ਘਰ ਉੱਤੇ ਬਾਰ-ਬਾਰ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਫੜਨ ਦੇ ਨੇੜੇ ਤੇੜੇ ਸੀ। ਪੁਲਿਸ ਵਾਲੇ ਤਾਂ 3 ਬੰਦਿਆਂ ਨੂੰ ਇੱਕ ਮੋਟਰਸਾਈਕਲ ਉੱਤੇ ਬੈਠੇ ਵੇਖ ਕੇ ਔਖੇ ਭਾਰੇ ਹੋਣ ਲੱਗ ਪੈਂਦੇ ਆ, ਪਰ ਇਹ ਤਾਂ ਫਿਰ ਵੀ 4 ਜਣੇ ਜਾ ਰਹੇ ਸੀ, ਉਹ ਵੀ ਇੱਕ ਪੁਲਿਸ ਵਾਲੇ ਦੇ ਘਰ ਵਿੱਚੋਂ। ਮੈਨੂੰ ਪੂਰਾ ਯਕੀਨ ਹੋ ਗਿਆ ਸੀ ਕਿ ਸਾਨੂੰ ਡਰਾਉਣ ਧਮਕਾਉਣ ਲਈ ਇਹਨਾਂ ਮਜ਼ਦੂਰਾਂ ਨੂੰ ਵਰਤਿਆ ਜਾ ਰਿਹਾ, ਹੋਰ ਕੋਈ ਬਾਹਰਲੇ ਬੰਦੇ ਨਹੀਂ ਹੈ। ਮੈਂ ਝੱਟ ਦੇਣੇ ਇਹਦੀ ਇੱਕ CD ਬਣਵਾ ਲਈ ਤੇ ਆਪਣੇ ਬਣਦੀ ਥਾਂ ਦੀਆਂ ਤਸਵੀਰਾਂ ਵੀ ਖਿੱਚ ਲਈਆਂ ਤਾਂ ਕਿ DSP ਨੂੰ ਵਿਖਾ ਸਕਾਂ। ਅਸੀਂ ਪੂਰੇ ਘਟਨਾਕ੍ਰਮ ਦੀ ਲਿਖਤੀ ਸ਼ਿਕਾਇਤ CD ਤੇ ਤਸਵੀਰਾਂ ਦੀ ਇੱਕ ਫਾਈਲ ਤਿਆਰ ਕਰ ਲਈ। ਜਦ DSP ਦੇ ਆਉਣ ਦੀ ਝਾਕ ਮੁੱਕ ਗਈ ਤਾਂ ਚੌਥੇ ਦਿਨ ਮੈਂ ਤੇ ਯਾਦਵਿੰਦਰ ਫਾਈਲ ਚੁੱਕ ਕੇ ਉਹਦੇ ਦਫ਼ਤਰ ਜਾ ਪੁੱਜੇ ਤੇ ਅਸੀਂ ਆਪਣੀ ਪਰਚੀ ਅੰਦਰ ਭੇਜ ਦਿੱਤੀ। ਸਾਡੇ ਤੋਂ ਬਾਅਦ ਚ ਆਉਣ ਵਾਲੇ ਆ ਕੇ DSP ਨੂੰ ਮਿਲ ਕੇ ਵਾਪਸ ਜਾ ਰਹੇ ਸਨ। ਇਹ ਪਹਿਲਾ ਮੌਕਾ ਸੀ ਕਿ ਸਾਨੂੰ ਸਭ ਤੋਂ ਅੰਤ ਵਿੱਚ ਬੁਲਾਇਆ ਗਿਆ। ਮੈਂ ਤੇ ਯਾਦਵਿੰਦਰ ਨੇ ਸਾਰੀ ਕਹਾਣੀ ਫਿਰ ਤੋਂ ਦੱਸਣ ਦੇ ਨਾਲ ਬਣਾਈ ਫਾਈਲ ਉਸ DSP ਨੂੰ ਸੌਂਪਤੀ। ਸ਼ਿਕਾਇਤਾਂ ਤਾਂ ਕਰੀ ਜਾਂਦੇ ਹੋ, ਮੌਕੇ ਤੇ ਪਹੁੰਚਦੇ ਹੀ ਨਹੀਂ। ਪੁਲਿਸ ਕੋਈ ਵਿਹਲੀ ਥੋੜੀ ਹੈ ਜੋ ਤੁਹਾਡੀ ਉਡੀਕ ਕਰੀ ਜਾਵੇ। ਉਹ ਸਾਨੂੰ ਟੁੱਟ ਕੇ ਪੈ ਗਿਆ। ਜਦ ਅਸੀਂ ਸਾਰੀ ਕਹਾਣੀ ਫਿਰ ਤੋਂ ਦੱਸਣ ਲੱਗ ਪਏ ਤਾਂ ਉਹਨੇ ਅਣਸੁਣੀ ਜੀ ਕਰ ਲਈ ਤੇ ਘੰਟੀ ਵਜਾ ਕੇ ਅਰਦਲੀ ਨੂੰ ਅਗਲੇ ਮਿਲਣ ਵਾਲਿਆਂ ਨੂੰ ਆਉਣ ਲਈ ਆਖ ਦਿੱਤਾ। ਸਾਡੇ ਲਈ ਇਹ ਬੜੀ ਨਮੋਸ਼ੀ ਵਾਲੀ ਗੱਲ ਸੀ ਤੇ ਅਸੀਂ ਬੇਵਸ ਜਿਹੇ ਹੋ ਕੇ ਦਫ਼ਤਰ ਤੋਂ ਬਾਹਰ ਆ ਗਏ। ਮੈਨੂੰ ਤਾਂ ਇਹੀ ਵਿਕਿਆ ਹੋਇਆ ਲੱਗਦਾ ਹੈ, ਇਹ ਵੀ ਵਿਕਿਆ ਹੋਇਆ ਲੱਗਦਾ ਹੈ। ਮੈਂ ਆਪਣੇ ਅੰਦਰ ਦਾ ਡਰ ਜ਼ਾਹਿਰ ਕਰਦੇ ਹੋਏ ਆਪਣੇ ਭਰਾ ਨੂੰ ਆਖਿਆ, ਇਹ ਸਾਰਾ ਉਸ ਜਪਨਾਮ ਦਾ ਹੀ ਘਰ ਹੈ। ਇਹਨਾਂ ਨੂੰ ਦਫ਼ਤਰ ਤੱਕ 100 ਕੰਮ ਪੈਂਦੇ ਰਹਿੰਦੇ ਆ, ਸਿਰਫ ਇਸੇ ਕਰਕੇ ਹੀ ਉਹਦੀ ਬੋਲੀ ਬੋਲ ਰਿਹਾ। ਯਾਦਵਿੰਦਰ ਨੇ ਆਪਣੇ ਤਜਰਬੇ ਮੁਤਾਬਕ ਉੱਤਰ ਦਿੱਤਾ। ਸਾਨੂੰ ਕੁਝ ਵੀ ਸੁੱਝ ਨਹੀਂ ਸੀ ਰਿਹਾ ਤੇ ਅਸੀਂ ਨਿਢਾਲ ਜਿਹੇ ਹੋ ਕੇ ਉਸ ਦਫ਼ਤਰ ਦੇ ਬਾਹਰ ਪਈਆਂ ਕੁਰਸੀਆਂ ਤੇ ਆ ਕੇ ਢੇਰੀ ਹੋ ਗਏ ਤੇ ਅਗਲਾ ਕਦਮ ਪੁੱਟਣ ਦੀ ਸਲਾਹ ਕਰਨ ਲੱਗ ਪਏ। ਇੰਨੇ 'ਚ ਇੱਕ ਪੁਲਿਸੀਆ ਸਾਡੇ ਕੋਲ ਆ ਗਿਆ, ਪੁੱਛਣ ਲੱਗਾ, ਤੁਸੀਂ ਉਸ ਕੰਧ ਦੇ ਚੱਕਰ 'ਚ ਸਾਹਿਬ ਨੂੰ ਮਿਲਣ ਆਏ ਸੀ ਨਾ? ਸਾਡੀ ਹਾਂ ਸੁਣ ਕੇ ਉੱਧੜ ਪਿਆ। ਇਹ ਤਾਂ ਸਾਰੇ ਇੱਕਮਿਕ ਹੈ, ਇਹਨਾਂ ਤੋਂ ਇਨਸਾਫ ਦੀ ਆਸ ਨਾ ਰੱਖਿਓ। ਜਾਂ ਤਾਂ ਇਹਨਾਂ ਤੇ ਜਨਤਕ ਦਬਾਅ ਪਾਓ, ਜੇ ਵੱਸ ਨਾ ਚੱਲੇ ਤਾਂ 181 ਨੰਬਰ ਤੇ ਫੋਨ ਕਰ ਦਿਓ, ਉਹਦੇ ਤੋਂ ਬੜਾ ਚੱਲਦਾ ਹੈ ਸਾਡਾ ਮਹਿਕਮਾ। ਸਾਨੂੰ ਜ਼ਰਾ ਕੁਝ ਸ਼ੱਕ ਵੀ ਹੋਈ ਕਿ ਪੁਲਿਸੀਆ ਸਾਡੀ ਮਦਦ ਕਰਨ ਲਈ ਇੰਨਾ ਤਤਪਰ ਕਿਉਂ ਹੈ। ਸਾਨੂੰ ਲੱਗਾ ਸ਼ਾਇਦ ਉਹ ਸਾਨੂੰ ਜਾਣਬੁੱਝ ਕੇ ਗਲਤ ਸਲਾਹ ਦੇ ਰਿਹਾ ਤਾਂ ਜੋ ਸਾਡਾ ਕੇਸ ਅਸਲ ਮਕਸਦ ਤੋਂ ਭਟਕ ਜਾਏ। ਸਾਨੂੰ ਹੈਰਾਨੀ ਵੀ ਹੋ ਰਹੀ ਸੀ ਕਿ ਉਹ ਸਾਡੀ ਮਦਦ ਲਈ ਬਿਨਾਂ ਬੁਲਾਏ ਅੱਗੇ ਕਿਉਂ ਆ ਗਿਆ। ਫਿਰ ਵੀ ਅਸੀਂ ਉਸ ਨਾਲ ਗੱਲਬਾਤ ਜਾਰੀ ਰੱਖੀ। ਜਦ ਉਹਨੂੰ ਲੱਗਣ ਲੱਗ ਪਿਆ ਕਿ ਅਸੀਂ ਉਹਦੀਆਂ ਗੱਲਾਂ ਤੇ ਭਿੱਜ ਗਏ ਹਾਂ ਤਾਂ ਆਖਣ ਲੱਗਾ, ਉਂਝ ਇੰਨਾ ਖਲਜਗਣ ਕਰਨਾ ਆਮ ਬੰਦੇ ਲਈ ਹੁੰਦਾ ਬੜਾ ਔਖਾ ਹੈ, ਮੁਲਾਜ਼ਮ ਬੰਦੇ ਲਈ ਤਾਂ ਹੋਰ ਵੀ ਔਖਾ ਹੁੰਦਾ ਹੈ। ਤੁਸੀਂ ਐਵੇਂ ਚੱਕਰਾਂ 'ਚ ਨਾ ਪਾਓ, ਸਾਹਿਬ ਨੂੰ 2-3 ਥਈਆਂ ਵਿਖਾ ਦਿਓ, ਫਿਰ ਵੇਖਿਓ ਇਹਨੇ ਕੰਧ ਆਪ ਕਢਵਾਉਣ ਤੁਰ ਪੈਣਾ। ਉਂਝ ਸਾਹਿਬ ਕਿਸੇ ਅਣਜਾਣ ਬੰਦੇ ਕੋਲੋਂ ਪੈਸੇ ਸਿੱਧੇ ਨਹੀਂ ਲੈਂਦਾ। ਜੇ ਤੁਸੀਂ ਆਖੋ ਤਾਂ ਮੈਂ ਗੱਲ ਕਰਕੇ ਵੇਖ ਲਾਂਗਾ, ਸ਼ਾਇਦ ਤੁਹਾਡਾ ਭਲਾ ਮੇਰੇ ਹੱਥੋਂ ਹੋਣਾ ਹੀ ਲਿਖਿਆ ਹੋਵੇ। ਉਹਨੇ ਆਪਣਾ ਲੰਬਾ ਸਾਰਾ ਭਾਸ਼ਣ ਦਿੱਤਾ। ਅਸੀਂ ਸਮਝ ਗਏ ਪੁਲਿਸੀਆ ਇੱਕ ਦਲਾਲ ਹੈ ਤੇ ਉਹ ਨਹੀਂ ਜਾਣਦਾ ਸੀ ਕਿ ਸਾਡੇ ਖੂਨ 'ਚ ਵੱਢੀ ਲੈ ਕੇ ਜਾਂ ਦੇ ਕੇ ਕੰਮ ਕਰਵਾਉਣ ਦਾ ਭੋਰਾ ਮਾਸਾ ਵੀ ਮਾਦਾ ਨਹੀਂ। ਅਸੀਂ ਆਪਣੇ ਹੱਕ ਲੜ ਕੇ ਲੈਣ ਜਾਣਦੇ ਹਾਂ, ਪਰ ਅਸੀਂ ਉਹਨੂੰ ਉਧੇੜਨ ਲਈ ਸਵਾਲ ਦਰ ਸਵਾਲ ਕਰਦੇ ਗਏ। ਤੇਰੇ ਆਖੇ ਤੋਂ ਮੰਜੂਗਾ ਸਾਹਿਬ? ਮੈਂ ਪੁੱਛਿਆ। ਸਾਹਿਬ ਨੇ ਮੇਰੇ ਅਰਗੇ ਸਪਾਟੇ ਦੇ ਆਖੇ ਥੋੜਾ ਮੰਨਣਾ, ਉਹ ਤਾਂ ਗਾਂਧੀ ਦੇ ਆਖੇ ਮੰਨਦਾ ਹੁੰਦਾ। ਫਿਰ ਤੁਹਾਡੇ ਪੁਲਿਸ ਵਾਲਿਆਂ ਦਾ ਕੀ ਬਣੂ ਜਿਹੜੇ ਇਸ ਮਾਮਲੇ 'ਚ ਸ਼ਾਮਲ ਹੈ? ਯਾਦਵਿੰਦਰ ਨੇ ਪੋਲਾ ਜਿਹਾ ਮੂੰਹ ਬਣਾ ਕੇ ਆਖਿਆ। ਉਹ ਤਾਂ ਮੁਰਗੀ ਫਸਾ ਕੇ ਦੇਣ ਵਾਲੇ ਹੈ, ਉਹਨਾਂ ਆਪਣਾ ਕੰਮ ਕਰਤਾ ਤੇ ਉਹਨਾਂ ਨੂੰ ਆਪਣਾ ਹਿੱਸਾ ਮਿਲ ਜਾਣਾ। ਆਪਣੀ ਛਿਦਰੀ ਜੀ ਦਾੜੀ ਨੂੰ ਖੁਰਕਦਾ ਹੋਇਆ ਸਪਾਟਾ ਬੋਲਿਆ। ਮੈਨੂੰ ਆਪਣੇ ਆਪ ਨੂੰ ਪੁਲਿਸ ਵਾਲਿਆਂ ਦੀ ਇੱਕ ਮੁਰਗੀ ਤਸੱਵਰ ਕਰਕੇ ਕਚਿਆਣ ਜੀ ਆਈ ਤੇ ਮੈਂ ਉਸੇ ਗੁੱਸੇ ਨਾਲ ਪੁੱਛਿਆ, ਜੇ ਭਲਾ ਮੁਰਗੀ ਨਾ ਫਸੇ ਫੇਰ? ਤਾਂ ਸਾਡਾ ਮਹਿਕਮਾ ਮੁਰਗੀ ਨੂੰ ਇੰਨਾ ਭਜਾਉਂਦਾ ਹੈ ਵੀ ਉਹ ਬੇਹਾਲ ਹੋ ਕੇ ਹਫ ਕੇ ਡਿੱਗ ਪੈਂਦੀ ਹੈ, ਆਪ ਹੀ ਕਸਾਈ ਨੂੰ ਆਵਾਜ਼ਾਂ ਮਾਰਨ ਲੱਗ ਪੈਂਦੀ ਹੈ। ਕੇਸ ਭੱਜ ਨੱਠ ਦੇ ਖਲਜਗਣ ਨਾਲੋਂ ਤਾਂ ਮੈਨੂੰ ਇੱਕ ਵਾਰੀ ਮਾਰ ਹੀ ਦਿਓ ਤੇ ਮੈਂ ਕਿਸੇ ਦੀ ਥਾਲੀ ਦਾ ਸ਼ਿੰਗਾਰ ਤੇ ਮੂੰਹ ਦਾ ਸਵਾਦ ਤਾਂ ਬਣ ਜਾਵਾਂ। ਉਹਨੇ ਝੱਕ ਹੋ ਕੇ ਆਪਣੇ ਮਹਿਕਮੇ ਦੀ ਖਸਲਤ ਬਾਰੇ ਦੱਸਣ ਲੱਗ ਪਿਆ। ਉਹ ਸਾਨੂੰ ਇਹ ਸਭ ਗੱਲਾਂ ਇਸ ਹਿਸਾਬ ਨਾਲ ਦੱਸ ਰਿਹਾ ਸੀ ਕਿ ਸਾਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਸਾਨੂੰ ਡਰਾਉਣ ਲੱਗਾ ਹੋਇਆ ਹੈ ਜਾਂ ਫਿਰ ਤਰੀਕਾ ਸਮਝਾ ਰਿਹਾ। ਅਸੀਂ ਉਹਨੂੰ ਫੇਰ ਮਿਲਣ ਦਾ ਵਾਅਦਾ ਕਰਕੇ ਉਸ ਦਫ਼ਤਰ ਤੋਂ ਬਾਹਰ ਆ ਗਏ। ਅਸੀਂ ਦੋਵਾਂ ਭਰਾਵਾਂ ਨੇ ਸਲਾਹ ਕਰ ਲਈ ਕਿ ਪੁਲਿਸ ਵਾਲਿਆਂ ਦੀ ਮੁਰਗੀ ਬਣਨ ਵਾਲੇ ਨਾਲੋਂ ਤਾਂ ਇੱਕ ਬਾਜ ਬਣ ਕੇ ਇਹਨਾਂ ਨਾਲ ਯੁੱਧ ਕਰਨਾ ਹੀ ਠੀਕ ਹੈ। ਰੌਲੇ ਵਾਲੀ ਇਹ ਗੱਲ ਤਕਰੀਬਨ ਸਾਡੇ ਸਭ ਦੋਸਤਾਂ ਮਿੱਤਰਾਂ ਨੂੰ ਪਤਾ ਲੱਗ ਗਈ ਸੀ ਤੇ ਕਈ ਜਥੇਬੰਦੀਆਂ ਦੇ ਆਗੂਆਂ ਨੇ ਗੁਪਤ ਰੂਪ ਵਿੱਚ ਸੱਚ ਝੂਠ ਦਾ ਨਿਤਾਰਾ ਕਰ ਲਿਆ ਸੀ। ਸਾਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਵੀ ਦਿੱਤਾ ਸੀ। ਅਗਲੇ ਦਿਨ ਅਸੀਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਤੇ ਇੱਕ ਵੱਡੇ ਵਫਦ ਨਾਲ
ਉਸ ਡੀਐਸਪੀ ਨੂੰ ਮਿਲਣ ਦਾ ਫੈਸਲਾ ਕਰ ਲਿਆ ਤਾਂ ਕਿ ਉੱਤੇ ਕੁਝ ਜਨਤਕ ਦਬਾਅ ਪੈ ਸਕੇ। ਅਸੀਂ ਸਾਰਾ ਟੱਬਰ ਤਾਂ ਪਹਿਲਾਂ ਹੀ ਸੱਚਾਈ ਦੀ ਜਿੱਤ ਦੀ ਉਡੀਕ ਕਰ ਰਹੇ ਸੀ ਤੇ ਸਵੇਰੇ 10 ਵਜੇ ਦਫ਼ਤਰ ਦੇ ਅੱਗੇ ਜਾ ਡੇਰੇ ਲਾਏ। ਡੀਐਸਪੀ ਆਪਣੇ ਮਿੱਥੇ ਸਮੇਂ ਮੁਤਾਬਕ ਦਫ਼ਤਰ 'ਚ ਬੈਠ ਚੁੱਕਾ ਸੀ। ਅਸੀਂ ਸਾਰੀਆਂ ਜਥੇਬੰਦੀਆਂ ਤੇ ਉਹਨਾਂ ਦੇ ਨੁਮਾਇੰਦਿਆਂ ਦੇ ਨਾਮ ਦੀ ਸੂਚੀ ਲਿਖ ਕੇ ਉਹਦੇ ਅਰਦਲੀ ਨੂੰ ਫੜਾਤੀ। ਘੰਟਾ ਬੀਤ, 2 ਘੰਟੇ ਬੀਤ, 3 ਘੰਟੇ ਵੀ ਬੀਤ ਗਏ, ਪਰ ਸਾਡੇ ਵਫਦ ਨੂੰ ਮਿਲਣ ਦਾ ਸੱਦਾ ਨਾ ਆਇਆ। ਡੀਐਸਪੀ ਦਫ਼ਤਰ 'ਚ ਬੈਠਾ ਤਾਂ ਸੀ, ਪਰ ਵਿੱਚੋਂ ਹੀ ਉੱਠ ਕੇ ਚਲਾ ਜਾਂਦਾ ਸੀ ਤੇ ਜਦ ਅਸੀਂ ਅਰਦਲੀ ਨੂੰ ਪੁੱਛਦੇ ਤਾਂ ਉਹ ਆਖ ਦਿੰਦਾ, ਸਾਹਿਬ ਆਰਾਮ ਕਰ ਰਿਹਾ, ਘੰਟਾ ਕੁ ਬਾਅਦ ਮਿਲਣਗੇ। ਤਪਦੀ ਦੁਪਹਿਰ ਦੇ ਵਿੱਚ ਮੈਂ ਤੇ ਮੇਰਾ ਭਰਾ ਦੋਵੇਂ ਫਿਰ ਇਕੱਠੇ ਹੋਏ ਸਾਥੀਆਂ ਨੂੰ ਕਦੇ ਠੰਡਾ ਪਿਆਉਂਦੇ, ਕਦੇ ਸ਼ਿਕੰਜਵੀ ਲਿਆ ਕੇ ਦਿੰਦੇ ਤਾਂ ਕਿ ਕੋਈ ਉੱਠ ਕੇ ਚਲਾ ਨਾ ਜਾਏ ਤੇ ਸਾਡਾ ਘੱਟ ਨਾ ਜਾਪਣ ਲੱਗ ਪਏ। ਇੱਕ ਗੱਲ ਸਾਰੇ ਹੀ ਸੰਘਰਸ਼ੀਲ ਸਾਥੀਆਂ ਦੀ ਸਾਂਝੀ ਬਣੀ ਰਹੀ ਕਿ ਕੋਈ ਵੀ ਉਸ ਅਧਿਕਾਰੀ ਦੇ ਇਸ ਵਰਤਾਰੇ ਤੋਂ ਅੱਕਿਆ ਜਾਂ ਥੱਕਿਆ ਨਹੀਂ ਸੀ। ਜਿੰਨੀ ਦੇਰ ਦੇਰ ਹੋ ਰਹੀ ਹੈ, ਓਨਾ ਹੀ ਜ਼ਿਆਦਾ ਜੋਸ਼ 'ਚ ਆ ਰਹੇ ਸੀ। ਆਪਸੀ ਗੱਲਬਾਤ 'ਚ ਉਹ ਸਾਰੇ ਡੀਐਸਪੀ ਦੇ ਇਸ ਮਾੜੇ ਵਿਹਾਰ ਦੀ ਨਿੰਦਾ ਵੀ ਕਰ ਰਹੇ ਸੀ। ਜਦ ਉਸ ਦਫ਼ਤਰ ਵਾਲਿਆਂ ਨੂੰ ਪੱਕਾ ਯਕੀਨ ਹੋ ਗਿਆ ਕਿ ਇਹ ਤਾਂ ਉੱਠਣ ਵਾਲੇ ਨਹੀਂ ਹੈ, 3 ਵਜੇ ਦੇ ਕਰੀਬ ਅਰਦਲੀ ਨੇ ਸਾਨੂੰ ਆ ਕੇ ਆਖਿਆ, ਸਾਹਿਬ ਸਭ ਤੋਂ ਪਹਿਲਾਂ ਤੁਹਾਨੂੰ ਹੀ ਮਿਲਣਗੇ, ਬਸ 15 ਮਿੰਟ ਲੱਗਦੇ ਆ। ਸਾਡੇ ਨਾਲ ਵਗੇਤਾ ਤਾਂ ਸਵੇਰ ਦਾ ਕੋਈ ਵੀ ਨਹੀਂ ਸੀ ਆਇਆ, ਪਰ ਸ਼ਾਇਦ ਅਫਸਰਸ਼ਾਹੀ ਦੁਆਰਾ ਕਿਸੇ ਨੂੰ ਖੱਜਲ ਖੁਆਰ ਕਰਨ ਦਾ ਇਹ ਵੀ ਇੱਕ ਅਨੋਖਾ ਤਰੀਕਾ ਸੀ ਜੋ ਕਿ ਮੈਂ ਕਿਤਾਬਾਂ 'ਚ ਤਾਂ ਪੜ੍ਹਿਆ ਸੀ, ਪਰ ਹੰਢਾਇਆ ਉਸ ਦਿਨ ਸੀ। ਕੁਝ ਦੇਰ ਬਾਅਦ ਸਾਨੂੰ ਸੱਦਾ ਆ ਗਿਆ ਤੇ ਅਸੀਂ ਅੰਦਰ ਚਲੇ ਗਏ। ਤੁਸੀਂ ਕੰਧ ਵਾਲੇ ਮਸਲੇ 'ਚ ਆਏ ਹੋ ਨਾ? ਡੀਐਸਪੀ ਨੇ ਰੋਬ ਨਾਲ ਪੁੱਛਿਆ। ਹਾਂਜੀ, ਸਾਰਿਆਂ ਨੇ ਇੱਕ ਮੁੱਠ ਜਵਾਬ ਦਿੱਤਾ। ਮੈਂ ਇੰਸਪੈਕਟਰ ਕੋਲੋਂ ਸਾਰੀ ਰਿਪੋਰਟ ਲੈ ਲਈ ਹੈ। ਇਹ ਬੰਦੇ ਹੀ ਗਲਤ ਨੇ, ਗਲੀ ਤੇ ਕਬਜ਼ਾ ਕਰਨ ਨੂੰ ਫਿਰਦੇ ਆ, ਲੋਕਾਂ ਨੇ ਤਾਂ ਰੌਲਾ ਪਾਣਾ ਹੀ ਹੋਇਆ। ਡੀਐਸਪੀ ਨੇ ਮੇਰੇ ਵੱਲ ਇਸ਼ਾਰਾ ਕਰਦੇ ਆਖਿਆ, ਗਲੀ ਤੇ ਕਬਜ਼ਾ ਨਹੀਂ ਸਰ, ਮੈਂ ਤਾਂ ਰਜਿਸਟਰੀ ਮੁਤਾਬਕ ਕੰਧ ਕਰ ਰਿਹਾ। ਤੁਹਾਡੇ ਮੁਲਾਜ਼ਮ ਨੇ ਧੱਕੇ ਨਾਲ ਨਹੀਂ ਬੰਦ ਕਰਾਤੀ, ਫਿਰ ਰੈਂਪ ਵੀ ਨਹੀਂ ਬਣਾਉਣ ਦਿੱਤਾ। ਹੁਣ ਤਾਂ ਅਣਪਛਾਤਿਆਂ ਨੇ ਢਾਹ ਢੁਆਈ ਵੀ ਕਰਤੀ ਹੈ ਤੇ ਸਾਨੂੰ ਖਤਰਾ ਬਣਿਆ ਹੋਇਆ, ਉਹ ਸਾਨੂੰ ਨੁਕਸਾਨ ਵੀ ਪਹੁੰਚਾ ਸਕਦੇ ਆ। ਮੈਂ ਤਪੇ ਹੋਏ ਨੇ ਸਾਰੀ ਗੱਲ ਇੱਕੋ ਸਾਹ ਦੁਹਰਾਤੀ। ਤੁਸੀਂ ਮੁਲਾਜ਼ਮ ਬੰਦੇ ਹੋ, ਕਿਉਂ ਪੰਗੇ 'ਚ ਪੈਂਦੇ ਹੋ? ਐਵੇਂ ਕੋਈ ਕੇਸ ਦਰਜ ਹੋ ਗਿਆ ਤਾਂ ਜ਼ਮਾਨਤਾਂ ਕਰਾਉਂਦੇ, ਕਚਹਿਰੀਆਂ 'ਚ ਧੱਕੇ ਖਾਂਦੇ ਫਿਰੋਗੇ। ਡੀਐਸਪੀ ਨੇ ਸਾਨੂੰ ਡਰਾਉਣਾ ਚਾਹਿਆ। ਜੇ ਮੁਲਾਜ਼ਮ ਹਨ ਤਾਂ ਜਨਾਬ ਤੁਸੀਂ ਉਹਨਾਂ ਦੇ ਹੱਕਾਂ ਦੀ ਰਾਖੀ ਕਰੋ। ਮੁਲਾਜ਼ਮ ਹੋਣ ਦਾ ਇਹ ਮਤਲਬ ਤਾਂ ਨਹੀਂ ਹੁੰਦਾ ਵੀ ਹਰ ਕੋਈ ਉਹਨਾਂ ਨੂੰ ਢਾਉਣ ਨੂੰ ਤੁਰਿਆ ਫਿਰੇ। ਇਹ ਕਿਹੜਾ ਕਾਨੂੰਨ ਹੈ ਕਿ ਤੁਸੀਂ ਆਮ ਬੰਦੇ ਨੂੰ ਕੇਸਾਂ ਦਾ ਡਰਾਵਾ ਦੇ ਕੇ ਉਹਦੇ ਬਣਦੇ ਹੱਕਾਂ ਤੋਂ ਵਾਂਝੇ ਕਰੀ ਜਾਓ। ਛਿੰਦਰ ਸਿੰਘ ਬੋਲਿਆ। ਉਹ ਭਾਰਤੀ ਕਿਸਾਨ ਯੂਨੀਅਨ ਦਾ ਪ੍ਰਧਾਨ ਹੋਣ ਕਰਕੇ ਪੁਲਿਸ ਵਾਲਿਆਂ ਦੀਆਂ ਲੁੰਬੜ ਚਾਲਾਂ ਲਈ ਚੰਗੀ ਤਰ੍ਹਾਂ ਵਾਕਫ ਸੀ। ਮੈਂ ਤਾਂ ਸਿਰਫ 751 ਕਰ ਸਕਦਾ, ਉਹ ਕਰ ਦੇਣਾ। ਡੀਐਸਪੀ ਤਰਬਕ ਗਿਆ। ਉਹ ਆਪਣੇ ਬਚਾਅ ਕਰਨ ਦੇ ਅੰਦਾਜ਼ 'ਚ ਬੋਲਿਆ, ਤੁਹਾਡੇ ਮੁਲਾਜ਼ਮ ਬੇਲਗਾਮ ਹੋਏ ਫਿਰਦੇ ਨੇ ਤੇ ਤੁਸੀਂ ਉਹਨਾਂ ਨੂੰ ਸੁਧਾਰਨਾ ਤਾਂ ਕੀ ਹੈ, ਉਲਟਾ ਸ਼ਹਿ ਦੇਈ ਜਾ ਰਹੇ ਹੋ। ਬਿਜਲੀ ਬੋਰਡ ਵਾਲਾ ਹੀਰਾ ਸਿੰਘ ਉੱਚੀ ਦੇਣੀ ਕੜਕਿਆ। ਸਾਡੇ ਮੁਲਾਜ਼ਮ ਬੇਲਗਾਮ ਨਹੀਂ ਹੋਏ, ਉਹ ਤਾਂ ਲੋਕਾਂ ਦੀ ਗੱਲ ਕਰਦੇ ਆ। ਜੇ ਲੋਕ ਨਹੀਂ ਚਾਹੁੰਦੇ ਤਾਂ ਇਹ ਨਾ ਵੜਨ ਉਸ ਜਗ੍ਹਾ ਨੂੰ। ਡੀਐਸਪੀ ਨੇ ਫਿਰ ਆਪਣੇ ਮੁਲਾਜ਼ਮਾਂ ਦਾ ਪੱਖ ਪੂਰਿਆ। ਸਰ, ਕੱਲ ਨੂੰ ਲੋਕ ਚਾਹੁਣਗੇ ਮੈਂ ਘਰ ਵੀ ਢਾਹ ਦਿਆਂ। ਉਹਨਾਂ ਨੇ ਉੱਥੇ ਕਾਰਾਂ ਖੜਾਉਣੀਆਂ ਨੇ ਤਾਂ ਕਿ ਤੁਸੀਂ ਸਾਡਾ ਘਰ ਵੀ ਢਵਾ ਦਿਓਗੇ। ਮੈਂ ਡੀਐਸਪੀ ਨੂੰ ਆਖਿਆ, ਯਾਰ ਮੈਂ ਘਰ ਦੀ ਗੱਲ ਨਹੀਂ ਕਰਦਾ, ਤੂੰ ਗਲੀ ਨੂੰ ਕਿਉਂ ਨਜਾਇਜ਼ ਤੌਰ ਤੇ ਵੜਨ ਨੂੰ ਤੁਲਿਆ? ਡੀਐਸਪੀ ਮੈਨੂੰ ਆਖਣ ਲੱਗਾ, ਜਨਾਬ ਗੱਲ ਮੁਕਾਓ, ਆ ਬੈਠੇ ਆ 3 ਮੁੰਡੇ, ਮੇਰਾ ਵਾਅਦਾ ਹੈ ਤੁਹਾਡੇ ਨਾਲ, ਜੇ ਗਲੀ ਵਾਲ ਰਹੇ ਆ ਤਾਂ ਤੁਸੀਂ ਇਹਨਾਂ ਦੇ ਕੇਸ ਦਰਜ ਕਰੋ। ਨਾ ਅਸੀਂ ਆਵਾਂਗੇ ਤੇ ਨਾ ਹੀ ਇਹ ਜ਼ਮਾਨਤਾਂ ਕਰਾਉਣਗੇ। ਜੇ ਇਹ ਝੂਠੇ ਆ ਤਾਂ ਇਹਨਾਂ ਤੇ ਪਰਚਾ ਦਰਜ ਕਰੋ ਤੇ ਹੁਣੇ 3 ਨੂੰ ਗ੍ਰਿਫਤਾਰ ਕਰ ਲਓ, ਤੇ ਜੇ ਉਹ ਝੂਠੇ ਆ ਤੇ ਉਹਨਾਂ ਤੇ ਕੇਸ ਦਰਜ ਕਰੋ। ਛਿੰਦਰ ਸਿੰਘ ਨੇ ਕੁਰਸੀ ਤੋਂ ਉੱਠਦੇ ਹੋਏ ਸਖਤ ਬੋਲੀ ਆਪਣਾ ਫੈਸਲਾ ਸੁਣਾ ਦਿੱਤਾ। ਉਹਦੇ ਨਾਲ ਸਾਰਾ ਵਫਦ ਉੱਠ ਖਲੋਤਾ। ਬਿਲਕੁਲ ਸਹੀ ਗੱਲ ਆ, ਗੱਲ ਤਾਂ ਲਾਉਂਦਾ ਨਹੀਂ ਕਿਸੇ ਪਾਸੇ, ਸਭ ਮਿਲੀ ਭੁਗਤਾ ਇਹਨਾਂ ਦੀ। ਆਦਿਕ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਤੇ ਸਾਰੇ ਜਣੇ ਤਲਖੀ ਦੇ ਮਾਰੇ ਕੁਝ ਨਾ ਕੁਝ ਬੋਲ ਰਹੇ ਸੀ। ਡੀਐਸਪੀ ਥੋੜਾ ਠੰਬਰ ਗਿਆ ਤੇ ਉਹਨੇ ਹੱਥ ਦੇ ਇਸ਼ਾਰੇ ਨਾਲ ਸਭ ਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਬੋਲਿਆ, ਚਲੋ ਮੈਂ ਮੌਕਾ ਵੇਖਾਂਗਾ। ਕੱਲ ਸ਼ਾਮ ਨੂੰ 7 ਵਜੇ ਦਾ ਪ੍ਰੋਗਰਾਮ ਰੱਖ ਲਓ। ਠੀਕ ਹੈ, ਅਸੀਂ 7 ਵਜੇ ਉੱਥੇ ਹੋਵਾਂਗੇ। ਆ ਕੇ ਅਸੀਂ ਬਾਹਰ ਆ ਗਏ। ਸਭ ਦੀ ਰਾਏ ਸੀ ਕਿ ਸਾਰੇ ਰਲੇ ਹੋਏ ਆ, ਇਹਨੇ ਵੀ ਕੁਝ ਨਹੀਂ ਕਰਨਾ, ਇਹ ਤਾਂ ਆਪਣੇ ਮੁਲਾਜ਼ਮਾਂ ਨੂੰ ਬਚਾਉਣ ਨੂੰ ਫਿਰਦਾ, ਹੋਰ ਕੋਈ ਵੀ ਕਾਰਵਾਈ ਇਸ ਨੇ ਨਹੀਂ ਕਰਨੀ। ਧੰਨਵਾਦ।